Good morning. Good morning, sir. Good morning. Good morning. Good morning, sir. Good morning, everyone. Good morning, Very good everyone. morning. Today we will study national examination paper number 4, Punjab Stamp Manual. Punjab Stamp Manual ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਕਿ ਪੰਜਾਬ ਸਟੈਂਪ ਰੂਲਸ 1934. ਪੰਜਾਬ ਸਟੈਂਪ ਰੂਲਸ 1934 ਇਹ ਆਪਣੇ ਸਿਲੇਬਸ ਦੇ ਵਿੱਚ ਦੇਖੋ ਸਟੈਂਪ ਮੈਨੂਅਲ ਦੀ ਗੱਲ ਕੀਤੀ ਗਈ ਹੈ, ਪਰ ਕਈ ਵਾਰੀ ਇਹ ਸਿਲੇਬਸ ਦਾ ਰੌਲਾ ਪੈਂਦਾ ਹੈ। ਕੁਐਸਚਨਸ ਕਈ ਵਾਰੀ ਸਟੈਂਪ ਐਕਟ ਦੇ ਵਿੱਚੋਂ ਵੀ ਆ ਜਾਂਦੇ ਨੇ, ਤੇ ਪਿੱਛੇ ਕਾਫੀ ਕਸ਼ਮਕਸ਼ ਚੱਲੀ ਸੀਗੀ ਵੀ ਜਿਹੜਾ ਸਿਲੇਬਸ ਹੈਗਾ ਇੱਕ ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਵੀ ਜਿਹੜਾ ਸਿਲੇਬਸ ਹੈ ਉਹ ਆਊਟ ਆਫ ਸਿਲੇਬਸ ਆਇਆ ਹੈਗਾ ਪੇਪਰ। ਸਟੈਂਪ ਐਕਟ ਦੇ ਵਿੱਚੋਂ ਕੁਝ ਕੁਐਸਚਨ ਆਏ ਸੀਗੇ, ਪਰ ਆਪਣੇ ਸਿਲੇਬਸ ਦੇ ਵਿੱਚ ਜਿਹੜਾ ਹੈਗਾ ਸਟੈਂਪ ਮੈਨੂਅਲ ਹੈਗਾ ਜੋ ਅਸੀਂ ਸਟੱਡੀ ਕਰਾਂਗੇ। ਤੁਸੀਂ ਥੋੜੀ ਰੀਡਿੰਗ ਸਟੈਂਪ ਐਕਟ ਦੇ ਵੀ ਦੇ ਲਿਓ ਨਾਲ ਨਾਲ, ਠੀਕ ਹੈ ਜੀ। ਸਟੈਂਪ ਮੈਨੂਅਲ ਦੇ ਵਿੱਚ ਇਹ ਅਸੀਂ ਪੜ੍ਹ ਰਹੇ ਹਾਂ ਸਟੈਂਪ ਰੂਲਸ ਮੇ ਵੀ, ਮਤਲਬ ਇਹ ਹੈਗਾ ਪ੍ਰੋਸੀਜਰ ਸਾਰਾ ਸਟੈਂਪ ਐਕਟ ਦਾ, ਜੋ ਪ੍ਰੋਸੀਜਰ ਹੈ ਕਿਵੇਂ ਕਿਵੇਂ ਚੱਲਦਾ ਹੈਗਾ ਸਟੈਂਪ ਐਕਟ, ਕਿਵੇਂ ਕਿਵੇਂ ਸੇਲ ਕਰਨੇ ਹੁੰਦੇ ਆ, ਕਿਹਨੂੰ ਸਟੈਂਪ ਅਸੀਂ ਜਿਹੜਾ ਹੈਗਾ ਸਟੈਂਪ ਵੇਚਣ ਦੀ ਕਿਹਨੂੰ ਅਸੀਂ ਜਿਹੜੀ ਪਰਮਿਸ਼ਨ ਦਿੰਦੇ ਆ, ਕੌਣ ਦਿੰਦਾ ਹੈਗਾ, ਤੇ ਸਟੈਂਪ ਸਟੋਰ ਕਿੱਥੇ ਹੁੰਦੇ ਨੇ, ਕਿੱਥੇ ਮਤਲਬ ਕਿ ਇਹ ਅੱਗੇ ਡਿਸਪੈਚ ਕੀਤੇ ਜਾਂਦੇ, ਰਿਸੀਟ ਕੀਤੇ ਜਾਂਦੇ ਆ। ਇਹ ਸਾਰਾ ਜਿਹੜੀ ਇਹਦੇ ਵਿੱਚ ਜਿਹੜੇ ਸਟੈਂਪ ਰੂਲਸ ਹੈਗੇ 1934 ਦੇ, ਇਹਦੇ ਵਿੱਚ ਕਾਰਵਾਈ ਦੱਸੀ ਗਈ ਹੈ। ਤੇ ਪਹਿਲਾਂ ਇਹ ਡੈਫੀਨੇਸ਼ਨ ਕਲਾਸ ਹੈਗੀ ਹੈ ਦਾ ਇਨ ਥੀਸ ਰੂਲਸ unless a different intention appears. The word stamp means stamp used under the Indian Stamp Act. Indian Stamp Act ਜਿਹੜਾ ਹੈਗਾ 1899 ਹੈਗਾ, ਇਹਦੇ ਅੰਦਰ ਇਹਦੇ ਤਹਿਤ ਜਿਹੜੇ ਅਸੀਂ ਸਟੈਂਪ ਯੂਜ਼ ਕੀਤੇ ਇਹਨਾਂ ਨੂੰ ਸਟੈਂਪ ਕਹਿੰਦੇ ਅਸੀਂ। ਇਹ ਦੋ ਤਰ੍ਹਾਂ ਦੇ ਵੀ ਹੋ ਸਕਦੇ ਆ, ਐਡਹੈਸਿਵ ਸਟੈਂਪ ਵੀ ਹੁੰਦੇ ਆ, ਇੰਪ੍ਰੈਸਡ ਸਟੈਂਪ ਵੀ ਹੁੰਦੇ ਆ। ਐਡਹੈਸਿਵ ਜਿਹੜੇ ਅਸੀਂ ਉੱਪਰ ਚਿਪਕਨੇ ਆ, ਤੇ ਇੰਪ੍ਰੈਸਡ ਜਿਹੜੇ ਵਿੱਚ ਹੀ ਛਪੇ ਛਪਾਏ ਹੁੰਦੇ ਪੇਪਰ ਦੇ, ਠੀਕ ਹੈ। ਤੇ ਨਾਲ ਹੀ ਜਿਹੜਾ ਸਟੈਂਪ ਹੈਗਾ ਸਟੈਂਪ ਕੋਡ ਫੀ ਐਕਟ 1870 ਹੈਗਾ, ਉਹਦੇ ਤਹਿਤ ਵੀ ਜਿਹੜੇ ਸਟੈਂਪ ਹੈ ਇਹ ਯੂਟਿਲਾਈਜ਼ ਕੀਤੇ ਜਾਂਦੇ ਆ। ਇੰਪ੍ਰੈਸਡ ਸਟੈਂਪ ਕੀ ਹੁੰਦੀ ਹੈ? ਤਾਂ ਇੰਪ੍ਰੈਸਡ ਸਟੈਂਪ ਹੈਗੀ ਹੈ ਦਾ ਲੈਵਲਸ ਫਿਕਸਡ ਐਂਡ ਇੰਪ੍ਰੈਸਡ ਬਾਈ ਦਾ ਫਾਈਨੈਂਸ਼ੀਅਲ ਕਮਿਸ਼ਨਰ। ਲੈਵਲ ਫਿਕਸ ਕੀਤਾ ਜਾਂਦਾ ਹੈ, ਜਾਂ ਇਹ ਜਿਹੜੀ ਹੈਗੀ ਹੈ ਵਿੱਚ ਛਪੀ ਛਪਾਈ ਹੁੰਦੀ ਜਿਹਨੂੰ ਆਪਾਂ ਸਟਾਂਪ ਕਹਿ ਦਿੰਦੇ ਆ, ਠੀਕ ਹੈ ਜੀ। ਸਟੈਂਪਸ ਇੰਬੋਸਡ ਔਰ ਇਨਗ੍ਰੇਵਡ ਔਨ ਦਾ ਸਟੈਂਪ ਪੇਪਰ, ਜਾਂ ਫਿਰ ਇਹ ਇੰਬੋਸਿੰਗ ਕੀਤੀ ਜਾਂਦੀ ਹੈ, ਜਿਵੇਂ ਕਿਵੇਂ ਕਮਿਸ਼ਨਰ ਆਫਿਸ ਦੇ ਵਿੱਚ ਕਈ ਵਾਰੀ ਸਟੈਂਪਿੰਗ ਦੀ ਇੰਬੋਸਿੰਗ ਹੋ ਜਾਂਦੀ ਹੈ, ਮਸ਼ੀਨਾਂ ਹੁੰਦੀਆਂ ਨੇ ਉਹਦੇ ਨਾਲ ਇੰਬੋਸਿੰਗ ਹੋ ਜਾਂਦੀ ਹੈ, ਸਟੈਂਪਸ ਲੱਗ ਜਾਂਦੇ ਹੈਗੇ ਆ। ਜਾਂ ਫਿਰ ਐਡਹੈਸਿਵ ਸਟੈਂਪ ਮੀਨਸ ਐਡਹੈਸਿਵ ਸਟੈਂਪ ਬੀਅਰਸ ਦਾ ਕੋਡ ਫੀ। ਐਡਹੈਸਿਵ ਸਟੈਂਪ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਕੋਡ ਫੀ ਤੇ ਲਿਖਿਆ ਹੁੰਦਾ ਅਸੀਂ ਟਿਕਟਾਂ ਲਗਾ ਦਿੰਦੇ ਆ ਅਰਜ਼ੀਆਂ ਦੇ ਉੱਪਰ, ਐਂਡ ਇੰਟੈਂਟਡ ਟੂ ਬੀ ਯੂਜ਼ਡ। ਕੋਡ ਫੀ ਐਕਟ ਦੇ ਤਹਿਤ ਜਿਹੜੀ ਲਗਾਈ ਜਾਂਦੀ ਹੈ ਐਡਹੈਸਿਵ ਸਟੈਂਪ, ਜਿਹੜੀ ਆਪਾਂ ਪੀਲੇ ਲਾਲ ਰੰਗ ਦੀਆਂ ਟਿਕਟਾਂ ਹੁੰਦੀਆਂ ਨੇ ਉਹ ਲਗਾਉਂਦੇ ਆ, ਹੁਣ ਕੋਡ ਫੀ ਐਕਟ ਦੇ ਤਹਿਤ ਲਗਾਉਂਦੇ ਆ। ਐਡਹੈਸਿਵ ਸਟੈਂਪ ਹੁੰਦੀ ਹੈ ਉਹ। ਸਟੈਂਪ ਬੀਅਰਿੰਗ ਰੈਵਨਿਊ ਸਟੈਂਪ ਵੀ ਹੁੰਦੀ ਹੈ। ਕੁਛ ਰੈਵਨਿਊ ਸਟੈਂਪਾਂ ਹੁੰਦੀਆਂ ਨੇ ਐਡਹੈਸਿਵ ਸਟੈਂਪਾਂ ਦੇ ਰੂਪ ਦੇ ਵਿੱਚ। ਰੈਵਨਿਊ ਸਟੈਂਪਸ ਹੁੰਦੀਆਂ ਨੇ, ਫੋਰਨ ਬਿਲਸ ਦੀਆਂ ਸਟੈਂਪਸ ਹੁੰਦੀਆਂ ਨੇ, ਸ਼ੇਅਰ ਟ੍ਰਾਂਸਫਰ ਕਰਨੇ ਹੋਣ ਉਹਦੀਆਂ ਵੀ ਸਟੈਂਪਸ ਅਲੱਗ-ਅਲੱਗ ਹੁੰਦੀਆਂ ਨੇ। ਇਹਦਾ ਐਡਵੋਕੇਟ ਯੂਜ਼ ਕਰਦੇ ਨੇ ਟਿਕਟਾਂ ਕੋਰਟਾਂ ਦੇ ਵਿੱਚ, ਉਹਦੀਆਂ ਸਟੈਂਪਸ ਵੱਖਰੀਆਂ ਹੁੰਦੀਆਂ ਨੇ। ਨੋਟਰੀਅਲ ਦੀਆਂ ਵੱਖਰੀਆਂ ਹੁੰਦੀਆਂ ਨੇ, ਐਗਰੀਮੈਂਟ ਦੇ ਲਈ, ਬ੍ਰੋਕਰਸ ਨੋਟ ਦੇ ਲਈ, ਇੰਸ਼ੋਰੈਂਸ ਦੇ ਲਈ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਸਟੈਂਪਸ ਹੁੰਦੀਆਂ, ਜਿਹੜੀਆਂ ਇੰਡੀਅਨ ਸਟੈਂਪ ਐਕਟ 1899 ਦੇ ਤਹਿਤ ਜਿਹੜੀਆਂ ਆ ਜਾਂਦੀਆਂ ਨੇ, ਜਿਹੜੀਆਂ ਅਸੀਂ ਚਸਪਾ ਕਰਦੇ ਹਾਂ ਐਪਲੀਕੇਸ਼ਨਾਂ ਵਗੈਰਾ ਦੇ ਉੱਪਰ, ਠੀਕ ਹੈ ਜੀ। ਐਗਰੀਮੈਂਟਾਂ ਦੇ ਉੱਪਰ ਨੋਟਰੀ ਯੂਜ਼ ਕਰਦੇ ਨੇ, ਐਡਵੋਕੇਟ ਯੂਜ਼ ਕਰਦੇ ਨੇ। ਨੈਕਸਟ ਹੈਗਾ ਐਕਸਪ੍ਰੈਸ਼ਨ ਲੋਕਲ ਡਿਪੂ। ਲੋਕਲ ਡਿਪੂ, ਬ੍ਰਾਂਚ ਡਿਪੂ, ਦੋ ਤਰ੍ਹਾਂ ਦੇ ਡਿਪੂ ਹੁੰਦੇ ਆ। ਆਪਣੀ ਜਿਹੜਾ ਮੇਨ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈਗਾ ਹੈੱਡਕੁਆਟਰ ਹੈਗਾ ਉਹ ਨਾਸਿਕ ਦੇ ਵਿੱਚ ਹੈ, ਜਿੱਥੋਂ ਸਾਰਾ ਹੀ ਪੂਰੇ ਇੰਡੀਆ ਲੈਵਲ ਤੇ ਜਿਹੜੀਆਂ ਸਟੈਂਪਸ ਹੁੰਦੇ ਨੇ, ਸਟਾਮ ਹੁੰਦੇ ਨੇ, ਕੰਟਰੋਲ ਹੁੰਦੇ ਨੇ, ਠੀਕ ਹੈ। ਫਿਰ ਹਰ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਪਰ ਇੱਕ ਡਿਪੂ ਹੁੰਦਾ ਹੈ, ਡਿਸਟ੍ਰਿਕਟ ਟ੍ਰੈਜਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜ਼ਿਲ੍ਹਾ ਟ੍ਰੈਜਰੀ, ਜ਼ਿਲ੍ਹਾ ਖਜ਼ਾਨਾ ਦਫ਼ਤਰ, ਠੀਕ ਹੈ। ਡਿਸਟ੍ਰਿਕਟ ਹੈੱਡਕੁਆਟਰ ਤੇ ਹੁੰਦਾ ਜਿਹੜਾ ਡਿਪੂ, ਜਿੱਥੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਹੁੰਦਾ, ਉਸ ਨੂੰ ਅਸੀਂ ਲੋਕਲ ਡਿਪੂ ਕਹਿੰਦੇ ਹਾਂ। ਫਿਰ ਇਸੇ ਤਰੀਕੇ ਅੱਗੇ ਆ ਜਾਂਦਾ ਬ੍ਰਾਂਚ ਡਿਪੂ। ਬ੍ਰਾਂਚ ਡਿਪੂ ਕਿੱਥੇ ਹੁੰਦਾ? ਸਬ ਤਹਿਸੀਲ ਲੈਵਲ ਤੇ, ਤਹਿਸੀਲ ਲੈਵਲ ਤੇ ਜਾਂ ਸਬ ਤਹਿਸੀਲ ਲੈਵਲ ਤੇ। ਜਿਹੜੇ ਸਬ ਟ੍ਰੈਜਰੀ ਜਿਹਨੂੰ ਅਸੀਂ ਕਹਿ ਦਈਏ, ਸਬ ਟ੍ਰੈਜਰੀ ਜਿਹੜੀਆਂ ਹੁੰਦੀਆਂ ਨੇ ਉਹਨੂੰ ਅਸੀਂ ਬ੍ਰਾਂਚ ਡਿਪੂ ਕਹਿੰਦੇ ਹਾਂ। ਨੰਬਰ 5 ਹੈਗਾ ਸਬ ਰੂਲ 5 ਦੇ ਵਿੱਚ ਕੀ ਹੈ? ਬ੍ਰਾਂਚ ਡਿਪੂ includes every subordinate treasury in the Punjab at the headquarters of ਤਹਿਸੀਲ ਔਰ ਸਬ ਤਹਿਸੀਲ। ਉਹ ਬ੍ਰਾਂਚ ਡਿਪੂ ਹੁੰਦਾ, ਦੇਖੋ ਸਿੰਪਲ ਜੀ ਗੱਲ ਹੈ ਕਿ ਲੋਕਲ ਡਿਪੂ ਹੋ ਗਿਆ ਡਿਸਟ੍ਰਿਕਟ ਹੈੱਡਕੁਆਟਰ ਤੇ, ਬ੍ਰਾਂਚ ਡਿਪੂ ਹੋ ਗਿਆ ਤਹਿਸੀਲਾਂ ਦੇ ਵਿੱਚ ਜਾਂ ਸਬ ਤਹਿਸੀਲਾਂ ਦੇ ਵਿੱਚ। ਐਕਸ ਆਫੀਸ਼ੀਓ ਵੈਂਡਰ। ਐਕਸ ਆਫੀਸ਼ੀਓ ਵੈਂਡਰ ਕੌਣ ਹੁੰਦਾ ਹੈ? ਜਿਹੜੇ
ਖਜ਼ਾਨੇ ਦੇ ਵਿੱਚ ਜਿਹੜੇ ਆਫੀਸਰ ਬੈਠਦੇ ਆ, ਜਿਹੜੇ ਖਜ਼ਾਨੇ ਦੇ ਵਿੱਚੋਂ ਮਤਲਬ ਕਿ ਸਟਾਂਪ ਵੇਚਦੇ ਨੇ, means the treasurer for the time being of the treasury at the headquarter and subordinate headquarter। ਤਹਿਸੀਲਾਂ ਦੇ ਵਿੱਚ ਜਾਂ ਜ਼ਿਲ੍ਹਾ ਹੈੱਡਕੁਆਟਰ ਤੇ ਖਜ਼ਾਨੇ ਦੇ ਵਿੱਚ ਜਿਹੜੇ ਖਜ਼ਾਨਚੀ ਨੂੰ ਅਸੀਂ ਕਹਿ ਦਿੰਦੇ ਹਾਂ, ਟ੍ਰੀਅਰ ਕਹਿ ਦਿੰਦੇ ਹਾਂ, ਜਿੱਥੋਂ ਜਿਹੜੇ ਸਟਾਂਪ ਵੇਚਦੇ ਨੇ ਉਹਨਾਂ ਨੂੰ ਐਕਸ ਆਫੀਸ਼ੀਓ ਵੈਂਡਰ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ ਸਟਾਂਪ ਵੇਚਣ ਦਾ। ਇਹਨਾਂ ਨੂੰ ਆਪਦੀ ਪੋਸਟ ਦੇ ਨਾਲ ਹੀ ਇਹਨਾਂ ਨੂੰ ਪਾਵਰ ਮਿਲੀ ਹੁੰਦੀ ਹੈ ਵੀ ਇਹਨਾਂ ਨੇ ਸਟਾਂਪ ਵੇਚਣੇ ਹੁੰਦੇ ਆ ਖਜ਼ਾਨੇ ਦੇ ਵਿੱਚ, ਚਾਹੇ ਉਹ ਜ਼ਿਲ੍ਹਾ ਖਜ਼ਾਨਾ ਦਫ਼ਤਰ ਹੋਵੇ, ਚਾਹੇ ਉਹ ਤਹਿਸੀਲ ਦਾ ਦਫ਼ਤਰ ਹੋਵੇ। ਠੀਕ ਹੈ, ਉੱਥੋਂ ਜਿਹੜੇ ਸਟਾਂਪ ਵੇਚਦੇ ਨੇ ਖਜ਼ਾਨਚੀ ਟ੍ਰੀਅਰ, ਉਹਨਾਂ ਨੂੰ ਅਸੀਂ ਐਕਸ ਆਫੀਸ਼ੀਓ ਵੈਂਡਰ ਕਹਿ ਦਿੰਦੇ ਹਾਂ। ਫਿਰ ਆਉਂਦਾ 7 ਸਬ ਰੂਲ 7 ਦੇ ਵਿੱਚ ਲਾਇਸੈਂਸਡ ਵੈਂਡਰ। ਲਾਇਸੈਂਸਡ ਵੈਂਡਰ ਕੌਣ ਹੁੰਦਾ? ਜਿਹਨੂੰ ਕਲੈਕਟਰ ਵੱਲੋਂ ਲਾਇਸੈਂਸ ਦਿੱਤਾ ਜਾਂਦਾ ਹੈ। ਮੀਨਸ ਐਂਡ ਇਨਕਲੂਡਸ ਐਵਰੀ ਪਰਸਨ ਹੂ ਫॉर द टाइम बीइंग ਹੋਲਡਸ ਅ ਲਾਇਸੈਂਸ ਗ੍ਰਾਂਟਡ ਅੰਡਰ ਥੀਸ ਰੂਲਸ। ਇਹ ਜਿਹੜੇ ਰੂਲਸ ਹੈਗੇ ਨੇ, ਇਹਨਾਂ ਰੂਲਾਂ ਦੇ ਤਹਿਤ ਸਟਾਂਪ ਵੇਚਣ ਦੀਆਂ ਜਿਹਨੂੰ ਮਤਲਬ ਕਿ ਪਾਵਰਾਂ ਦਿੱਤੀਆਂ ਜਾਂਦੀਆਂ ਨੇ, ਕਲੈਕਟਰ ਵੱਲੋਂ ਲਾਇਸੈਂਸ ਦਿੱਤਾ ਜਾਂਦਾ ਹੈ, ਉਸ ਨੂੰ ਲਾਇਸੈਂਸਡ ਵੈਂਡਰ ਕਿਹਾ ਜਾਂਦਾ ਹੈ। ਦਾ ਟਰਮ ਵੈਂਡਰ ਇਨਕਲੂਡਸ, ਇਹ ਵੈਂਡਰ ਦੇ ਵਿੱਚ ਕੀ ਹੈ? ਐਕਸ ਆਫੀਸ਼ੀਓ ਵੈਂਡਰ ਵੀ ਆ ਗਿਆ, ਲਾਇਸੈਂਸਡ ਵੈਂਡਰ ਵੀ ਆ ਗਿਆ, ਜਾਂ ਫਿਰ ਸਪੈਸ਼ਲੀ ਪਾਵਰਸ ਦਿੱਤੀਆਂ ਜਾਂਦੀਆਂ ਨੇ ਕਿਸੇ ਨੂੰ ਸਟਾਂਪ ਵੇਚਣ ਦੀ ਖਾਤਰ ਕਲੈਕਟਰ ਵੱਲੋਂ। ਠੀਕ ਹੈ, ਉਹ ਹੀ ਮੇ ਬੀ ਗਵਰਨਮੈਂਟ ਇੰਪਲਾਈ ਜਾਂ ਐਨੀ ਪਰਸਨ ਜਿਹਨੂੰ ਸਪੈਸ਼ਲ ਤੌਰ 'ਤੇ ਪਾਵਰ ਦਿੱਤੀਆਂ ਜਾਂਦੀਆਂ ਨੇ। ਸਾਰੇ ਹੀ ਵੈਂਡਰ ਹੁੰਦੇ ਆ, ਮੇ ਬੀ ਉਹ ਐਕਸ ਆਫੀਸ਼ੀਓ ਵੈਂਡਰ ਹੋਵੇ, ਮੇ ਬੀ ਉਹ ਲਾਇਸੈਂਸ ਵੈਂਡਰ ਹੋਵੇ, ਜਾਂ ਫਿਰ ਸਪੈਸ਼ਲੀ ਲਾਇਸੈਂਸ ਵੈਂਡਰ ਹੋਵੇ। ਹੁਣ ਦੇਖੋ, ਦਾ ਟਰਮ ਸਪੈਸ਼ਲ ਲਾਇਸੈਂਸੀ ਕੌਣ ਹੁੰਦਾ ਹੈ? ਮੀਨਸ ਲਾਇਸੈਂਸ ਗ੍ਰਾਂਟਡ ਅੰਡਰ these rules to a government servant, ਕਿਸੇ ਗਵਰਨਮੈਂਟ ਸਰਵੈਂਟ ਨੂੰ, ਟੂ ਸੈਲ ਦ ਨਾਨ ਜੁਡੀਸ਼ੀਅਲ ਸਟੈਂਪਸ, ਸਟਾਂਪ ਵੇਚਣ ਦੀ ਖਾਤਰ ਕਿਸੇ ਗਵਰਨਮੈਂਟ ਸਟੈਂਪ ਨੂੰ ਵੀ, ਜਿਹੜਾ ਗਵਰਨਮੈਂਟ ਸਰਵੈਂਟ ਨੂੰ ਵੀ ਜਿਹੜੀ ਹੈਗੀ ਹੈ, ਇਹ ਪਾਵਰ ਦਿੱਤੀ ਜਾ ਸਕਦੀ ਹੈ ਕਲੈਕਟਰ ਵੱਲੋਂ। ਨੈਕਸਟ ਆ ਗਿਆ ਅਗਲਾ ਹੈਡ ਕੀ ਹੈਗਾ? ਸਪਲਾਈ ਆਫ ਸਟੈਂਪਸ ਐਂਡ ਕੀਪਿੰਗ ਆਫ ਦ ਅਕਾਊਂਟਸ। ਜਿਹੜੇ ਸਟੈਂਪ ਨੇ, ਸਟਾਂਪ ਨੇ, ਠੀਕ ਹੈ, ਇਹਦੀ ਸਪਲਾਈ ਕਿਵੇਂ ਹੁੰਦੀ ਹੈ ਤੇ ਕਿਵੇਂ ਇਹਨਾਂ ਨੂੰ, ਇਹਦਾ ਜਿਹੜਾ ਅਕਾਊਂਟ ਆ ਉਹ ਕਿਵੇਂ ਮੇਨਟੇਨ ਰੱਖਿਆ ਜਾਂਦਾ ਹੈਗਾ। ਸਬ ਰੂਲ 2 ਦੇ ਵਿੱਚ ਕੀ ਕਿਹਾ ਗਿਆ? ਸਪਲਾਈ ਆਫ ਸਟੈਂਪਸ ਫਰੋਮ ਦ ਸੈਂਟਰਲ ਸਟੈਂਪ ਸਟੋਰ ਨਾਸਿਕ ਟੂ ਦ ਟ੍ਰੈਜਰੀਜ਼। ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸਟਾਕ ਹੈਗਾ, ਜਿੱਥੇ ਇਹ ਜਿਹੜੇ ਸਟੈਂਪ ਨੇ ਤਿਆਰ ਹੁੰਦੇ ਨੇ, ਬਣਦੇ ਨੇ, ਠੀਕ ਹੈ, ਉਹ ਹੈਗਾ ਨਾਸਿਕ ਦੇ ਵਿੱਚ। ਨਾਸਿਕ ਦੇ ਜਿਹੜੇ ਮੇਨ ਸਟੋਰ ਤੋਂ ਇਹਦੀ ਸਪਲਾਈ ਕੀਤੀ ਜਾਂਦੀ ਹੈ, ਡਿਸਟ੍ਰਿਕਟ ਹੈੱਡਕੁਆਟਰ ਨੂੰ ਦਿੱਤੀ ਜਾਂਦੀ ਹੈ। ਡਿਸਟ੍ਰਿਕਟ ਹੈੱਡਕੁਆਟਰ ਜਿਹੜਾ ਹੈਗਾ, ਸਪਲਾਈ ਲੈਣ ਤੋਂ ਬਾਅਦ ਫਿਰ ਅੱਗੇ ਜਿਹੜੇ ਸਬ ਤਹਿਸੀਲਾਂ ਦੇ ਵਿੱਚ ਜਿਹੜੇ ਆਪਣੇ ਜਿਹਨੂੰ ਅਸੀਂ ਲੋਕਲ ਸਬ ਡਿਪੂ ਕਹਿ ਦਿੰਦੇ ਆ, ਉੱਥੇ ਜਿਹੜੀ ਹੈਗੀ ਸਪਲਾਈ ਦਿੰਦੇ ਹੈਗੇ ਆ। ਗਵਰਨਮੈਂਟ ਆਫ ਇੰਡੀਆ ਰੂਲਸ ਦ ਕੰਟਰੋਲ ਆਫ ਦ ਸਟੈਂਪਸ ਸੈਂਟਰਲ ਸਟੈਂਪ ਸਟੋਰ ਕਹਿੰਦੇ ਆ ਇਸ ਨੂੰ, ਜਿਹੜਾ ਨਾਸਿਕ ਦੇ ਵਿੱਚ ਹੈਗਾ। ਕਈ ਵਾਰੀ ਸਾਡੇ ਰੈਵਨਿਊ ਆਫੀਸਰ ਦੀ, ਤਹਿਸੀਲਦਾਰਾਂ ਦੀ, ਨੈਬਸੀਲਾਂ ਦੀ ਡਿਊਟੀ ਲੱਗਦੀ ਹੁੰਦੀ ਹੈ ਨਾਸਿਕ ਜਾਣ ਦੇ, ਉੱਥੋਂ ਕਾਊਂਟਿੰਗ ਕਰਵਾ ਕੇ ਆਪਣੇ ਡਿਸਟ੍ਰਿਕਟ ਦੇ ਲਈ, ਪੂਰੇ ਜ਼ਿਲ੍ਹੇ ਦੇ ਖਾਤਰ ਜਾਂ ਪੂਰੇ ਪੰਜਾਬ ਦੇ ਖਾਤਰ ਵੀ ਕਈ ਵਾਰੀ ਚਲੀ ਜਾਂਦੀ ਹੈ, ਡਿਊਟੀ ਹੋ ਜਾਂਦੀ ਹੈ। ਕਿਹੜੇ ਡਿਸਟ੍ਰਿਕਟ ਨੂੰ ਕਿੰਨੇ ਜਿਹੜੇ ਸਟੈਂਪ ਨੇ, ਕਿੰਨੀ ਅਮਾਊਂਟ ਦੇ ਸਪਲਾਈ ਹੋਣੇ ਨੇ, ਉੱਥੋਂ ਟਰੱਕਾਂ 'ਚ ਲਦਵਾ ਕੇ ਕਈ ਹਫ਼ਤਾ ਸਾਰਾ ਲੱਗ ਜਾਂਦਾ ਹੁੰਦਾ। ਰੈਵਨਿਊ ਆਫੀਸਰ ਸਾਡੇ ਜਾਂਦੇ ਨੇ, ਉੱਥੋਂ ਕਾਊਂਟਿੰਗ ਕਰਵਾ ਕੇ ਫਿਰ ਉਹ ਸਟੈਂਪ ਲੈ ਕੇ ਆਉਂਦੇ ਨੇ ਸਟੇਟ ਲੈਵਲ 'ਤੇ, ਕਿਸ ਡਿਸਟ੍ਰਿਕਟ ਦੇ ਮਤਲਬ ਕਿ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਸਾਰੀ ਡਿਟੇਲ ਵੀ ਕਿੰਨੇ ਸਟੈਂਪ ਤੁਸੀਂ ਲੈ ਕੇ ਆਉਣੇ ਹੈਗੇ ਆ। Government of India rules the controller central stamp store NASC is responsible for supplying the stamps that are required by the local government। ਕਿਸੇ ਵੀ ਸਟੇਟ ਗਵਰਨਮੈਂਟ ਨੂੰ ਜਿੰਨੇ ਵੀ ਸਟੈਂਪ ਚਾਹੀਦੇ ਹੈਗੇ ਆ, ਉਹ ਸਪਲਾਈ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ, ਰਿਸਪੌਂਸਿਬਿਲਿਟੀ ਹੈਗੀ ਹੈ, ਠੀਕ ਹੈ, ਉਹ ਸੈਂਟਰਲ ਸਟੋਰ ਨਾਸਿਕ ਦੀ ਹੈਗੀ ਹੈ। ਦਾ ਕੰਟਰੋਲਰ ਆਫ ਦ ਸਟੈਂਪ ਸਪਲਾਈ ਸਟੈਂਪਸ ਔਨ ਦਾ ਅਡੈਂਟ ਆਫ ਦ ਟ੍ਰੈਜਰੀ ਆਫੀਸਰਸ। ਜਿਹੜਾ ਵੀ ਅਡੈਂਟ ਭੇਜਿਆ ਜਾਂਦਾ ਹੈਗਾ ਕਮਿਸ਼ਨਰ ਦੇ ਥਰੂ, FCR ਦੇ ਥਰੂ ਜਿਹੜਾ ਹੈਗਾ ਅਡੈਂਟ ਭੇਜਿਆ ਜਾਂਦਾ ਹੈ ਡਿਸਟ੍ਰਿਕਟ ਹੈੱਡਕੁਆਟਰਾਂ ਤੋਂ, ਠੀਕ ਹੈ। ਨਾਸਿਕ ਜਿਹੜਾ ਉਹ ਅਡੈਂਟ ਹੈ FCR ਥਰੂ ਹੋ ਕੇ ਨਾਸਿਕ ਜਾਂਦਾ, ਉੱਥੋਂ ਉਹਦੇ ਆਪਣੇ ਅਡੈਂਟ ਦੇ ਅਕੋਰਡਿੰਗ ਉਸ ਡਿਸਟ੍ਰਿਕਟ ਨੂੰ ਸਪਲਾਈ ਦਿੱਤੀ ਜਾਂਦੀ ਹੈ। ਰੂਲ 3 ਦੇ ਵਿੱਚ ਕੀ ਕਹੇਗਾ? ਸਪਲਾਈ ਆਫ ਦ ਸਟੈਂਪਸ ਫਰੋਮ ਦ ਟ੍ਰੈਜਰੀਜ਼ ਟੂ ਦ ਸਬ ਟ੍ਰੈਜਰੀਜ਼। ਡਿਸਟ੍ਰਿਕਟ ਹੈੱਡਕੁਆਟਰ ਤੇ ਨਾਸਿਕ ਤੋਂ ਸਪਲਾਈ ਆਉਂਦੀ ਹੈ, ਉਹਦੇ ਅਕੋਰਡਿੰਗ ਫਿਰ ਕੀ ਹੈਗਾ, ਜੋ ਅਡੈਂਟ ਉਸਨੂੰ ਸਬ ਟ੍ਰੈਜਰੀ ਤੋਂ ਮਿਲਦਾ ਹੈ, ਸਬ ਟ੍ਰੈਜਰੀ ਤੋਂ ਜੋ ਟ੍ਰੇਜਰ ਹੈਗਾ, ਜਿੰਨੀ ਵੀ ਸਟੈਂਪਸ ਨੂੰ ਚਾਹੀਦੇ ਹੁੰਦੇ ਉਹ ਆਪਣੀ ਡਿਟੇਲ ਬਣਾ ਕੇ ਭੇਜਦੇ ਹੈਗੇ, ਅਡੈਂਟ ਬਣਾ ਕੇ ਭੇਜਦੇ ਹੈਗੇ। ਤਾਂ ਫਿਰ ਡਿਸਟ੍ਰਿਕਟ ਹੈੱਡਕੁਆਟਰ ਵਾਲੇ ਜਿਹੜੇ ਹੈਗੇ ਨੇ, ਉਹ ਉਹਦੇ ਰਿਕੁਆਇਰਮੈਂਟ ਦੇ ਮੁਤਾਬਕ ਜਿਹੜੇ ਸਟੈਂਪਸ ਨੇ ਉਹ ਸਬ ਟ੍ਰੈਜਰੀ ਨੂੰ ਤਹਿਸੀਲਾਂ ਦੇ ਵਿੱਚ, ਸਬ ਤਹਿਸੀਲਾਂ ਦੇ ਵਿੱਚ ਭੇਜ ਦਿੰਦੇ ਨੇ। ਐਵਰੀ ਡਿਸਟ੍ਰਿਕਟ ਟ੍ਰੈਜਰੀ
in Punjab has been constituted a local depot, and every sub-treasury has been constituted a branch depot for the custody and sale of the stamps and all the description. It shall be the duty of the treasury officer under the control of the description. It shall be the duty of the treasury officer under the control of the deputy commissioner. He shall avoid overstocking. ਇਹ ਵੀ ਨਾਲ ਦੇਖਿਆ ਜਾਂਦਾ ਵੀ ਕਿਤੇ ਓਵਰਸਟਾਕ ਨਾ ਹੋ ਜਾਵੇ, ਕਿਤੇ ਹੋਰ ਟ੍ਰੇਜਰੀ ਦੇ ਵਿੱਚ ਸਟੈਂਪ ਦੀ ਕਮੀ ਪੈ ਜਾਏ ਤੇ ਕਿਸੇ ਜਾ ਕੇ ਸਟਾਕ ਓਵਰ ਹੋ ਜਾਵੇ। ਉਹਨਾਂ ਦੀ ਕੰਜ਼ੰਪਸ਼ਨ ਦੇ ਅਕੋਰਡਿੰਗ ਜਿਹੜਾ ਹੈਗਾ ਜਿਵੇਂ ਉਹ ਅਡੈਂਟ ਭੇਜਦੇ ਨੇ ਤੇ ਨਾਲ ਹੀ ਚੈੱਕ ਕਰਕੇ ਵੀ ਇਹ ਜਿਹੜਾ ਅਡੈਂਟ ਹੈਗਾ ਠੀਕ ਹੈਗਾ, ਉਹਦੇ ਅਕੋਰਡਿੰਗ ਜਿਹੜੀ ਸਪਲਾਈ ਹੈ ਦਿੱਤੀ ਜਾਂਦੀ ਹੈ ਡਿਸਟ੍ਰਿਕਟ ਹੈਡਕੁਆਟਰ ਤੋਂ ਤਹਿਸੀਲਾਂ ਦੇ ਵਿੱਚ। ਰੂਲ 4 ਕੀ ਕਿਹਾ ਗਿਆ? ਪ੍ਰੈਪਰੇਸ਼ਨ ਐਂਡ ਸਬਮਿਸ਼ਨ ਆਫ ਦਾ ਅਡੈਂਟਸ ਫਾਰ ਦਾ ਸਟੈਂਪਸ। ਸਟੈਂਪ ਅਡੈਂਟ ਬਣਾਇਆ ਜਾਂਦਾ ਹੈ, ਸੈਪਰੇਟ ਰੂਲਸ ਹੈਵ ਬੀਨ ਫਰੇਮਡ, ਵੱਖਰੇ ਰੂਲਸ ਬਣਾਏ ਗਏ ਹੈਗੇ ਆ ਇਹਦੇ ਸੰਬੰਧ ਵਿੱਚ। ਫਾਰ ਦਾ ਪ੍ਰੈਪਰੇਸ਼ਨ ਐਂਡ ਸਬਮਿਸ਼ਨ ਆਫ ਦਾ ਆਰਡੀਨਰੀ ਐਂਡ ਐਮਰਜੈਂਸੀ ਅਡੈਂਟਸ। ਆਰਡੀਨਰੀ ਅਡੈਂਟ ਵੀ ਬਣਦਾ, ਐਮਰਜੈਂਸੀ ਵੀ ਬਣਦਾ ਜਾਂਦਾ ਹੈਗਾ। ਆਫਿਸਰ ਇੰਚਾਰਜ ਟ੍ਰੇਜਰੀ ਔਰ ਸਬ ਟ੍ਰੇਜਰੀ ਆਫਿਸਰ ਜਿਹੜੇ ਹੈਗੇ ਉਹ ਬਣਾਉਂਦੇ ਆ ਲੋਕਲ ਐਂਡ ਬ੍ਰਾਂਚ ਡਿਪੂ ਦੇ। ਲੋਕਲ ਡਿਪੂ ਕਿਹਾ ਜਾਂਦਾ ਹੈ ਡਿਸਟ੍ਰਿਕਟ ਹੈਡਕੁਆਟਰ ਨੂੰ, ਬ੍ਰਾਂਚ ਡਿਪੂ ਕਿਹਾ ਜਾਂਦਾ ਹੈ ਤਹਿਸੀਲਾਂ ਸਬ ਤਹਿਸੀਲਾਂ ਦੇ ਵਿੱਚ। ਨੈਕਸਟ ਹੈਗਾ ਰੂਲ 5, ਰਿਜ਼ਰਵ ਸਟਾਕ ਟੂ ਬੀ ਮੇਨਟੇਨਡ ਐਟ ਦਾ ਟ੍ਰੇਜਰੀ ਐਂਡ ਸਬ ਟ੍ਰੇਜਰੀ। ਕੁਛ ਰਿਜ਼ਰਵ ਸਟਾਕ ਰੱਖਿਆ ਜਾਂਦਾ ਹੈਗਾ। ਗਵਰਨਮੈਂਟ ਆਫ ਇੰਡੀਆ ਰੂਲਸ requires that reserve stock shall be maintained in the local and the branch depot. local and the branch depot ਕਿਵੇਂ ਕਿਵੇਂ ਰੱਖਿਆ ਜਾਂਦਾ ਹੈ? ਲੋਕਲ ਡਿਪੂ ਕਿੰਨਾ ਰੱਖੇਗਾ? ਲੋਕਲ ਡਿਪੂ ਮਤਲਬ ਡਿਸਟ੍ਰਿਕਟ ਹੈਡਕੁਆਟਰ। ਡਿਸਟ੍ਰਿਕਟ ਹੈਡਕੁਆਟਰ ਦੇ ਉੱਪਰ ਕਿੰਨਾ ਜਿਹੜਾ ਸਟਾਫ ਜਿਹੜਾ ਹੈਗਾ ਸਟੈਂਪ ਰਿਜ਼ਰਵ ਰੱਖੇ ਜਾਂਦੇ ਨੇ। ਕੰਜ਼ੰਪਸ਼ਨ ਜਿੰਨੀ ਉਹਨਾਂ ਦੀ ਹੁੰਦੀ ਹੈ 3 ਮਹੀਨਿਆਂ ਦੀ, 3 ਮਹੀਨਿਆਂ ਦੀ ਕੰਜ਼ੰਪਸ਼ਨ ਟ੍ਰੇਜਰੀ ਐਂਡ ਸਬ ਟ੍ਰੇਜਰੀ ਮਿਲਾ ਕੇ, ਠੀਕ ਹੈ, ਉਹ ਲੋਕਲ ਡਿਪੂ ਜਿਹੜਾ ਹੈਗਾ ਉਹਨਾਂ ਤੱਕ ਉਸਨੂੰ ਰੱਖਣਾ ਪੈਂਦਾ ਹੈ, ਰਿਜ਼ਰਵ ਰੱਖਣਾ ਪੈਂਦਾ ਸਟਾਕ। ਤੇ ਜਿਹੜਾ ਬ੍ਰਾਂਚ ਡਿਪੂ ਹੁੰਦਾ ਹੈ, ਬ੍ਰਾਂਚ ਡਿਪੂ ਦੇ ਕੋਲ ਜਿਹੜਾ ਸਟਾਕ ਹੈਗਾ ਉਹ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦਾ, 2 ਮਹੀਨੇ ਤੱਕ ਦਾ ਜਿਹਨਾਂ ਦੀ ਕੰਜ਼ੰਪਸ਼ਨ ਹੁੰਦੀ ਹੈ ਸਟੈਂਪ ਦੀ ਪਿਛਲੇ ਸਮੇਂ ਦੇ ਵਿੱਚ, ਠੀਕ ਹੈ, ਉਹਦੇ ਅਕੋਰਡਿੰਗ 1 ਮਹੀਨੇ ਤੋਂ ਲੈ ਕੇ 1 ਮਹੀਨੇ ਤੋਂ ਘੱਟੋ ਘੱਟ 1 ਮਹੀਨਾ ਜਾਂ 2 ਮਹੀਨੇ ਤੋਂ ਵੱਧ ਦਾ ਸਟਾਕ ਜਿਹੜਾ ਹੈਗਾ, 2 ਮਹੀਨੇ ਤੋਂ ਘੱਟ ਦਾ ਸਟਾਕ ਜਿਹੜਾ ਹੈਗਾ ਉਹਨਾਂ ਨੂੰ ਰੱਖਣਾ ਹੁੰਦਾ ਹੈਗਾ ਅੰਡਰ ਦਾ ਰੂਲਸ। ਫਿਰ ਹੈਗਾ ਰੂਲ 6, receipt and examination of the stamps at the treasuries and sub treasuries। ਜਦੋਂ ਸਟੈਂਪਸ ਅਸੀਂ ਨਾਸਿਕ ਤੋਂ ਆਉਂਦੇ ਆ, ਜਦੋਂ ਸਾਡੇ ਪਾਸ ਉਹਨੂੰ ਰਿਸੀਟ ਕਰਨਾ ਹੈਗਾ ਤੇ ਫਿਰ ਉਹਨੂੰ ਚੈੱਕ ਵੀ ਕਰਨਾ ਹੁੰਦਾ ਸਾਰਿਆਂ ਨੂੰ। ਬੰਡਲ ਬਣੇ ਹੋਏ ਹੁੰਦੇ ਨੇ, ਬੰਡਲਾਂ ਦੇ ਅਕੋਰਡਿੰਗ ਕਿਸ ਕੈਟਾਗਰੀ ਦੇ 1000 ਰੁਪਏ ਦੇ, 500 ਰੁਪਏ ਦੇ, 200 ਰੁਪਏ ਦੇ, 100 ਰੁਪਏ ਦੇ ਕਿੰਨੇ ਬੰਡਲ ਹੈਗੇ ਨੇ, ਠੀਕ ਹੈ। ਉਹਦੇ ਅਕੋਰਡਿੰਗ ਜਦੋਂ ਡਿਸਟ੍ਰਿਕਟ ਹੈਡਕੁਆਟਰ ਤੇ ਆਉਂਦਾ ਤਾਂ ਡਿਸਟ੍ਰਿਕਟ ਟ੍ਰੇਜਰੀ ਵਾਲੇ ਚੈੱਕ ਕਰਦੇ ਨੇ ਸਟਾਫ ਸਾਰਾ, ਤੇ ਇਸੇ ਤਰ੍ਹਾਂ ਹੀ ਜਦੋਂ ਡਿਸਟ੍ਰਿਕਟ ਟ੍ਰੇਜਰੀ ਤੋਂ ਸਬ ਟ੍ਰੇਜਰੀ 'ਚ ਜਾਂਦਾ ਹੈਗਾ ਤਾਂ ਉੱਥੇ ਚੈੱਕ ਕੀਤਾ ਜਾਂਦਾ ਤੇ ਰਜਿਸਟਰ ਮੇਨਟੇਨ ਕੀਤਾ ਜਾਂਦਾ। ਦ ਰਸੀਟ ਐਂਡ ਦ ਐਗਜ਼ਾਮੀਨੇਸ਼ਨ ਆਫ ਦ ਸਟੈਂਪਸ on arrival at the treasury and sub treasury shall be conducted in the manner laid down in rule 11 or 9 of the rules of the dispatch and receipt rules ਬਣੇ ਹੋਏ ਨੇ ਸੈਪਰੇਟ ਤੌਰ ਤੇ। dispatch and receipt ਜਿਹੜੇ ਰੂਲ ਬਣੇ ਹੋਏ ਨੇ ਉਹਦੇ ਮੁਤਾਬਕ ਜਿਹੜਾ ਹੈਗਾ when steps are returned by the sub treasury, ਜਦੋਂ ਸਬ ਟ੍ਰੇਜਰੀ ਤੋਂ ਕੋਈ ਸਟੈਂਪ ਵਾਪਸ ਕੀਤੇ ਜਾਂਦੇ ਨੇ they should be received back into the double lock, ਉਹ ਜਾ ਕੇ ਖਜ਼ਾਨੇ ਵਿੱਚ ਰੱਖ ਦਿੱਤਾ ਜਾਂਦਾ ਡਬਲ ਲੌਕ ਦੇ ਵਿੱਚ। ਰੂਲ 7 'ਚ ਕੀ ਕਿਹਾ ਗਿਆ? all the stocks of the stamps received to be deposited under double lock in the strong room of the treasury or sub treasury। ਜਦੋਂ ਸਟਾਕ ਰਸੀਦ ਤੁਹਾਡੇ ਕੋਲ ਹੁੰਦਾ ਹੈ ਖਜ਼ਾਨੇ ਦੇ ਵਿੱਚ, ਠੀਕ ਹੈ, ਸਟਰੋਂਗ ਰੂਮ ਦੇ ਵਿੱਚ, ਟ੍ਰੇਜਰੀ ਔਰ ਸਬ ਟ੍ਰੇਜਰੀ ਦੇ ਵਿੱਚ, ਤਾਂ ਇਹ ਜਿਹੜਾ ਜਿੰਨਾ ਵੀ ਸਟਾਕ ਹੁੰਦਾ ਹੈ ਇਹ ਡਬਲ ਲੌਕ 'ਚ ਰੱਖਿਆ ਜਾਂਦਾ ਹੈ। ਜਦੋਂ ਫਿਰ ਰਿਸੀਵ ਹੁੰਦਾ ਹੈਗਾ ਉਸ ਤੋਂ ਬਾਅਦ ਫਿਰ ਅੱਗੇ ਰਜਿਸਟਰ ਲੱਗਿਆ ਹੋਇਆ ਹੁੰਦਾ ਇਹਦੇ ਵਿੱਚ, ਉਹ ਰਜਿਸਟਰ ਦੇ ਵਿੱਚ ਹੀ ਸਾਰੀ ਐਂਟਰੀ ਪਾਈ ਜਾਂਦੀ ਹੈ। ਐਂਟਰੀ ਪਾ ਕੇ ਸਾਰਾ ਫਿਰ ਉਸ ਤੋਂ ਬਾਅਦ ਜਦੋਂ ਸੇਲ ਹੁੰਦੀ ਹੈ ਫਿਰ ਉਹ ਰਜਿਸਟਰ 'ਚ ਐਂਟਰੀ ਪਾ ਕੇ ਹੀ ਬਾਹਰ ਕੱਢਿਆ ਜਾਂਦਾ ਸੇਲ ਪਰਪਸ ਦੇ ਲਈ। ਦੇ ਸ਼ੈਲ ਬੀ ਪਲੇਸਡ ਇਨ ਪ੍ਰੋਪਰ receptacles in the store, double lock in the presence of the officer in charge, arranged in the parcels and packets containing known quantities। ਪਾਰਸਲਾਂ ਦੇ ਵਿੱਚ ਰੱਖਿਆ ਜਾਂਦਾ ਹੈ, ਕੰਟੇਨਰ containing the known quantity, ਕਿੰਨੀ ਕਿੰਨੀ ਗਿਣਤੀ ਹੈਗੀ ਹੈ, ਕਿਸ ਕਿਸ ਅਮਾਊਂਟ ਦੇ ਹੈਗੇ ਨੇ, amount and value of the each denominations being entered at the same time in a register maintained to show the receipts and issues। ਰਸੀਟ ਐਂਡ ਇਸ਼ੂ ਇੱਕ ਰਜਿਸਟਰ ਲੱਗਿਆ ਹੁੰਦਾ, ਜਿਵੇਂ ਡਿਸਪੈਚ ਰਸੀਟ ਐਂਡ ਡਿਸਪੈਚ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਰਜਿਸਟਰ ਲੱਗਿਆ ਹੋਇਆ ਹੁੰਦਾ ਡਬਲ ਲੌਕ ਦੇ ਲਈ।
ਉਹ ਰਜਿਸਟਰ ਦੇ ਵਿੱਚ ਜਦੋਂ ਵੀ ਅਸੀਂ ਰਿਸੀਵ ਕਰਦੇ ਹਾਂ ਉਹਦੇ 'ਚ ਸਾਰੀ ਕਾਊਂਟਿੰਗ ਕਿਸ ਅਮਾਊਂਟ ਦੇ ਕਿਸ ਵੈਲਿਊ ਦੇ ਕਿੰਨੇ ਸਟੈਂਪ ਅਸੀਂ ਰਿਸੀਵ ਕੀਤੇ ਨੇ ਕਿੰਨੇ ਬੰਡਲ ਕੀਤੇ ਹੈ ਇੱਕ ਬੰਡਲ 'ਚ ਕਿੰਨੇ ਹੈਗੇ ਤਾਂ ਟੋਟਲ ਗਿਣਤੀ ਕਿੰਨੀ ਹੈ। ਇਸ ਤਰ੍ਹਾਂ ਹਰ ਤਰ੍ਹਾਂ ਦੀ ਜਿਹੜੀ ਵੈਲਿਊਏਸ਼ਨ ਦੇ ਜਿਹੜੇ ਸਟੈਂਪ ਹੈਗੇ ਨੇ ਰਸੀਟ ਰਜਿਸਟਰ ਦੇ ਵਿੱਚ ਦਰਜ ਕਰਕੇ ਜਿਹੜਾ ਰਸੀਟ ਰਜਿਸਟਰ ਹੈ ਉਹ ਡਬਲ ਲੌਕ ਦੇ ਵਿੱਚ ਹੀ ਰੱਖਿਆ ਜਾਂਦਾ ਹੈਗਾ, ਜੇ ਉਹ ਟ੍ਰੇਜ਼ਰੀ ਹੋਵੇ ਜੇ ਉਹ ਸਬ ਟ੍ਰੇਜ਼ਰੀ ਹੋਵੇ। ਤੇ ਜੋ ਹੀ receipts and issues to show the receipts and issues and from the store under double lock, these entries shall be checked by the officer in charge at the time when the stamps are deposited and the correctness of the mathematical calculations, additions and balance। ਜਿਹੜਾ ਆਫੀਸਰ ਹੁੰਦਾ ਹੈ ਇੰਚਾਰਜ ਆਫੀਸਰ ਇੰਚਾਰਜ ਆਫ ਦਾ ਟ੍ਰੇਜ਼ਰੀ ਉਹ ਸਮੇਂ-ਸਮੇਂ ਤੇ ਇਸ ਨੂੰ ਚੈੱਕ ਕਰਦਾ ਹੈਗਾ, ਟੋਟਲ ਵੈਲਿਊ ਮਿਲਾ ਕੇ ਟੋਟਲ ਬੰਡਲ ਮੇ ਕਿੰਨੇ ਹੈਗੇ ਆ, ਟੋਟਲ ਬੰਡਲ ਕਿਸ ਕੈਟਾਗਰੀ ਦੇ ਕਿੰਨੇ ਬੰਡਲ ਹੈਗੇ ਤੇ ਕਿੰਨੀ ਉਹਦੀ ਅਮਾਊਂਟ ਬਣਾ ਕੇ ਵੈਲਿਊ ਕਿੰਨੀ ਬਣ ਜਾਂਦੀ ਹੈ, ਫਿਰ ਉਹਦੀ ਜਿਹੜੀ ਕਿੰਨੀਆਂ ਐਡੀਸ਼ਨਸ ਹੋਈਆਂ ਕਿੰਨੀਆਂ ਉਹਦੇ ਚੋਂ ਕੱਢੀਆਂ ਗਈਆਂ ਤੇ ਅਖੀਰ ਦੇ ਵਿੱਚ ਆ ਕੇ ਜਿਹੜੀ ਬੈਲੈਂਸ ਹੈਗੀ ਹੈ ਉਹ ਬੈਲੈਂਸ ਕਿੰਨੀ ਅਮਾਊਂਟ ਦੇ ਜਿਹੜੇ ਸਾਡੇ ਕੋਲ ਸਟੈਂਪ ਹੈਗੇ ਨੇ ਉਹ ਟਾਈਮ ਟੂ ਟਾਈਮ ਜਿਹੜਾ ਹੈਗਾ ਜਿਹੜਾ ਟ੍ਰੇਜ਼ਰੀ ਆਫੀਸਰ ਹੈਗਾ ਇੰਚਾਰਜ ਉਹਦੇ ਵੱਲ ਚੈੱਕ ਕੀਤਾ ਜਾਂਦਾ ਹੈ। The values compared with the quantities shall be verified and initialed by him at the time। The register shall then be placed with the stamp in the double lock। ਇਹ ਜਿਹੜਾ ਰਜਿਸਟਰ ਹੈਗਾ ਇਹ ਚੈੱਕ ਕਰਕੇ ਨਾਲ ਦੀ ਨਾਲ ਜਿਹੜਾ ਸਟਾਕ ਡਬਲ ਲੌਕ ਹੈਗਾ ਉੱਥੇ ਰੱਖਿਆ ਜਾਂਦਾ ਹੈ। ਮਤਲਬ ਕਿ ਕਹਿਣ ਦਾ ਭਾਵ ਇਹ ਹੈਗਾ ਵੀ ਡਬਲ ਲੌਕ ਦੇ ਵਿੱਚ ਕਿੰਨੀ ਅਮਾਊਂਟ ਦੇ ਟੋਟਲ ਸਟਾਂਪ ਪਏ ਹੈਗੇ ਆ ਉਹ ਤੁਹਾਡੇ ਇਸ ਰਜਿਸਟਰ ਦੇ ਨਾਲ ਮੈਚ ਕਰਨੇ ਚਾਹੀਦੇ ਨੇ। ਜੋ ਹੀ ਤੁਹਾਡੇ ਕੋਲ ਆਉਂਦੇ ਆ ਤੁਸੀਂ ਡੇਟ ਪਾ ਕੇ ਐਂਟਰੀ ਕਰਨੀ ਹੈ, ਐਡੀਸ਼ਨਸ ਕਰਨੀਆਂ ਨੇ। ਜਦੋਂ ਹੀ ਤੁਸੀਂ ਉਹਨਾਂ ਨੂੰ ਕਿਸੇ ਉਹ ਡਬਲ ਲੌਕ ਦੇ ਵਿੱਚੋਂ ਕੱਢਣੇ ਨੇ ਸਟੈਂਪ ਤਾਂ ਐਂਟਰੀ ਪਾ ਕੇ ਇਸ ਨੂੰ ਇਸ਼ੂ ਕਰਨਾ ਹੈਗਾ ਤੇ ਬੈਲੈਂਸ ਨਾਲ ਦੇ ਨਾਲ ਬੈਲੈਂਸ ਦਿਖਾਣਾ ਹੈ, ਟੋਟਲ ਅਮਾਊਂਟ ਦਿਖਾਈ ਜਾਂਦੀ ਹੈ ਕਿੰਨੀ ਅਮਾਊਂਟ ਦੇ ਤੁਹਾਡੇ ਪਾਸ ਇਸ ਵੇਲੇ ਸਟੈਂਪ ਲਾਸਟ ਦੇ ਵਿੱਚ ਦਿਖਾਇਆ ਜਾਂਦਾ ਕਿੰਨੀ ਅਮਾਊਂਟ ਦੇ ਟੋਟਲ ਸਟੈਂਪ ਤੁਹਾਡੇ ਪਾਸ ਪਏ ਹੈਗੇ ਆ। ਸਟੋਰ ਬੁੱਕ ਆਫ ਸਟੈਂਪਸ ਅੰਡਰ ਡਬਲ ਲੌਕ। ਸਟੋਰ ਬੁੱਕ ਸਟੋਰ ਦੇ ਨਾਲ ਹੀ ਜਿਹੜਾ ਰਜਿਸਟਰ ਹੈਗਾ ਉਹਦੇ ਨਾਲ ਇੱਕ ਬੁੱਕ ਹੋਰ ਲੱਗੀ ਹੁੰਦੀ ਹੈ। ਤਾਂ ਡਬਲ ਲੌਕ ਰਜਿਸਟਰ ਰੈਫਰ ਟੂ ਇਨ ਦਾ following rules shall be in a stereo it they shall be maintained in English in the bound books। ਇੱਕ ਨਾਲ ਹੋਰ ਰਜਿਸਟਰ ਤਿਆਰ ਕੀਤਾ ਜਾਂਦਾ ਹੈ, ਮਤਲਬ ਕਿ ਉਹਦੀ ਜਿਹੜੀ ਹੈਗੀ ਹੈ ਪੇਪਰਾਂ ਤੇ ਤਿਆਰ ਕੀਤਾ ਜਾਂਦਾ ਬਾਉਂਡ ਕੀਤਾ ਜਾਂਦਾ ਹੈ, ਬੁੱਕਸ ਬਣਾ ਲਈ ਜਾਂਦੇ। these are columns showing date and nature of the transactions। ਇਹਦੇ ਕਿਹੜੇ ਕਾਲਮ ਹੁੰਦੇ ਨੇ, ਡੇਟ ਹੁੰਦੀ ਹੈ, ਨੇਚਰ ਆਫ ਦਾ ਟ੍ਰਾਂਜੈਕਸ਼ਨਸ ਆ ਰਹੇ ਜਾਂ ਜਾ ਰਹੇ ਹੈ, ਵੈਲਿਊ ਸਟੈਂਪ ਟੋਟਲ ਅਮਾਊਂਟ ਟੋਟਲ ਨੰਬਰ ਆਫ ਦਾ ਸਟੈਂਪਸ ਟੋਟਲ ਵੈਲਿਊ ਐਂਡ ਫਾਈਨਲੀ। ਮਤਲਬ ਕਹਿਣ ਦਾ ਭਾਵ ਹੈ ਇੱਕ ਵੱਖਰਾ ਰਜਿਸਟਰ ਹੋਰ ਹੁੰਦਾ ਹੈਗਾ ਸਟੋਰ ਬੁੱਕ ਦੇ ਵਿੱਚ। ਇਹ ਜਿਹੜਾ ਮਤਲਬ ਉਹਦੀ ਬਿਲਕੁਲ ਕਾਪੀ ਨਹੀਂ ਕਰਨੀ ਹੁੰਦੀ ਸੀ ਸਟੀਰੀਓ ਟਾਈਪ, ਉਹਦੀ ਕਾਪੀ ਨਹੀਂ ਕਰਨੀ ਹੁੰਦੀ ਜਿਹੜਾ ਡਬਲ ਲੌਕ ਰਜਿਸਟਰ ਹੁੰਦਾ ਹੈ, ਪਰ ਇਹਦੀਆਂ ਜਿਹੜੀਆਂ ਫਿਗਰਸ ਹੁੰਦੀਆਂ ਨੇ ਕਾਲਮ ਵੱਖਰੇ ਹੁੰਦੇ ਨੇ ਪਰ ਉਹਦੇ ਨਾਲ ਮੈਚ ਕਰਦੇ ਹੋਣੇ ਚਾਹੀਦੇ ਨੇ। ਤੇ ਇਹਨੂੰ ਵੀ ਨਾਲ ਦੀ ਨਾਲ ਜਿਹੜਾ ਹੈਗਾ ਟੋਟਲ ਨੰਬਰ ਆਫ ਦਾ ਸਟੈਂਪਸ ਕਿੰਨੇ ਨੇ, ਟੋਟਲ ਵੈਲਿਊ ਦੀ ਕਿੰਨੀ ਬਣਦੀ ਆ ਫਾਈਨਲੀ, ਤੇ ਸਿਗਨੇਚਰ ਹੁੰਦੇ ਨਾਲ ਦੀ ਨਾਲ ਟ੍ਰੇਜ਼ਰੀ ਔਰ ਸਬ ਟ੍ਰੇਜ਼ਰੀ ਆਫੀਸਰ ਦੇ। ਬੈਲੈਂਸ ਸ਼ੈਲ ਬੀ ਸਟਕ ਆਫਟਰ ਈਚ ਐਂਟਰੀ ਐਟ ਦਾ ਟਾਈਮ ਰਿਸੀਟ ਔਰ ਇਸ਼ੂ ਐਂਡ ਅਟੈਸਟਡ ਬਾਈ ਦਾ ਇਨੀਸ਼ੀਅਲਸ ਆਫ ਦਾ ਆਫੀਸਰ ਇੰਚਾਰਜ। ਜਦੋਂ ਵੀ ਅਸੀਂ ਸਾਡੇ ਕੋਲ ਬੈਲੈਂਸ ਕਿੰਨਾ ਰਹਿ ਗਿਆ ਐਂਡ ਦੇ ਵਿੱਚ ਆ ਕੇ ਤਾਂ ਜਿਹੜਾ ਹੈਗਾ ਉੱਥੇ ਵੀ ਸਾਈਨ ਕੀਤੇ ਜਾਂਦੇ ਨੇ। ਟ੍ਰੇਜ਼ਰਸ ਕਾਊਂਟਰਪਾਰਟ of the store book of the stamps under double lock। ਸਰ ਕਿਤਾਬ ਕਿਹੜੀ ਹੈ ਜੀ? ਆਪਾਂ ਸਟੈਂਪ ਰੂਲਸ ਪੜ੍ਹ ਰਹੇ ਹਾਂ ਜੀ, ਸਟੈਂਪ ਰੂਲਸ 1934। ਸਟੈਂਪ ਰੂਲ ਹਾਂ ਸਟੈਂਪ ਰੂਲਸ 1934 ਇਹ ਕਿਹੜੀ ਬੁੱਕ ਕਿਤਾਬ ਤੋਂ ਸਰ? ਹੈ ਜੀ। ਇਹ ਕਿਹੜੀ ਕਿਤਾਬ ਤੋਂ ਸਰ? ਇਹ ਤਾਂ ਕਿਸੇ ਕੋਲ ਜੇ ਬੁੱਕ ਨਹੀਂ ਹੈਗੀ ਤਾਂ ਫਿਰ ਇਹ ਨੈਟ ਤੋਂ ਮਿਲ ਜਾਂਦੇ ਨੇ। ਬੁੱਕ ਇਹਦੀਆਂ ਬੁੱਕਸ ਇਹਦੀਆਂ ਸਾਡੇ ਕੋਲ ਇੰਡੀਅਨ ਸਟੈਂਪ ਐਕਟ ਹੈ ਉਹਦੇ ਵਿੱਚ ਹੈਗਾ ਸਰ 158 ਪੇਜ ਤੇ ਹੈ ਇੰਡੀਅਨ ਸਟੈਂਪ ਐਕਟ। ਐਕਟ ਦੇ ਵਿੱਚ ਹੀ ਰੂਲ ਲੱਗੇ ਹੋਏ ਹੋਣਗੇ। ਅੱਛਾ ਜੀ। ਹਾਂ ਐਕਟ ਦੇ ਵਿੱਚ ਹੀ ਰੂਲ ਲੱਗੇ ਹੋਏ ਹੋਣਗੇ। ਠੀਕ ਹੈ ਸਰ, ਠੀਕ ਹੈ ਜੀ। Treasurer's counterpart of store book of the stamps under double lock। एक काउंटरपार्ट एक ਵੱਖਰਾ ਹੋਰ ਕਾਊਂਟਰਪਾਰਟ ਹੋਣਾ ਚਾਹੀਦਾ ਹੈ ਉਸ ਰਜਿਸਟਰ ਦਾ of the double lock register in the forms number 91 to 102 ਜਾਂ 105 and shall be maintained by the with English numerals and kept in the double lock। but these register and double lock
ਰਜਿਸਟਰ ਇਨ ਇੰਗਲਿਸ਼ ਮਸਟ ਬੀ ਰਿਟਨ ਅਪ ਇੰਡੀਪੈਂਡੈਂਟਲੀ। ਇਹ ਜਿਹੜੇ ਦੋ ਰਜਿਸਟਰ ਹੈਗੇ ਨੇ ਇਹ ਅਲੱਗ-ਅਲੱਗ ਤੌਰ ਤੇ ਹੀ ਇਹ ਜਿਹੜੇ ਕਾਲਮਸ ਨੇ ਫਿਲ ਕੀਤੇ ਜਾਂਦੇ ਨੇ। ਮਤਲਬ ਇਹ ਨਹੀਂ ਗਾ ਵੀ ਇਹਦੀ ਇੱਕ ਦੀ ਚੱਕ ਕੇ ਕਾਪੀ ਕਰ ਦਿੱਤੀ ਅਸੀਂ। ਐਂਡ ਵਨ ਸ਼ੈਲ ਨਾਟ ਬੀ ਏ mere translation of the other. The entries in this counterpart record shall be signed by the treasurer and they shall, ਮਤਲਬ ਕਹਿਣ ਦਾ ਭਾਵ ਹੈ ਵੀ ਡਬਲ ਰਿਕਾਰਡ ਰੱਖਿਆ ਜਾਂਦਾ। ਜਿਵੇਂ ਆਪਾਂ ਕੋਈ ਕਾਪੀ ਕਰਦੇ ਆ ਨਾਲ ਕਾਊਂਟਰ ਫਾਈਲ ਹੁੰਦੀ ਹੈ ਤਾਂ ਕਿ ਕਿਤੇ ਗਲਤੀ ਹੋਣ ਦੀ ਸੰਭਾਵਨਾ ਨਾ ਰਹੇ, ਜਦੋਂ ਚੈੱਕ ਹੋ ਜਾਵੇ ਤਾਂ ਕਿਤੇ ਮਿਸਟੇਕ ਹੁੰਦੀ ਹੈ ਤਾਂ ਦੂਜੇ ਰਜਿਸਟਰ ਤੋਂ ਚੈੱਕ ਕਰ ਲਿਆ ਜਾਂਦਾ ਹੈਗਾ। ਇਸ ਕਰਕੇ ਇਹ ਡਬਲ ਜਿਹੜੀਆਂ ਹੈਗੀਆਂ ਐਂਟਰੀਜ਼ ਪੈਂਦੀਆਂ, ਦੋ ਰਜਿਸਟਰ ਰੱਖੇ ਜਾਂਦੇ, ਇੱਕ ਕਾਊਂਟਰ ਪਾਰਟ ਹੋ ਗਿਆ, ਇੱਕ ਮੇਨ ਸਟਾਕ ਰਜਿਸਟਰ ਹੋ ਗਿਆ। ਰੂਲ ਨੰਬਰ 9 ਚ ਕਿਹਾ ਸਟੋਰ ਬੁੱਕ ਇਨ ਡਬਲ ਲੌਕ ਐਟ ਬ੍ਰਾਂਚ ਡਿਪੂ। ਜਿਵੇਂ ਅਸੀਂ ਡਿਸਟ੍ਰਿਕਟ ਹੈੱਡਕੁਆਟਰ ਤੇ ਰੱਖਦੇ ਹਾਂ, ਇਸੇ ਤਰੀਕੇ ਜਿਹੜਾ ਬ੍ਰਾਂਚ ਡਿਪੂ ਹੈਗਾ ਉੱਥੇ ਵੀ ਜਿਹੜਾ ਹੈਗਾ ਮਤਲਬ ਕਿ ਰਜਿਸਟਰ ਰੱਖੇ ਜਾਂਦੇ ਨੇ, ਮੇਨਟੇਨ ਕੀਤੇ ਜਾਂਦੇ ਨੇ। ਹੋ ਰਹੀ ਹੈ ਜੀ ਬੁੱਕ ਦੇ ਸਾਹਮਣੇ ਪਤਾ ਨਹੀਂ ਲੱਗ ਰਿਹਾ ਹੈ ਜੀ ਇੰਡੀਅਨ ਸਟੈਂਪ ਐਕਟ ਕੱਢਿਆ ਸੀ ਉਹਦੇ ਵਿੱਚ ਪਤਾ ਲੱਗਦਾ ਹੈਗਾ, ਹਲੇ ਲੱਭਣ ਚ ਪ੍ਰੋਬਲਮ ਆ ਰਹੀ ਹੈ ਜੀ। ਚਲੋ ਤੁਸੀਂ ਏਦਾਂ ਕਰੋ, ਲੈਕਚਰ ਸੁਣ ਲਓ, ਠੀਕ ਹੈ। ਲੈਕਚਰ ਸੁਣਨ ਦੇ ਨਾਲ ਤੁਹਾਨੂੰ ਸਮਝ ਆਏਗਾ। ਫਿਰ ਜੇ ਤੁਹਾਡੇ ਕੋਲ ਬੁੱਕ ਵਗੈਰਾ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਜਿਹੜੇ ਬੁੱਕ ਹੈਗੀ ਹੈ ਜੀ ਇੰਡੀਅਨ ਸਟੈਂਪ ਐਕਟ ਵੀ ਹੈਗੀ ਹੈ, ਦੂਜੀ ਵੀ ਹੈਗੀ 34 ਵੀ ਹੈਗੀ ਹੈ, ਪਰ ਇਹਦੇ ਵਿੱਚ ਜਿਵੇਂ ਤੁਸੀਂ ਪੜ੍ਹਾ ਰਹੇ ਹੋ ਉਸ ਹਿਸਾਬ ਨਾਲ ਟੱਕਰ ਨਹੀਂ ਰਿਹਾ ਹੈਗਾ ਤੇ ਬੁੱਕ ਪ੍ਰੋਪਰ ਇੱਧਰ ਉੱਧਰ ਘੁੰਮ ਰਿਹਾ ਸੀ ਹੁਣ ਹਲੇ ਤਾਂ। ਅੱਛਾ, ਤੇ ਦੇਖੋ ਰੂਲ ਨੰਬਰ 9 ਰੂਲ 1934 ਦੇ ਰੂਲਸ ਦੇਖੋ, ਉਹਦੇ ਵਿੱਚ ਰੂਲ ਨੰਬਰ 9 ਦੇਖੋ। ਠੀਕ ਹੈ ਜੀ। ਰੂਲ ਨੰਬਰ 9 ਉਸੇ ਕਿਤਾਬ ਦੇ ਪੇਜ ਨੰਬਰ 161 ਤੇ ਮੈਡਮ ਰੂਲ ਨੰਬਰ 9 ਸਟੋਰ ਬੁੱਕ ਇਨ ਡਬਲ ਲੌਕ ਐਟ ਦਾ ਬ੍ਰਾਂਚ ਡਿਪੂ। ਜਿਵੇਂ ਡਿਸਟ੍ਰਿਕਟ ਹੈੱਡਕੁਆਟਰ ਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਵਿੱਚ ਰਜਿਸਟਰ ਮੇਨਟੇਨ ਕੀਤਾ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਬ੍ਰਾਂਚ ਡਿਪੂ ਜਿਹੜਾ ਤਹਿਸੀਲ ਖਜ਼ਾਨਾ ਦਫ਼ਤਰ ਹੁੰਦਾ ਹੈ, ਸਬ ਤਹਿਸੀਲ ਖਜ਼ਾਨਾ ਦਫ਼ਤਰ ਹੁੰਦਾ ਹੈ, ਉੱਥੇ ਵੀ ਜਿਹੜਾ ਡਬਲ ਲੌਕ ਰਜਿਸਟਰ ਜਦੋਂ ਰਸੀਟਸ ਅਸਤਾਮ ਰਸੀਟ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਅਸੀਂ ਡਬਲ ਲੌਕ ਦੇ ਵਿੱਚ ਰੱਖਦੇ ਹਾਂ। ਤੇ ਵੈਨ ਦੇਅਰ ਇਜ਼ ਏ ਸ਼ਾਹਨਵੀਸ ਐਟ ਦਾ ਤਹਿਸੀਲ, ਇਹ ਪੁਰਾਣੀ ਗੱਲ ਕੀਤੀ ਗਈ ਹੈ। ਹੁਣ ਦੇਖੋ ਸ਼ਾਹਨਵੀਸਾਂ ਕੋਲ ਇਹ ਕੰਮ ਨਹੀਂ ਹੈਗਾ। ਸ਼ਾਹਨਵੀਸ ਅਕਾਊਂਟੈਂਟ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਬੇਸਿਕ। ਤੇ ਐਟ ਦਾ ਤਹਿਸੀਲ ਦਾ ਸਟੋਰ ਬੁੱਕ ਸ਼ੈਲ ਬੀ ਮੇਨਟੇਨਡ ਬਾਈ ਹਿਮ। ਹੁਣ ਇਹ ਜਿਹੜੀ ਬੁੱਕ ਹੈਗੀ ਹੈ ਤਹਿਸੀਲ ਦੇ, ਜਿਹੜਾ ਤਹਿਸੀਲ ਦੇ ਵਿੱਚ ਖਜ਼ਾਨਾ ਆਫਿਸਰ ਹੁੰਦਾ, ਉੱਥੇ ਨਾਲ ਹੀ ਟ੍ਰੇਜ਼ਰੀ ਹੁੰਦਾ, ਖਜ਼ਾਨਚੀ ਹੁੰਦਾ, ਖਜ਼ਾਨਚੀ ਵੱਲੋਂ ਇਹ ਜਿਹੜਾ ਰਜਿਸਟਰ ਮੇਨਟੇਨ ਕੀਤਾ ਜਾਂਦਾ ਹੈ। ਦਾ ਸਟੋਰ ਬੁੱਕ ਸ਼ੈਲ ਬੀ ਰਿਟਨ ਔਨ ਲੂਜ਼ ਸ਼ੀਟਸ ਬਟ ਇਨ ਵੋਲਿਊਮਸ। ਲੂਜ਼ ਸ਼ੀਟਾਂ 'ਚ ਭਰ ਕੇ ਉਸ ਨੂੰ ਵੋਲਿਊਮ ਬਣਾ ਲਿਆ ਜਾਂਦਾ ਹੈਗਾ। ਸਪਲਾਈਡ ਫਰੋਮ ਦਾ ਡਿਸਟ੍ਰਿਕਟ ਹੈੱਡਕੁਆਟਰ ਵੱਲੋਂ ਸਪਲਾਈ ਕੀਤੇ ਜਾਂਦੇ ਪੇਜਸ, ਉਹਦੀ ਨੰਬਰਿੰਗ ਲਗਾਈ ਜਾਂਦੀ ਹੈ, ਨੰਬਰਿੰਗ ਲਗਾ ਕੇ ਫਿਰ ਉਸਦੇ ਸਰਟੀਫਿਕੇਟ ਦਿੱਤਾ ਜਾਂਦਾ ਵੀ ਇਹ ਜਿਹੜਾ ਰਜਿਸਟਰ ਹੈ ਹੁਣ ਇਹਦੇ ਵਿੱਚ ਇੰਨੇ ਤੋਂ ਲੈ ਕੇ ਇੰਨੇ ਤੱਕ ਪੇਜ ਹੈਗੇ ਆ। ਦੇ ਸ਼ੈਲ ਬੀ ਇਨ ਦਾ ਸੇਮ ਫਾਰਮ ਐਜ਼ ਦਾ ਕਾਊਂਟਰ ਪਾਰਟ ਰਜਿਸਟਰ ਮੇਨਟੇਨਡ। ਜਿਵੇਂ ਆਪਾਂ ਪੜ੍ਹਿਆ ਸੀ ਕਾਊਂਟਰ ਪਾਰਟ ਰਜਿਸਟਰ ਡਿਸਟ੍ਰਿਕਟ ਹੈੱਡਕੁਆਟਰ ਤੇ ਹੁੰਦਾ, ਸੇਮ ਹੀ ਇਹ ਇੱਦਾਂ ਤਹਿਸੀਲ ਹੈੱਡਕੁਆਟਰ ਤੇ ਰੱਖਿਆ ਜਾਂਦਾ ਹੈ। ਤੇ ਇਹਦੀ ਵੀ ਸਮੇਂ-ਸਮੇਂ ਤੇ ਜਿਹੜੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਚੈਕਿੰਗ ਕੀਤੀ ਜਾਂਦੀ ਹੈ ਤੇ ਇਨੀਸ਼ੀਅਲ ਕੀਤੀ ਜਾਂਦੀ ਹੈ। ਜਿਹੜਾ ਆਫਿਸਰ ਇੰਚਾਰਜ ਹੈ, ਜਿਹੜਾ ਤਹਿਸੀਲ ਲੈਵਲ ਤੇ ਜਿਹੜਾ ਆਫਿਸਰ ਇੰਚਾਰਜ ਹੁੰਦਾ, ਖਜ਼ਾਨਾ ਦਫ਼ਤਰ ਹੁੰਦਾ, ਖਜ਼ਾਨਾ ਆਫਿਸਰ ਹੁੰਦਾ, ਉਹਦੇ ਵੱਲੋਂ ਸਮੇਂ-ਸਮੇਂ ਤੇ ਇਹਦੀ ਜਿਹੜੀ ਹੈਗੀ ਚੈੱਕ ਕੀਤਾ ਜਾਂਦਾ ਤੇ ਇਹਦੀਆਂ ਜਿਹੜੀਆਂ ਐਂਟਰੀਜ਼ ਬਣਾਈਆਂ ਜਾਂਦੀਆਂ ਨੇ। ਤੇ ਲਾਸਟ ਦੇ ਵਿੱਚ ਐਂਡ ਦੇ ਵਿੱਚ ਆ ਕੇ ਜਿਹੜਾ ਬੈਲੈਂਸ ਹੈਗਾ ਬਿਫੋਰ ਸਾਈਨਿੰਗ ਐਨ ਐਂਟਰੀ ਆਫ ਦ ਇਸ਼ੂ ਐਂਡ ਸੇਲ ਆਫ ਦ ਆਫਿਸਰ ਇੰਚਾਰਜ ਸ਼ੁੱਡ ਸੈਟਿਸਫਾਈ ਹਿਮਸੈਲਫ that the stamps have been paid for and the money has been credited in the cash account of the branch treasury। ਮਤਲਬ ਲਾਸਟ ਦੇ ਵਿੱਚ ਟੋਟਲ ਅਮਾਊਂਟ ਕਿੰਨੀ ਹੈਗੀ ਹੈ, ਕਿੰਨੀ ਅਮਾਊਂਟ ਦੇ ਸਟੈਂਪ ਹੈਗੇ, ਇਹ ਜਿਹੜਾ ਹੈਗਾ ਸੈਟੀਸਫਾਈ ਹੋਏਗਾ ਆਪਣੇ ਵੱਲੋਂ ਜਿਹੜਾ ਟ੍ਰੇਜ਼ਰੀ ਆਫਿਸਰ ਹੋਏਗਾ ਤਹਿਸੀਲ ਲੈਵਲ ਤੇ। ਨੈਕਸਟ ਹੈ ਰੂਲ ਨੰਬਰ 10 ਪ੍ਰੀਕਾਸ਼ਨਸ ਟੂ ਪ੍ਰੋਟੈਕਟ ਸਟੈਂਪਸ ਫਰੋਮ ਦਾ ਇੰਜਰੀ ਬਾਈ ਦਾ ਟੈਂਪ ਔਰ ਬਰਵੇ। ਦੇਖੋ ਇਹ ਤਾਂ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਪਰ ਹੁਣ ਵੀ ਚਲੋ ਕਈ ਵਾਰੀ ਜਿਹੜੀ ਹੈਗੀ ਜਿਵੇਂ ਸਲਾਬ ਚੜ੍ਹ ਜਾਂਦੀ ਹੈ, ਠੀਕ ਹੈ, ਉਸ ਵੇਲੇ ਬਿਲਡਿੰਗਾਂ ਦੀ, ਪੁਰਾਣੇ ਸਮੇਂ 'ਚ ਬਿਲਡਿੰਗਾਂ ਦੀ ਜਿਹੜੀ ਪ੍ਰੋਬਲਮ ਸੀਗੀ, ਚਲੋ ਇਸ ਵੇਲੇ ਇਹ ਰੂਲ ਬਣਾਏ ਗਏ ਨੇ। ਕੋਈ ਸਲਾਬ ਚੜ੍ਹ ਗਈ ਜਾਂ ਕਿਤੇ ਕੀੜੇ ਪੈ ਗਏ, ਕੋਈ ਦੀਮਕ ਲੱਗ ਗਈ, ਠੀਕ ਹੈ, ਇਹਨਾਂ ਨੂੰ ਮੇਨਟੇਨ ਕਰਨ ਵਾਸਤੇ, ਇਹਨਾਂ ਤੋਂ ਬਚਾਉਣ ਦੀ ਖਾਤਰ, ਤਾਂ ਕਿ ਜਿਹੜੇ ਸਟਾਂਪ ਖਰਾਬ ਨਾ ਹੋ ਜਾਣ, ਠੀਕ ਹੈ, ਕੁਝ ਰੂਲ ਬਣਾਏ ਜਾਂਦੇ। ਡਿਊ ਪ੍ਰੀਕਾਸ਼ਨਸ ਕਿਹਾ ਗਿਆ ਵੀ ਬੜਾ ਧਿਆਨ ਰੱਖਣਾ ਪੈਂਦਾ ਹੈਗਾ, ਰੱਖਣਾ ਚਾਹੀਦਾ ਬਾਈ ਦਾ ਟ੍ਰੇਜ਼ਰੀ ਐਂਡ ਦਾ ਆਫਿਸਰ ਇੰਚਾਰਜ ਆਫ ਦਾ ਟ੍ਰੇਜ਼ਰੀ ਰਿਸਪੌਂਸੀਬਲ ਹੁੰਦੇ ਨੇ ਇਸ ਗੱਲ ਦੇ ਵੀ ਤਾਂ ਕਿ ਜਿਹੜੇ ਸਟੈਂਪ ਨੇ ਇਸ ਸਲਾਬ ਦੇ ਨਾਲ ਖਰਾਬ ਨਾ ਹੋ ਜਾਣ। ਦੇ ਸ਼ੈਲ ਬੀ ਕੈਪਟ ਇਨ ਸਟਰੋਂਗ ਚੈਸਟ ਐਂਡ ਪ੍ਰੈਸਡ ਲਾਈਨਡ ਔਰ ਕਵਰਡ ਵਿਦ ਟੀਨ। ਲੋਹੇ ਵਗੈਰਾ ਦੀਆਂ ਜਿਹੜੀਆਂ ਅਲਮਾਰੀਆਂ ਵਗੈਰਾ ਹੁਣ ਸਾਡੇ ਕੋਲ ਹੁੰਦੀਆਂ ਨੇ, ਤਾਂ ਕਿ ਜਿਹੜੀ ਹੈਗੀ ਹੈ ਇਹ ਮਤਲਬ ਕਿ ਦੀਮਕ ਵਗੈਰਾ, ਕੀੜੇ ਵਗੈਰਾ, ਸਲਾਬ, ਠੀਕ ਹੈ, ਇਹ ਤੋਂ ਇਹਨੂੰ ਬਚਾ ਕੇ ਰੱਖਿਆ ਜਾ ਸਕੇ।
ਨੈਕਸਟ ਹੈਗਾ ਰੂਲ ਨੰਬਰ 11, the stamps paper shall be kept in the parcels of quantities noted in the margin। ਕਿਸ ਕੁਆਂਟੀਟੀ ਦੇ ਨਾ ਕਿਸ ਵੈਲਿਊ ਦੇ ਕਿੰਨੇ ਸਟੈਂਪਸ ਹੈਗੇ ਨੇ, ਉਹਦਾ ਇੱਕ ਪਾਰਸਲ ਬਣਾਏ ਜਾਂਦੇ ਨੇ, ਬੰਡਲ ਬਣਾਏ ਜਾਂਦੇ ਨੇ, ਜਿਹੜਾ ਇਹ ਸਟਾਕ ਹੈਗਾ ਸਾਡਾ ਸਾਰਾ ਬੰਡਲਾਂ ਦੇ ਰੂਪ ਦੇ ਵਿੱਚ ਜਿਹੜਾ ਸਟਾਕ ਕੀਤਾ ਜਾਂਦਾ ਹੈ। ਤੇ ਜਿਵੇਂ ਪਹਿਲਾਂ ਬਹੁਤ ਪੁਰਾਣੇ ਰੂਲ ਬਣੇ ਹੋਏ ਹੈਗੇ, ਇੱਥੇ ਲਿਖਿਆ ਹੋਇਆ 1 ਰੁਪਏ ਤੱਕ ਦੇ, ਬਿਲੋ 1 ਰੁਪਏ ਤੱਕ ਦੇ ਜਿਹੜੇ 500 ਦਾ ਬੰਡਲ ਬਣਦਾ ਹੈਗਾ, ਠੀਕ ਹੈ। 1 ਤੋਂ 4 ਰੁਪਏ ਤੱਕ ਦਾ ਜਿਹੜਾ ਸਟਾਮ ਹੈ 200। ਹੁਣ ਤਾਂ ਇਹ ਸਾਰੀ ਸਿਸਟਮ ਹੀ ਮਤਲਬ ਕਿ ਘਟ ਗਿਆ। ਮੇਨ ਤਾਂ ਆਪਣੀ ਜਿਹੜੀ ਹੁਣ ਡਾਇਰੈਕਟਲੀ ਜਿਹੜੀ ਸਟਾਕ ਹੋਲਡਿੰਗ ਕਾਰਪੋਰੇਸ਼ਨ ਨੂੰ ਦੇ ਦਿੱਤਾ ਹੈਗਾ ਸਾਰਾ ਕੰਮ। ਮੇਨ ਤਾਂ ਬਹੁਤ ਥੋੜਾ ਰਹਿ ਗਿਆ, ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜੇ ਸਾਡੇ ਸਟੈਂਪ ਨੇ ਇਹਦੀ ਗਿਣਤੀ ਬਹੁਤ ਘੱਟ ਗਈ ਹੁਣ। ਸਟਾਕ ਹੋਲਡਿੰਗ ਕਾਰਪੋਰੇਸ਼ਨ ਜਿਹੜੀ ਹੈਗੀ ਆ ਉਹ ਮੇਨਟੇਨ ਕਰਦੀ ਹੈ ਤਹਿਸੀਲਾਂ ਦੇ ਵਿੱਚ ਜਿਹੜਾ ਹੈਗਾ ਸਟੈਂਪ ਡਿਊਟੀ ਜਿਹੜੀ ਹੈਗੀ ਆ ਉਹਨੂੰ ਕੰਟਰੋਲ ਕਰਦੀ ਹੈ, ਉਹਨੂੰ ਗਵਰਨਮੈਂਟ ਵੱਲੋਂ ਠੇਕਾ ਦਿੱਤਾ ਗਿਆ ਹੈ। ਤੇ ਇਹ ਦੱਸਿਆ ਗਿਆ ਵੀ ਬੰਡਲਾਂ ਦੇ ਵਿੱਚ ਵੈਲਿਊ ਦੇ ਰੂਪ ਦੇ ਵਿੱਚ ਕਿੰਨੀ ਵੈਲਿਊ ਦੇ ਕਿੰਨੇ ਬੰਡਲ ਕਿੰਨੀ ਕੁਆਂਟੀਟੀ 'ਚ ਰੱਖੇ ਜਾਣਗੇ। ਕਿਹਾ ਗਿਆ ਇਹਦੇ ਵਿੱਚ ਸਟੈਂਪਸ ਆਫ ਹਾਇਰ ਵੈਲਿਊ ਐਜ਼ ਰਿਸੀਵਡ ਫਰੋਮ ਦਾ ਨਾਸਿਕ। ਰੂਲ ਨੰਬਰ 12 'ਚ ਕੀ ਕਿਹਾ ਗਿਆ, ਇਸ਼ੂ ਫਰੋਮ ਮੇਨ ਸਟਾਕ ਟੂ ਬੀ ਮੇਡ ਓਨਲੀ ਔਨ ਦਾ ਰੈਗੂਲਰ ਅਡੈਂਟਸ ਐਂਡ ਇਨ ਦਾ ਆਰਡਰ ਆਫ ਦਾ ਰਸੀਟ ਫਰੋਮ ਦਾ ਨਾਸਿਕ। ਯਾਨੀ ਕਿ ਸਾਡੀ ਜਿਹੜੀ ਡਿਸਟ੍ਰਿਕਟ ਲੈਵਲ ਦੀ ਜਿਹੜੀ ਸਪਲਾਈ ਹੈਗੀ ਆ ਉਹ ਨਾਸਿਕ ਤੋਂ ਆਉਂਦੀ ਹੈ। ਸਟੈਂਪ ਸ਼ੈਲ ਬੀ ਸਪਲਾਈਡ from the main stock under the double lock only in the following circumstances: treasury and sub treasury on the regular return addends। ਅਡੈਂਟਸ ਦੇ ਬੇਸ ਤੇ ਹੀ ਕੋਈ ਹੈਗਾ ਵੀ ਜਵਾਨੀ ਤੌਰ ਤੇ ਕਿਸੇ ਦੇ ਫੋਨ ਕਰਨ ਤੇ ਕੋਈ ਮਤਲਬ ਕਿ ਜਿਹੜਾ ਹੈਗਾ ਇਸ਼ੂ ਸ਼ੈਲ ਨੈਵਰ ਬੀ ਮੇਡ ਔਨ ਦਾ ਓਰਲ ਐਪਲੀਕੇਸ਼ਨਸ। ਕੋਈ ਜਵਾਨੀ ਰਿਕੁਐਸਟ ਜਿਹੜੇ ਹੈਗੇ ਨੇ ਸਪਲਾਈ ਨਹੀਂ ਦਿੱਤੀ ਜਾਂਦੀ, ਠੀਕ ਹੈ। ਰਿਟਰਨ ਅਡੈਂਟ ਭੇਜਿਆ ਜਾਂਦਾ ਥਰੂ ਕਮਿਸ਼ਨਰ, through FCR, sorry। Large addends for the stamps from the post। ਇਹ ਜਿਹੜੇ ਸਟੈਂਪ ਨੇ ਕਈ ਵਾਰੀ ਟਰੱਕਾਂ ਰਾਹੀਂ ਵੀ ਆਉਂਦੇ ਨੇ ਜਾਂ ਪੋਸਟ ਆਫਿਸ ਰਾਹੀਂ ਵੀ ਆ ਜਾਂਦੇ ਨੇ, ਟੈਲੀਗ੍ਰਾਫ ਆਫਿਸ ਰਾਹੀਂ ਆ ਜਾਂਦੇ ਹੁੰਦੇ ਆ, ਡਬਲ ਲੌਕ ਦੇ ਵਿੱਚ ਹੋ ਕੇ ਆਉਂਦੇ ਆ। In order to prevent frauds, errors or damages by the any cause remaining undetected of the long periods, the stock of the stamp shall be issued in order of its receipt। The stocks of the stamp shall be issued in order of the receipts। ਜਿਵੇਂ ਸਾਡੇ ਕੋਲ ਰਿਸੀਵਿੰਗ ਹੁੰਦੀ ਹੈ, ਠੀਕ ਹੈ, ਤਿਵੇਂ ਅਸੀਂ ਇਸ ਨੂੰ ਸਬ ਤਹਿਸੀਲਾਂ ਦੇ ਵਿੱਚ ਲੋੜ ਦੇ ਮੁਤਾਬਕ ਹੈਗਾ ਡਿਸਟ੍ਰੀਬਿਊਟ ਕਰਦੇ ਰਹਿੰਦੇ ਆ। ਰੂਲ 13 'ਚ ਕੀ ਕਹੇਗਾ, ਤਹਿਸੀਲ ਔਰ ਐਕਸਪੈਂਸ ਸਟਾਕ ਇਨ ਦਾ ਸੋਲ ਕਸਟਡੀ ਆਫ ਦਾ ਟ੍ਰੇਜਰ। ਇਹੀ ਕਿਹਾ ਗਿਆ, ਇਹਦੇ ਵਿੱਚ ਕੁਝ ਨਹੀਂ ਹੈਗਾ ਹੋਰ ਵੀ ਜਿਹੜਾ ਖਜ਼ਾਨੇ ਦੇ ਸਬ ਤਹਿਸੀਲਾਂ ਦੇ ਵਿੱਚ ਤਹਿਸੀਲ ਹੈੱਡਕੁਆਟਰ ਤੇ ਤਹਿਸੀਲ ਖਜ਼ਾਨਾ ਜਾਂ ਸਬ ਤਹਿਸੀਲ ਦੇ ਵਿੱਚ ਜਿਹੜਾ ਖਜ਼ਾਨਾ ਹੁੰਦਾ ਹੈਗਾ ਉਹਦੀ ਜਿਹੜੀ ਕਸਟਡੀ ਹੈਗੀ ਹੈ ਐਟ ਈਚ ਲੋਕਲ ਔਰ ਬ੍ਰਾਂਚ ਡਿਪੂ, ਵੈਦਰ ਏ ਬ੍ਰਾਂਚ ਕਸਟਡੀ ਆਫ ਦਾ ਟ੍ਰੇਜਰ ਔਰ ਸਬ ਟ੍ਰੇਜਰ ਪਰਪਸ ਆਫ ਸਪਲਾਈ ਟੂ ਪਬਲਿਕ ਐਂਡ ਲਾਇਸੈਂਸਡ ਵੈਂਡਰਸ। ਲਾਇਸੈਂਸ ਵੈਂਡਰ ਨੂੰ ਵੀ ਸਪਲਾਈ ਦੇਣੀ ਹੈ, ਚਾਹੇ ਪਬਲਿਕ ਨੂੰ ਸਪਲਾਈ ਦੇਣੀ ਹੈਗੀ ਹੈ। ਇਸ਼ੂ ਸ਼ੈਲ ਨੈਵਰ ਬੀ ਮੇਡ ਟੂ ਦਾ ਪਬਲਿਕ ਔਰ ਲਾਇਸੈਂਸਡ ਵੈਂਡਰ ਫਰੋਮ ਸਟਾਕ ਅੰਡਰ ਡਬਲ ਲੌਕ। ਡਬਲ ਲੌਕ ਦੇ ਵਿੱਚੋਂ ਜਿਹੜੀ ਸਪਲਾਈ ਹੈ ਉਹ ਡਾਇਰੈਕਟਲੀ ਤੌਰ ਤੇ ਨਹੀਂ ਦਿੱਤੀ ਜਾਂਦੀ ਵੈਂਡਰਸ ਨੂੰ। ਡਬਲ ਲੌਕ ਦੇ ਵਿੱਚੋਂ ਸਪਲਾਈ ਲੈ ਕੇ ਤੁਸੀਂ ਆਪਦੇ ਲੋਕਲ ਅੰਦਰ ਸਿੰਗਲ ਲੌਕ ਦੇ ਵਿੱਚ ਰੱਖਦੇ ਹੋ। ਸਿੰਗਲ ਲੌਕ ਦੇ ਵਿੱਚੋਂ ਫਿਰ ਅੱਗੇ ਜਿਹੜੀ ਹੈਗੀ ਹੈ ਸਪਲਾਈ ਅੱਗੇ ਵੈਂਡਰਸ ਨੂੰ ਜਦੋਂ ਸੇਲ ਕਰਦੇ ਹੈਗੇ ਨੇ ਉਹ ਦਿੱਤੀ ਜਾਂਦੀ ਹੈ। ਡਬਲ ਲੌਕ ਦਾ ਜਿਹੜਾ ਹੈਗਾ ਉਹ ਡਾਇਰੈਕਟ ਸਪਲਾਈ ਦਿੱਤੀ ਜਾਂਦੀ ਨਾ ਵੈਂਡਰ ਨੂੰ ਨਾ ਕਿਸੇ ਹੋਰ ਵਿਅਕਤੀ ਨੂੰ, ਪਬਲਿਕ ਨੂੰ, ਠੀਕ ਹੈ। ਡਬਲ ਲੌਕ ਤੋਂ ਸਪਲਾਈ ਲੈ ਕੇ ਸਿੰਗਲ ਲੌਕ 'ਚ ਰੱਖਿਆ ਜਾਂਦਾ। ਸਿੰਗਲ ਲੌਕ ਦਾ ਫਿਰ ਰਜਿਸਟਰ ਵੱਖਰਾ ਹੁੰਦਾ। ਸਿੰਗਲ ਲੌਕ ਦੇ ਵਿੱਚੋਂ ਤੁਸੀਂ ਜਿਹੜੀ ਹੈਗੀ ਹੈ ਸੇਲ ਕੀਤੀ ਜਾਂਦੀ ਹੈ ਸਟਾਮਾਂ ਦੀ। ਲਿਮਿਟ ਆਫ ਤਹਿਸੀਲ ਔਰ ਐਕਸਪੈਂਸ ਸਟਾਕ ਇਨ ਲੋਕਲ ਐਂਡ ਬ੍ਰਾਂਚ ਡਿਪੂ। ਤਹਿਸੀਲ ਔਰ ਸਟਾਕ sole custody of the treasurer or sub treasurer shall in no case exceed the following limits। ਇਹ ਲਿਮਿਟ ਦੀ ਗੱਲ ਕੀਤੀ ਗਿਆ ਪਰ ਇਹ ਲਿਮਟਾਂ ਸਾਰੀਆਂ ਹੁਣ ਚੇਂਜ ਹੋ ਚੁੱਕੀਆਂ ਨੇ, ਪੁਰਾਣੇ ਰੂਲ ਬਣੇ ਹੋਏ ਨੇ। ਲੋਕਲ ਡਿਪੂ ਦੇ ਵਿੱਚ ਕੀ ਕਿਹਾ, ਸਟੈਂਪ ਅਪ ਟੂ ਦਾ ਡਿਮਾਂਡ ਆਫ 1 ਵੀਕ ਵਿਦ ਕੈਸ਼ ਐਂਡ ਛੱਡ ਦੋ ਜੀ, ਚਲੋ ਇਹ ਪੁਰਾਣਾ ਸਾਰਾ ਸਿਸਟਮ ਹੋ ਚੁੱਕਾ, ਲਿਮਿਟ ਖਤਮ ਹੋ ਚੁੱਕੀ ਹੈ ਹੁਣ ਇੰਨੀ। ਸੇਫ ਕਸਟਡੀ ਆਫ ਦਾ ਐਕਸਪੈਂਸ ਸਟਾਕ, ਜੋ ਵੀ ਮਟੀਰੀਅਲ ਸਾਡਾ ਹੈਗਾ ਟਿਨ ਲਾਈਨ ਬਾਕਸ ਸ਼ੈਲ ਬੀ ਕੈਪਟ ਬਿਸਾਈਡ ਦਾ ਤਹਿਸੀਲਦਾਰ। ਲੋਹੇ ਦੀਆਂ ਅਲਮਾਰੀਆਂ ਸਾਡੇ ਕੋਲੇ ਹੁੰਦੀਆਂ ਨੇ ਖਜ਼ਾਨੇ ਦੇ ਵਿੱਚ, ਠੀਕ ਹੈ, ਵੀ ਉਹਦੇ ਵਿੱਚ ਜਿਹੜਾ ਰਿਕਾਰਡ ਰੱਖਿਆ ਜਾਂਦਾ ਹੈਗਾ ਇਹ ਜਿਹੜਾ ਸਟਾਮ ਹੁੰਦੇ ਨੇ
Addends and issue of the stamps thereon from the double log. Addends and issue of stamps thereon from the double log. Every week, second day. Every week, second day, or when necessary, या लोड मुताबिक. Treasurer or sub-treasurer shall prepare in English office in charge an addend in form 90 for a supply of the stamps for the sale. This addend shall show the estimated consumption for the week, 2 days the balance in hand. 2 दिन ਦਾ ਆਪਣੇ ਹੱਥ ਵਿੱਚ ਰੱਖ ਕੇ ਉਹ ਕਿੰਨੇ ਹੈਗੇ ਆ ਉਹਦੇ ਪਾਸ 2 ਦਿਨ ਦੀ ਸਪਲਾਈ ਦੇ ਮੁਤਾਬਕ, ਠੀਕ ਹੈ, ਅਗਲੀ ਜਿਹੜੀ ਸਪਲਾਈ ਹੈਗੀ ਉਹਦੇ ਲਈ ਅਡੈਂਟ ਤਿਆਰ ਕੀਤਾ ਜਾਂਦਾ ਹੈ ਐਵਰੀ ਵੀਕ. ਅਡੈਂਟ ਫਿਰ ਜਿਹੜੀ ਸਬ ਟ੍ਰੇਜਰੀ ਹੁੰਦੀ ਹੈ ਉਹ ਟ੍ਰੇਜਰੀ ਖਜ਼ਾਨਾ ਦਫ਼ਤਰ ਨੂੰ ਭੇਜਦੀ ਹੈ ਉਹਦਾ ਅਡੈਂਟ ਜਿਹੜਾ ਹੈਗਾ ਵੀ ਕਿੰਨੀ ਸਾਨੂੰ ਲੋੜ ਹੈਗੀ ਹੈ, ਉਹਦੇ ਮੁਤਾਬਕ ਉਹਨੂੰ ਸਪਲਾਈ ਦਿੱਤੀ ਜਾਂਦੀ ਹੈ ਡਬਲ ਲੌਕ ਦੇ ਵਿੱਚੋਂ ਡਾਇਰੈਕਟ. ਠੀਕ ਹੈ, ਜਿਹੜੀ ਜ਼ਿਲ੍ਹਾ ਖਜ਼ਾਨਾ ਦਫ਼ਤਰ ਹੁੰਦਾ ਹੈਗਾ ਉਹ ਸਬ ਟ੍ਰੇਜਰੀ ਨੂੰ ਡਬਲ ਲੌਕ ਦੇ ਵਿੱਚੋਂ ਹੀ ਡਾਇਰੈਕਟ ਸਪਲਾਈ ਦਿੰਦਾ ਹੈਗਾ. ਨੈਕਸਟ ਹੈਗਾ ਰੂਲ ਨੰਬਰ 17, ਲਾਇਸੈਂਸਡ ਵੈਂਡਰਸ to be supplied with stamp promptly. Care should be taken to see that no obstacles. ਇਹ ਕਿਹਾ ਗਿਆ ਵੀ ਜਿਹੜੇ ਸਟੈਂਪ ਵੈਂਡਰ ਹੈਗੇ ਆ ਜਦੋਂ ਉਹਨੂੰ ਸਪਲਾਈ ਦਿੱਤੀ ਜਾਂਦੀ ਉਹਨੂੰ ਕੋਈ ਪ੍ਰੋਬਲਮ ਨਾ ਕਿਸੇ ਤਰ੍ਹਾਂ ਦੀ ਆਵੇ. ਠੀਕ ਹੈ, ਲਾਇਸੈਂਸ ਜਿਹੜਾ ਦਿੱਤਾ ਜਾਂਦਾ ਉਹ ਕਰੈਕਟਰ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਉਹ ਪਬਲਿਕ ਦੇ ਵਿੱਚ ਸੇਲ ਕਰ ਸਕਣ, ਉਹਦੇ ਲਈ ਲਾਇਸੈਂਸ ਦਿੱਤਾ ਜਾਂਦਾ ਹੈ. ਤੇ ਸਪਲਾਈ ਵਿਦ ਸਟੈਂਪਸ ਪ੍ਰੋਂਪਟਲੀ, ਰੈਗੂਲਰ ਸਪਲਾਈ ਉਹਨਾਂ ਨੂੰ ਹੋਣੀ ਚਾਹੀਦੀ ਹੈ. ਰੂਲ ਨੰਬਰ 18 'ਚ ਕੀ ਕਿਹਾ ਗਿਆ, ਦਾ ਸਿੰਗਲ ਲੌਕ ਰਜਿਸਟਰ ਟੂ ਬੀ ਮੇਨਟੇਨਡ ਬਾਈ ਐਕਸ ਆਫੀਸ਼ੀਓ ਵੈਂਡਰਸ. ਦੇਖੋ ਸਿੰਗਲ ਲੌਕ ਤੇ ਡਬਲ ਲੌਕ 'ਚ ਕੀ ਫਰਕ ਹੈਗਾ. ਡਬਲ ਲੌਕ ਰਜਿਸਟਰ ਦੇ ਵਿੱਚ ਡਬਲ ਲੌਕ ਦੇ ਵਿੱਚ ਜੋ ਸਟੈਂਪਸ ਪਏ ਹੈ ਉਹਨਾਂ ਨੂੰ ਤੁਸੀਂ ਜਦੋਂ ਰਿਟੇਲ ਦੇ ਵਿੱਚ ਸਪਲਾਈ ਤੁਸੀਂ ਦੇਣੀ ਹੈ, ਵੈਂਡਰਸ ਨੂੰ ਦੇਣੀ ਹੈ, ਠੀਕ ਹੈ, ਪਬਲਿਕ ਨੂੰ ਦੇਣੀ ਹੈ, ਤਾਂ ਤੁਸੀਂ ਡਬਲ ਲੌਕ ਦੇ ਵਿੱਚੋਂ ਕੋਈ ਸਟੈਂਪ ਨਹੀਂ ਬਾਹਰ ਕੱਢੋਗੇ. ਡਬਲ ਲੌਕ ਜੋ ਸਟੈਂਪ ਬਾਹਰ ਕੱਢ ਕੇ ਲੋਕਲ ਸੇਲ ਦੀ ਖਾਤਰ ਵੱਖਰਾ ਇੱਕ ਸਿੰਗਲ ਲੌਕ ਰਜਿਸਟਰ ਰੱਖਿਆ ਜਾਂਦਾ ਹੈ. ਸਿੰਗਲ ਲੌਕ ਦੀ ਤੁਹਾਡੇ ਕੋਲ ਕਿੰਨਾ ਰਿਕਾਰਡ ਹੈਗਾ ਉਹਦਾ ਵੱਖਰਾ ਰਜਿਸਟਰ ਹੋਏਗਾ. ਕਿੰਨੇ ਤੁਸੀਂ ਡਬਲ ਲੌਕ ਚੋਂ ਕੱਢ ਲਏ ਉਹ ਤੁਸੀਂ ਐਡੀਸ਼ਨ ਕਰੋਗੇ ਸਿੰਗਲ ਲੌਕ ਰਜਿਸਟਰ ਦੇ ਵਿੱਚ, ਤੇ ਕਿੰਨੇ ਫਿਰ ਸਿੰਗਲ ਲੌਕ ਰਜਿਸਟਰ ਤੁਸੀਂ ਸੇਲ ਕਰ ਰਹੇ ਹੋ ਡੇਲੀ ਦੀ ਡੇਲੀ, ਉਹਨੇ ਤੁਸੀਂ ਉਹਦੇ ਵਿੱਚੋਂ ਕੀ ਹੈਗਾ ਸੇਲ ਪਾ ਕੇ ਦਿਖਾਓਗੇ. ਤੇ ਫਿਰ ਬੈਲੈਂਸ ਹਰ ਰੋਜ਼ ਤੁਸੀਂ ਬੈਲੈਂਸ ਕੱਢੋਗੇ ਵੀ ਹੁਣ ਮੇਰੇ ਕੋਲ ਸਿੰਗਲ ਲੌਕ 'ਚ ਇੰਨਾ ਪਿਆ ਹੈਗਾ. ਡਬਲ ਲੌਕ ਦਾ ਜਿਹੜਾ ਰਜਿਸਟਰ ਹੈ ਉਹ ਡਬਲ ਲੌਕ ਦੇ ਅੰਦਰ ਹੀ ਪਿਆ ਰਹਿੰਦਾ ਹੈ. ਜਦੋਂ ਉਹ 'ਚੋਂ ਕੱਢਣਾ ਹੈ ਜਾਂ ਬਾਹਰੋਂ ਆਣੀ ਹੈ ਸਪਲਾਈ ਤਾਂ ਹੀ ਉਹਦੇ 'ਚ ਐਂਟਰੀ ਪਾਣੀ ਹੈ. ਅਦਰਵਾਈਜ਼ ਜਦੋਂ ਤੁਸੀਂ ਸਿੰਗਲ ਲੌਕ 'ਚ ਸੇਲ ਕਰਨ ਵਾਸਤੇ ਤੁਸੀਂ ਕੱਢੋਗੇ ਡਬਲ ਲੌਕ ਦੇ ਵਿੱਚੋਂ ਤਾਂ ਵੀ ਉੱਥੇ ਐਂਟਰੀ ਪਾ ਕੇ ਹੀ ਕੱਢੋਗੇ, ਫਿਰ ਉਹਨੂੰ ਬੰਦ ਕਰ ਦੋਗੇ. ਉੱਦਾਂ ਹੀ ਸਿੰਗਲ ਲੌਕ ਦੇ ਵਿੱਚ ਜਿਹੜੀ ਲੋਕਲ ਸੇਲ ਤੁਹਾਡੀ ਹੁੰਦੀ ਹੈ ਚਾਹੇ ਉਹ ਤੁਸੀਂ ਯਾਨੀ ਕਿ ਐਕਸ ਆਫੀਸ਼ੀਓ ਵੈਂਡਰਸ. ਐਕਸ ਆਫੀਸ਼ੀਓ ਵੈਂਡਰ ਕੌਣ ਹੁੰਦਾ ਹੈ, ਜਿਹੜਾ ਖਜ਼ਾਨੇ 'ਚ ਵੈਂਡਰ, ਜਿਹੜਾ ਖਜ਼ਾਨੇ 'ਚ ਖਜ਼ਾਨਚੀ ਹੁੰਦਾ ਜਿਹਨੇ ਸੇਲ ਕਰਨੀ ਹੁੰਦੀ ਹੈ, ਚਾਹੇ ਉਹ ਸੇਲ ਕਰਨੀ ਹੈ ਪਬਲਿਕ ਨੂੰ, ਚਾਹੇ ਉਹ ਸੇਲ ਕਰਨੀ ਹੁੰਦੀ ਹੈ ਲੋਕਲ ਵੈਂਡਰਸ ਨੂੰ, ਲੋਕਲ ਪਬਲਿਕ ਨੂੰ ਕਰਨੀ ਹੈ, ਚਾਹੇ ਉਹ ਲੋਕਲ ਜਿਹੜੇ ਵੈਂਡਰਸ ਹੁੰਦੇ ਨੇ ਸਟਾਫ ਹੁੰਦੇ ਨੇ ਉਹਨਾਂ ਨੂੰ ਸੇਲ ਕਰਨੀ ਹੈ, ਤਾਂ ਉਹਨੇ ਸਿੰਗਲ ਲੌਕ ਰਜਿਸਟਰ ਦੇ ਵਿੱਚੋਂ ਹੀ ਸਪਲਾਈ ਦੇਣੀ ਹੁੰਦੀ ਹੈ ਤਾਂ ਕਿ ਜਿਹੜਾ ਡਬਲ ਲੌਕ ਰਜਿਸਟਰ ਜਿਹਨੂੰ ਬਾਰ-ਬਾਰ ਉਸ ਨੂੰ ਡਿਸਟਰਬੈਂਸ ਨਾ ਹੋਵੇ, ਉਹਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ, ਤਾਂ ਕਿ ਇਹਨੇ ਕੋਈ ਜਿਹੜਾ ਅਕਾਊਂਟ ਹੈ ਉਹ ਖਰਾਬ ਨਾ ਹੋਵੇ. ਠੀਕ ਹੈ, after the treasurer or the sub treasurer has obtained his supply of the stamps on the addends, he shall enter them in a store register in the same form as the counterpart of the. ਬਸ ਸਿੰਪਲ ਜੀ ਗੱਲ ਹੈਗੀ ਹੈ ਵੀ ਡਬਲ ਲੌਕ ਜਿਹੜਾ ਸਮਾਨ ਪਿਆ ਡਬਲ ਲੌਕ 'ਚ ਪਿਆ, ਸਿੰਗਲ ਲੌਕ ਦੇ ਵਿੱਚ ਜਿਹੜਾ ਸਮਾਨ ਹੈਗਾ ਉਹ ਐਕਸ ਆਫੀਸ਼ੀਓ ਵੈਂਡਰ. ਐਕਸ ਆਫੀਸ਼ੀਓ ਵੈਂਡਰ ਕਨਫਿਊਜ਼ ਨਹੀਂ ਹੋਣਾ. ਐਕਸ ਆਫੀਸ਼ੀਓ ਵੈਂਡਰ ਉਹ ਹੁੰਦਾ ਜਿਹੜਾ ਖਜ਼ਾਨਚੀ ਹੁੰਦਾ, ਖਜ਼ਾਨੇ ਵਿੱਚ ਬੈਠਾ ਹੁੰਦਾ ਜਿਹਨੇ ਸੇਲ ਕਰਨੀ ਹੁੰਦੀ ਹੈ ਸਟਾਮਾਂ ਦੀ. ਠੀਕ ਹੈ, ਉਹ ਸਿੰਗਲ ਲੌਕ ਦੇ ਵਿੱਚੋਂ ਹੀ ਸੇਲ ਕਰੇਗਾ. ਨੈਕਸਟ ਹੈਗਾ ਰੂਲ ਨੰਬਰ 19, ਮੰਥਲੀ ਐਬਸਟ੍ਰੈਕਟਸ ਆਫ ਦਾ ਰਸੀਟਸ ਐਂਡ ਇਸ਼ੂਜ਼. ਜਿਹੜੇ ਮੰਥਲੀ ਸਟੇਟਮੈਂਟਾਂ ਬਣਦੀਆਂ ਨੇ ਰਸੀਟਸ ਦੀਆਂ ਤੇ ਇਸ਼ੂ ਦੀਆਂ, ਕਿੰਨਾ ਤੁਹਾਡੇ ਕੋਲ ਆਇਆ ਸਟਾਕ ਤੇ ਕਿੰਨਾ ਸਟਾਕ ਤੁਸੀਂ ਸੇਲ ਕਰਤਾ, ਟੂ ਬੀ ਸਬਮਿਟਡ ਬਾਈ ਦਾ ਬ੍ਰਾਂਚ ਆਫਿਸ, ਬ੍ਰਾਂਚ ਡਿਪੂ. ਬ੍ਰਾਂਚ ਡਿਪੂ ਦੀ ਗੱਲ ਕੀਤੀ ਗਿਆ. ਬ੍ਰਾਂਚ ਡਿਪੂ ਆਪਣੇ ਡਿਸਟ੍ਰਿਕਟ ਹੈਡਕੁਆਟਰ ਨੂੰ, ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਰਿਪੋਰਟ ਦੇਗਾ ਆਪਣੀ ਮੰਥਲੀ ਵੀ ਕੀ ਉਹਦੇ ਕੋਲ ਓਪਨਿੰਗ ਬੈਲੈਂਸ ਕਿੰਨਾ ਸੀਗਾ ਮਹੀਨੇ ਦੇ ਐਂਡ ਦੇ ਵਿੱਚ. ਠੀਕ ਹੈ, ਫਿਰ ਉਸ ਮਹੀਨੇ ਦੇ ਵਿੱਚ ਉਹਦੇ ਕੋਲ ਕਿੰਨੀਆਂ ਰਸੀਟਸ ਆਈਆਂ ਤੇ ਕਿੰਨੀਆਂ ਉਹਨੇ ਇਸ਼ੂ ਕਰ ਦਿੱਤੀਆਂ ਡਿਊਰਿੰਗ ਦਾ ਮੰਥ, ਤੇ ਬੈਲੈਂਸ ਉਹਦੇ ਕੋਲ ਕੀ ਰਹਿ ਗਿਆ, ਕਲੋਜ਼ਿੰਗ ਬੈਲੈਂਸ ਕੀ ਹੈਗਾ. ਇਹ ਜਿਹੜਾ ਸਬ ਟ੍ਰੇਜਰੀ ਜਿਹੜੀ ਹੁੰਦੀ ਹੈ ਉਹ ਆਪਦੀ ਜਿਹੜੀ ਰਿਪੋਰਟ ਹੈ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਦਿੰਦੀ ਹੈ. ਸ਼ੈਲ ਬੀ ਐਂਟਰਡ ਇਨ ਦਾ ਸਟੋਰ ਬੁੱਕਸ ਆਫ ਈਚ ਬ੍ਰਾਂਚ ਡਿਪੂ ਆਫਟਰ ਦਾ ਲਾਸਟ ਐਂਟਰੀ. The officer in charge shall verify the closing balance of
एंड ट्रांसमिट। फिर हैगा रूल 20 स्क्रूटनी ऑफ द मंथली अकाउंट्स ऑफ द ब्रांच डिपो बाय द ऑफिसर इंचार्ज ऑफ द लोकल डिपो। लोकल डिपो का ਜਿਹੜਾ ऑफिसर इंचार्ज ਹੁੰਦਾ ਜਿਹਨੂੰ ਕਿ ਜ਼ਿਲ੍ਹਾ ਖਜ਼ਾਨਾ ਦਫ਼ਤਰ ਜਿਹਨੂੰ ਕਹਿ ਲਈਏ ਅਸੀਂ ਜ਼ਿਲ੍ਹਾ ਖਜ਼ਾਨਾ ਅਫਸਰ ਜਿਹਨੂੰ ਕਹਿ ਲਈਏ, ਠੀਕ ਹੈ, ਉਹ ਜਿਹੜੀਆਂ ਤੁਹਾਡੇ ਕੋਲੇ ਮੰਥਲੀ ਰਿਪੋਰਟਸ ਆਉਂਦੀਆਂ ਨੇ ਬ੍ਰਾਂਚ ਆਫਿਸਰਸ ਤੋਂ ਉਹਦੀ ਸਕਰੂਟਨੀ ਕਰਦੇ ਆ। The officer in charge of the local depot shall scrutinize the monthly statements of the receipts and issues। ਜਿਹੜੀ ਖਜ਼ਾਨਾ ਜਿਹੜੀ ਸਬ ਟ੍ਰੇਜਰੀ ਤੋਂ ਰਿਕਾਰਡ ਆਉਂਦਾ ਹੈ, ਮੰਥਲੀ ਰਿਕਾਰਡ ਆਉਂਦਾ ਹੈ ਵੀ ਉਹਨੇ ਕੀ ਜਿਹੜਾ ਹੈਗਾ ਆਪਣਾ ਓਪਨਿੰਗ ਬੈਲੈਂਸ ਸਹੀ ਚੱਕਿਆ ਸੀ, ਪਿਛਲੇ ਮਹੀਨੇ ਨਾਲ ਮੈਚ ਕਰਦਾ ਹੈਗਾ। ਪਿਛਲੀ ਸ਼ੀਟ ਦੇਖਾਂਗੇ ਨਾਲ ਉਹ ਪਿਛਲੇ ਮਹੀਨਿਆਂ ਦਾ ਓਪਨਿੰਗ ਬੈਲੈਂਸ ਦੇਖ ਕੇ ਕੀ ਉਹ ਪ੍ਰੋਪਰ ਚੱਕੀ ਹੈ, ਉਹੀ ਫਿਗਰ ਲਈ ਹੈਗੀ ਹੈ, ਤੇ ਫਿਰ ਕਿੰਨਾ ਉਹਦੇ ਕੋਲ ਅਸੀਂ ਭੇਜਿਆ ਸੀਗਾ ਕੀ ਉਹਨੇ ਉਨੇ ਐਂਟਰ ਕੀਤਾ ਹੈ ਤੇ ਕਿੰਨੀਆਂ ਉਹਨਾਂ ਨੇ ਸੇਲ ਕੀਤੀਆਂ ਦੇ ਲਾਸਟ ਬੈਲੈਂਸ ਕਿੰਨਾ ਉਹਨਾਂ ਦਾ ਬਚ ਜਾਂਦਾ ਹੈਗਾ। ਇਸ ਗੱਲ ਨੂੰ ਜ਼ਾਰੀ ਨੂੰ ਜਿਹੜੀ ਹੈਗੀ ਸਕਰੂਟਨੀ ਜਿਹੜੀ ਹੈਗੀ ਆ ਇਹਦੇ ਵੱਲੋਂ ਕੀਤੀ ਜਾਂਦੀ ਹੈ, ਜ਼ਿਲ੍ਹਾ ਖਜ਼ਾਨਾ ਅਫਸਰ ਵੱਲੋਂ ਕੀਤੀ ਜਾਂਦੀ ਹੈ। ਨੈਕਸਟ ਹੈ ਰੂਲ ਨੰਬਰ 21 ਪੀਰੀਓਡਿਕਲੀ ਵੈਰੀਫਿਕੇਸ਼ਨ ਆਫ ਦਾ ਸਟੈਂਪ ਬੈਲੈਂਸ ਇਨ ਸਿੰਗਲ ਐਂਡ ਡਬਲ ਲਾਅ। ਸਮੇਂ-ਸਮੇਂ ਤੇ ਕਿਹਾ ਹੈਗਾ ਵੀ ਜਿਹੜਾ ਖਜ਼ਾਨਾ ਅਫਸਰ ਹੁੰਦਾ ਚਾਹੇ ਉਹ ਜ਼ਿਲ੍ਹਾ ਖਜ਼ਾਨਾ ਆਫਿਸਰ ਹੋਵੇ ਚਾਹੇ ਉਹ ਤਹਿਸੀਲ ਲੈਵਲ ਤੇ ਖਜ਼ਾਨਾ ਆਫਿਸਰ ਹੋਵੇ, ਉਹਨੂੰ ਸਮੇਂ-ਸਮੇਂ ਤੇ ਜਿਹੜਾ ਹੈਗਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਉਹਦੇ ਵੱਲੋਂ ਜੋ ਸਟੈਂਪਸ ਬੈਲੈਂਸ ਦਿਖਾਈਆਂ ਗਈਆਂ ਨੇ ਰਜਿਸਟਰ ਦੇ ਮੁਤਾਬਕ ਕਿ ਉਹ ਜਦੋਂ ਅਸੀਂ ਸਾਰੇ ਕਾਲਮ ਦੇ ਵਿੱਚ ਅਲੱਗ-ਅਲੱਗ ਵੈਲਿਊ ਦੇ ਕਿੰਨੀ ਕੁਆਂਟੀਟੀ ਦੇ ਸਟੈਂਪ ਪਏ ਹੈਗੇ ਆ, ਉਹਨਾਂ ਦੀ ਕਾਊਂਟਿੰਗ ਕਰਕੇ ਕੀ ਉਹ ਲਾਸਟ ਬੈਲੈਂਸ ਦਾ ਮੈਚ ਕਰਦੇ ਜਾਂ ਨਹੀਂ ਕਰਦੇ ਹੈਗੇ, ਇਸ ਮਤਲਬ ਕਿ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਨੈਕਸਟ ਹੈਡ ਸਾਡਾ ਹੈਗਾ ਸੇਲ ਆਫ ਸਟੈਂਪਸ, the persons by whom such sale is to be made and the duties and remuneration of such persons। ਹੁਣ ਸਟੈਂਪਾਂ ਦੀ ਸੇਲ ਦੀ ਗੱਲ ਆ ਗਈ। ਇਸ ਤੋਂ ਪਹਿਲਾਂ ਤਾਂ ਅਸੀਂ ਸਟਾਕ ਰਜਿਸਟਰ ਦੀ ਗੱਲ ਕਰ ਰਹੇ ਸੀ ਕਿ ਕਿਵੇਂ ਸਟਾਕ ਰੱਖਿਆ ਜਾਂਦਾ, ਕਿੱਥੋਂ ਕਿਵੇਂ ਆਉਂਦਾ ਹੈਗਾ, ਠੀਕ ਹੈ। ਹੁਣ ਇਹਨੂੰ ਸੇਲ ਕਰਨ ਦਾ ਤਰੀਕਾ ਕੀ ਹੈਗਾ, ਜਿਹੜੇ ਸਟਾਂਪ ਅਸੀਂ ਵੇਚਦੇ ਆ ਉਹ ਸੇਲ ਕਿਵੇਂ ਹੁੰਦੇ ਨੇ, ਕੌਣ ਸੇਲ ਕਰਨ ਦੇ ਅਧਿਕਾਰੀ ਹੁੰਦੇ ਨੇ। ਰੂਲ ਨੰਬਰ 20 ਦੇ ਵਿੱਚ ਕਿਹਾ ਹੈ 22 ਵੈਂਡਰਸ ਸਟੈਂਪ ਵੈਂਡਰ ਜਿਹਨੂੰ ਕਹਿੰਦੇ ਆ ਸਟਾਂਪ ਫਰੋਸ਼ ਕਹਿੰਦੇ ਨੇ ਪੰਜਾਬੀ ਦੇ ਵਿੱਚ। There shall be two classes of the vendors। ਦੋ ਤਰ੍ਹਾਂ ਦੇ ਵੈਂਡਰਸ ਹੁੰਦੇ ਨੇ, ਇੱਕ ਐਕਸ ਆਫੀਸ਼ੀਓ ਵੈਂਡਰ ਹੁੰਦੇ ਨੇ, ਦੂਜੇ ਲਾਇਸੈਂਸੀ ਵੈਂਡਰ ਹੁੰਦੇ ਆ। ਐਕਸ ਆਫੀਸ਼ੀਓ ਵੈਂਡਰ ਸਰਕਾਰੀ ਮੁਲਾਜ਼ਮ ਹੁੰਦੇ ਨੇ ਜਿਹੜੇ ਤਹਿਸੀਲਾਂ 'ਚ ਬੈਠਦੇ ਆ, ਤਹਿਸੀਲਾਂ 'ਚ ਨਹੀਂ ਸੌਰੀ ਜਿਹੜੇ ਖਜ਼ਾਨੇ 'ਚ ਬੈਠਦੇ ਹੁੰਦੇ ਆ, ਜਿਹਨੇ ਖਜ਼ਾਨੇ 'ਚ ਸਪਲਾਈ ਦੇਣੀ ਹੁੰਦੀ ਹੈ, ਚਾਹੇ ਉਹ ਤਹਿਸੀਲ ਲੈਵਲ ਦਾ ਹੋਵੇ ਚਾਹੇ ਉਹ ਡਿਸਟ੍ਰਿਕਟ ਲੈਵਲ ਦਾ ਹੋਵੇ, ਉਸ ਖਜ਼ਾਨਚੀ ਨੂੰ ਐਕਸ ਆਫੀਸ਼ੀਓ ਵੈਂਡਰ ਕਿਹਾ ਜਾਂਦਾ ਹੈ ਕਿਉਂਕਿ ਉਹਦੀ ਪੋਸਟ ਦੇ ਨਾਲ ਹੀ ਉਹਦੇ ਕੋਲ ਪਾਵਰ ਆ ਜਾਂਦੀ ਹੈ ਸੇਲ ਕਰਨ ਦੀ। ਤੇ ਨਾਲ ਹੀ ਦੂਜੀ ਤਰ੍ਹਾਂ ਦੇ ਜਿਹੜੇ ਲਾਇਸੈਂਸੀ ਵੈਂਡਰ ਹੁੰਦੇ ਜਿਹਨੂੰ ਸਟਾਂਪ ਫਰੋਸ਼ ਜਿਹਨੂੰ ਕਲੈਕਟਰ ਵੱਲੋਂ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਠੀਕ ਹੈ। ਇੱਦਾਂ ਦੋ ਕੈਟਾਗਰੀਜ਼ ਬਣ ਗਈਆਂ, ਲਾਇਸੈਂਸ ਵਾਲੇ ਤੇ ਐਕਸ ਆਫੀਸ਼ੀਓ ਹੋ ਗਏ। ਰੂਲ ਨੰਬਰ 23 ਦੇ ਵਿੱਚ ਕੀ ਕਿਹਾ ਗਿਆ, ਨੋ ਪਰਸਨ ਅਦਰ ਦੈਨ ਏ ਵੈਂਡਰ ਤੋਂ ਇਲਾਵਾ ਕੋਈ ਵਿਅਕਤੀ ਵੀ ਜਿਹੜਾ ਹੈਗਾ ਸੇਲ ਕਰਨ ਦਾ ਅਧਿਕਾਰੀ ਨਹੀਂ ਹੈਗਾ ਜੇਕਰ ਉਸਨੂੰ ਕਲੈਕਟਰ ਵੱਲੋਂ ਅਥੋਰਾਈਜ਼ ਨਾ ਕੀਤਾ ਗਿਆ ਹੋਵੇ ਸਟਾਂਪ ਨਹੀਂ ਵੇਚ ਸਕਦਾ, ਠੀਕ ਹੈ ਜੀ। ਜਿਵੇਂ ਆਪਾਂ ਕਹਿੰਦੇ ਵੀ ਕਿਸੇ ਤੋਂ ਸਟਾਂਪ ਲੈ ਕੇ ਅੱਗੇ ਸੇਲ ਕਰਨ ਲੱਗ ਜਾਵੇ ਕੋਈ ਨਾ, ਇਦਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈਗਾ। ਲਾਇਸੈਂਸੀ ਬੰਦਾ ਜਿਹੜਾ ਵੈਂਡਰ ਹੈਗਾ ਉਹੀ ਸਟਾਂਪ ਸੇਲ ਕਰ ਸਕਦਾ, ਅਦਰਵਾਈਜ਼ ਕੋਈ ਵਿਅਕਤੀ ਨਹੀਂ ਸੇਲ ਕਰ ਸਕਦਾ ਜਦੋਂ ਤੱਕ ਉਹਨੂੰ ਕੋਈ ਸਪੈਸ਼ਲ ਪਾਵਰ ਨਾ ਦਿੱਤੀ ਗਈ, ਅਥੋਰਾਈਜ਼ ਕੀਤਾ ਨਾ ਗਿਆ ਹੋਵੇ ਕਲੈਕਟਰ ਵੱਲੋਂ। ਪ੍ਰੋਹਿਬਿਸ਼ਨ ਰੂਲ ਨੰਬਰ 24 ਕੀ ਹੈ, ਪ੍ਰੋਹਿਬਿਸ਼ਨ ਆਫ ਦਾ ਪਰਚੇਜ਼ ਐਕਸੈਪਟ ਫਰੋਮ ਦਾ ਲਾਇਸੈਂਸਡ ਵੈਂਡਰ 'ਚ ਕਿਹਾ ਗਿਆ ਵੀ ਜਿਹੜੀ ਅਸੀਂ ਪਰਚੇਜ਼ ਕਰਨੀ ਹੈ ਕਿਸੇ ਨੇ ਵੀ ਕੋਈ ਪਬਲਿਕ ਨੇ ਲਾਇਸੈਂਸ ਮਤਲਬ ਕਿ ਸਟਾਂਪ ਖਰੀਦਣੇ ਹੈਗੇ ਅਸੀਂ ਸਿਰਫ ਲਾਇਸੈਂਸ ਵੈਂਡਰ ਤੋਂ ਹੀ ਖਰੀਦਣੇ ਆ, ਦੂਜੇ ਕਿਸੇ ਵਿਅਕਤੀ ਤੋਂ ਜਿਹੜਾ ਲਾਇਸੈਂਸ ਸਟਾਂਪ ਖਰੀਦਣ ਦੀ ਮਨਾਹੀ ਹੈਗੀ ਹੈ ਕਿਉਂਕਿ ਲਾਇਸੈਂਸੀ ਵੈਂਡਰ ਜਿਹੜਾ ਹੈਗਾ ਉਹਦੇ ਕੋਲ ਰਜਿਸਟਰ ਲੱਗਿਆ ਹੋਇਆ ਹੁੰਦਾ, ਰਜਿਸਟਰ ਦੇ ਵਿੱਚ ਉਹ ਐਂਟਰੀ ਪਾਉਂਦਾ ਹੈ, ਠੀਕ ਹੈ, ਨਾਮ ਤੇ ਸਾਰਾ ਕੁਝ ਐਡਰੈਸ ਵਗੈਰਾ ਲਿਖਿਆ ਜਾਂਦਾ ਹੈ ਤੇ ਆਪਣੀ ਸਾਈਨ ਕਰਾ ਕੇ ਹੀ 25 licensed vendors, the maximum number of the licensed vendors for the sale of stamps at the headquarter of the each district and ਤਹਿਸੀਲ ਲੈਵਲ ਤੇ ਇਹ ਨੰਬਰ ਫਿਕਸ ਕੀਤੇ ਜਾਂਦੇ ਨੇ ਕਲੈਕਟਰ ਵੱਲੋਂ ਵੀ ਡਿਸਟ੍ਰਿਕਟ ਹੈਡਕੁਆਟਰ ਤੇ ਕਿੰਨੇ ਸਟਾਂਪ ਫਰੋਸ਼ ਹੋਣਗੇ, ਤਹਿਸੀਲ ਹੈਡਕੁਆਟਰ ਤੇ ਕਿੰਨੇ ਸਟਾਂਪ ਫਰੋਸ਼ ਹੋਣਗੇ। in the consultation of with the commissioner of the division and the collector shall not without the concurrence of the commissioner issue licenses at such headquarter to the persons to in the excess of the numbers so fixed। ਜਿੰਨੇ ਨੰਬਰ ਫਿਕਸ ਹੋ ਗਏ ਉਸ ਤੋਂ ਇਲਾਵਾ ਜਿਹੜਾ ਹੈ ਕਿਸੇ ਨੂੰ ਜੇ ਕੋਈ ਸਟਾਂਪ ਦੇਣਾ ਹੈ ਤਾਂ ਕਮਿਸ਼ਨਰ ਦੀ ਗੱਲ ਕੀਤੀ ਗਈ ਹੈ ਵੀ ਕਮਿਸ਼ਨਰ ਦੇ ਨਾਲ ਕੰਸਲਟ ਕਰਕੇ ਦਿੱਤਾ ਜਾ ਸਕਦਾ ਹੈ। in the case of the towns and villages which are not such headquarters the number of license to be granted shall be fixed by the collector।
ਟਾਊਨ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿਹੜੀ ਇਹਦੀ ਗਿਣਤੀ ਹੈਗੀ ਹੈ ਇਹ ਕਲੈਕਟਰ ਵੱਲੋਂ ਫਿਕਸ ਕੀਤੀ ਜਾਂਦੀ ਹੈ। The collector may grant a temporary license for a limited period to any petition writer, ਕਿਸੇ petition writer ਨੂੰ ਵੀ ਜਿਹੜਾ ਹੈਗਾ ਸਟੈਂਪ ਪੈਂਟਰ ਦਾ ਲਾਇਸੈਂਸ ਦਿੱਤਾ ਜਾਂਦਾ ਕਿਸੇ ਪਾਰਟਿਕੂਲਰ ਸਮੇਂ ਦੇ ਲਈ। ਨੈਕਸਟ ਹੈਗਾ ਰੂਲ 26 grant of a license to any person. Collector may grant a license for the sale of stamps to any person at any place or within an area any area within the limits of the district. Collector ਦੀ ਪਾਵਰ ਹੈਗੀ ਹੈ ਕਿਸ ਵਿਅਕਤੀ ਨੂੰ ਲਾਇਸੈਂਸ ਦੇਣਾ ਹੈਗਾ, ਠੀਕ ਹੈ, ਦੇ ਸਕਦੇ ਹੈ। No person may be licensed to sell any single stamp exceeding ₹1000। ਇਹ ਸਾਰੀਆਂ ਚੇਂਜ ਹੋ ਚੁੱਕੀਆਂ ਨੇ, ਕਿੰਨੀ ਸਟਾਂਪ ਦਾ ਕਿੰਨੀ ਅਮਾਊਂਟ ਦਾ ਲਾਇਸੈਂਸ ਕਿਸ ਨੇ ਸਟੈਂਪ ਵੇਚਣਾ ਕਿੰਨਾ ਨਹੀਂ ਵੇਚਣਾ, ਇਹ ਹੁਣ ਜਿਹੜੀਆਂ ਹੈਗੀਆਂ ਨੇ ਇਹ ਕਾਫੀ ਅਮੈਂਡਮੈਂਟ ਹੋ ਚੁੱਕੀਆਂ ਇਹਦੇ ਵਿੱਚ। ਚਲੋ No person shall be licensed until the licensing officer has satisfied himself there is a good moral character। ਠੀਕ ਹੈ, ਉਹਦਾ ਕਰੈਕਟਰ ਦੇਖ ਕੇ ਹੀ ਕਿਸੇ ਨੂੰ ਸਟਾਂਪ ਹਾਊਸ ਦਾ ਲਾਇਸੈਂਸ ਦਿੱਤਾ ਜਾਂਦਾ ਹੈ। No person whose duty is to cancel stamps, ਜਿਹੜੇ ਬੰਦਿਆਂ ਦੀਆਂ ਸਟੈਂਪ ਡਿਊਟੀਜ਼ ਨੂੰ ਕੈਂਸਲ ਕਰਨ ਦੀਆਂ ਡਿਊਟੀਆਂ ਹੁੰਦੀਆਂ ਨੇ, ਜਦੋਂ ਟਿਕਟਾਂ ਵਗੈਰਾ ਲਗਾਈਆਂ ਜਾਂਦੀਆਂ ਨੇ, ਐਪਲੀਕੇਸ਼ਨਾਂ ਦੇ ਉੱਪਰ ਅਰਜ਼ੀਆਂ ਦੇ ਉੱਪਰ ਟਿਕਟਾਂ ਲਗਾਈਆਂ ਜਾਂਦੀਆਂ ਨੇ, ਉਹ ਟਿਕਟਾਂ ਨੂੰ ਸਪੈਸ਼ਲ ਕਟਿੰਗ ਕਰਨਾ ਹੁੰਦਾ, ਕੈਂਸਲ ਕਰਨਾ ਹੁੰਦਾ ਹੈਗਾ। ਵੈਸੇ ਤਾਂ ਜਿਹੜਾ ਮਾਲਕ ਜਿਸ ਅਧਿਕਾਰੀ ਦੀ ਕੋਈ ਐਪਲੀਕੇਸ਼ਨ ਸਬਮਿਟ ਕੀਤੀ ਜਾਂਦੀ ਹੈ ਉਸ ਅਧਿਕਾਰੀ ਦੀ ਡਿਊਟੀ ਬਣ ਜਾਂਦੀ ਹੈ ਵੀ ਜਿਹੜੀਆਂ ਉਸ ਐਪਲੀਕੇਸ਼ਨ ਦੇ ਉੱਪਰ ਟਿਕਟਾਂ ਲੱਗੀਆਂ ਹੁੰਦੀਆਂ ਨੇ ਉਹਨੂੰ ਕੈਂਸਲ ਲਿਖਿਆ ਜਾਵੇ, ਠੀਕ ਹੈ, ਤਾਂ ਕਿ ਯੂਟਿਲਾਈਜ਼ ਹੋ ਚੁੱਕੀਆਂ। ਪਰ ਫਿਰ ਵੀ ਜੇਕਰ ਟਿਕਟਾਂ ਨੂੰ ਕੈਂਸਲ ਕਰਨ ਵਾਸਤੇ ਕਿਸੇ ਸਪੈਸ਼ਲ ਇੰਪਲਾਈ ਦੀ ਡਿਊਟੀ ਲੱਗੀ ਹੋਈ ਹੈਗੀ ਹੈ ਤਾਂ ਉਸ ਨੂੰ ਜਿਹੜਾ ਸਟੈਂਪ ਪੈਂਟਰ ਦਾ ਜਿਹੜਾ ਲਾਇਸੈਂਸ ਹੈ ਨਹੀਂ ਦਿੱਤਾ ਜਾ ਸਕਦਾ ਤਾਂ ਕਿ ਮਿਸ ਯੂਟਿਲਾਈਜੇਸ਼ਨ ਨਾ ਹੋਵੇ, ਇਸੇ ਕਰਕੇ। ਨੈਕਸਟ ਹੈਗਾ ਐਕਸ ਆਫੀਸ਼ੀਓ ਵੈਂਡਰਸ। ਐਕਸ ਆਫੀਸ਼ੀਓ ਵੈਂਡਰ ਦੇ ਆਪਾਂ ਪਹਿਲਾਂ ਹੀ ਗੱਲ ਕਰੀ ਸੀ ਵੀ ਇਹ ਕੌਣ ਹੁੰਦੇ ਨੇ, ਇਹ ਹੁੰਦੇ ਨੇ ਜਿਹੜੇ ਡਿਸਟ੍ਰਿਕਟ ਹੈਡ ਖਜ਼ਾਨੇ ਦੇ ਵਿੱਚ ਹੁੰਦੇ ਨੇ। The collector may in his discretion grant a license to sell stamps to any ex officio vendor। ex officio vendor ਨੂੰ ਵੀ ਲਾਇਸੈਂਸ ਜਾਰੀ ਕੀਤਾ ਜਾ ਸਕਦਾ ਹੈ। Who then shall be also a licensed vendor within the meaning of these codes rules। ਮਤਲਬ ਕਿ ਉਹ ex officio vendor ਤਾਂ ਹੈਗਾ ex officio vendor ਦੇ ਨਾਲ ਹੀ ਲਾਇਸੈਂਸ ਵੈਂਡਰ ਦੀਆਂ ਕੋਈ ਪਾਵਰਸ ਦੀ ਗੱਲ ਕੀਤੀ ਗਈ ਇਹਦੇ ਵਿੱਚ ਵੀ ਕਲੈਕਟਰ ਵੱਲੋਂ ਉਸ ਨੂੰ ਜਾਰੀ ਕੀਤੀਆਂ ਜਾ ਸਕਦੀਆਂ ਨੇ। ਉਹਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਨੇ ਸੇਲ ਕਰਨ ਦੀਆਂ ਕੁਛ ਨਾ ਕੁਛ ਚੇਂਜ ਹੋ ਜਾਂਦੀਆਂ ਨੇ, ਇਹ ਕਿਹਾ ਗਿਆ ਇਹਦੇ ਵਿੱਚ। In the granting a license to an ex officio vendor who is the treasurer of a treasury at the headquarter of a district or his agent, the collector may in his discretion by provision made in his license authorize him to grant a sub license। ਦੇਖੋ ਗੱਲ ਆ ਗਈ ਨਾ ਵੀ ਜਿਹੜਾ ਐਕਸ ਆਫੀਸ਼ੀਓ ਵੈਂਡਰ ਹੈਗਾ ਜੇ ਉਹਨੂੰ ਕਲੈਕਟਰ ਵੱਲੋਂ ਵੈਂਡਰ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਉਹਦੇ ਕੋਲੇ ਕਲੈਕਟਰ ਕੋਲੇ ਪਾਵਰ ਹੈਗੀ ਉਹਨੂੰ ਸਬ ਲਾਇਸੈਂਸੀ ਦੇਣ ਦੀ ਵੀ ਪ੍ਰੋਵੀਜ਼ਨ ਹੈਗੀ ਹੈ ਤਾਂ ਕਿ ਉਹ ਸਬ ਲਾਇਸੈਂਸੀ ਉਹ ਤਾਂ ਬੈਠਾ ਡਿਸਟ੍ਰਿਕਟ ਖਜ਼ਾਨੇ 'ਚ ਬੈਠਾ ਉਹ ਸਬ ਲਾਇਸੈਂਸ ਜਾਰੀ ਕਰ ਦੇਵੇ ਆਪਣਾ ਕਿਸੇ ਹੋਰ ਵਿਅਕਤੀ ਨੂੰ ਸਟੈਂਪ ਵੇਚਣ ਦੀ ਖਾਤਰ ਫਾਰ ਏ ਸ਼ਾਰਟ ਪੀਰੀਅਡ ਐਂਡ ਅਪੋਨ ਹਿਜ਼ ਓਨ ਰਿਸਪੌਂਸਿਬਿਲਿਟੀ, ਉਹਦੀ ਆਪਣੀ ਜ਼ਿੰਮੇਵਾਰੀ ਤੇ ਸਬ ਲਾਇਸੈਂਸ ਜਾਰੀ ਕਰ ਸਕਦਾ ਹੈਗਾ ਉਹ ਕਲੈਕਟਰ ਵੱਲੋਂ, ਕਲੈਕਟਰ ਦੀ ਮਤਲਬ ਕਿ ਅਥਾਰਟੀ ਦੇ ਨਾਲ। ਨੈਕਸਟ ਆ ਗਿਆ ਸਪੈਸ਼ਲੀ ਲਾਇਸੈਂਸ ਵੈਂਡਰ। ਸਪੈਸ਼ਲੀ ਲਾਇਸੈਂਸ ਵੈਂਡਰ ਕੌਣ ਹੁੰਦੇ ਨੇ? ਇੱਕ ਤਾਂ ਵੈਂਡਰ ਹੋ ਗਏ, ਇੱਕ ਐਕਸ ਆਫੀਸ਼ੀਓ ਵੈਂਡਰ ਹੋ ਗਏ, ਇੱਕ ਸਪੈਸ਼ਲੀ ਲਾਇਸੈਂਸ ਵੈਂਡਰ ਹੋ ਗਏ। ਕਲੈਕਟਰ ਮੇ ਇਨ ਹਿਸ ਡਿਸਕ੍ਰਿਸ਼ਨ ਗ੍ਰਾਂਟ ਟੂ ਐਨੀ ਪੋਸਟ ਮਾਸਟਰ, ਇੱਥੇ ਪੋਸਟ ਮਾਸਟਰ ਦੀ ਗੱਲ ਕੀਤੀ ਗਈ ਹੈ। ਪੋਸਟ ਮਾਸਟਰ ਇਜ਼ ਸਪੈਸ਼ਲ ਲਾਇਸੈਂਸੀ ਟੂ ਸੈਲ ਐਟ ਏ ਪਲੇਸ ਅਦਰ ਦੈਨ ਦਾ ਹੈਡਕੁਆਟਰ। ਹੈਡਕੁਆਟਰ ਤੇ ਨਹੀਂ, ਕਿਸੇ ਹੋਰ ਜਗ੍ਹਾ ਤੇ ਰਿਮੋਟ ਏਰੀਆ, ਮਤਲਬ ਇਹ ਕਹਿ ਲਈਏ ਅਸੀਂ ਡਿਸਟ੍ਰਿਕਟ ਔਰ ਤਹਿਸੀਲ, ਨਾਨ ਜੁਡੀਸ਼ੀਅਲ ਸਟੈਂਪ ਇੰਪ੍ਰੈਸਡ ਸ਼ੀਟਸ ਐਂਡ ਸਿਮਿਲਰਲੀ ਟੂ ਐਨੀ ਅਦਰ ਗਵਰਨਮੈਂਟ ਸਰਵੈਂਟ, ਕਿਸੇ ਗਵਰਨਮੈਂਟ ਸਟੈਂਪ ਸਰਵੈਂਟ ਨੂੰ ਵੀ ਹੈਗਾ ਟੂ ਸੈਲ ਨਾਨ ਜੁਡੀਸ਼ੀਅਲ ਇੰਪ੍ਰੈਸਡ ਸ਼ੀਟਸ ਐਟ ਦ ਰੈਵਨਿਊ ਸਟੈਂਪਸ। ਯਾਨੀ ਕਿ ਸਪੈਸ਼ਲ ਲਾਇਸੈਂਸ ਵੈਂਡਰ ਵੀ ਬਣਾਇਆ ਜਾ ਸਕਦਾ ਹੈ ਕਿਸੇ ਪੋਸਟ ਮਾਸਟਰ ਨੂੰ ਜਾਂ ਕਿਸੇ ਹੋਰ ਗਵਰਨਮੈਂਟ ਇੰਪਲਾਈ ਨੂੰ ਡਿਸਟ੍ਰਿਕਟ ਹੈਡਕੁਆਟਰ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੇ ਸਟੈਂਪ ਵੇਚਣ ਦੀ ਖਾਤਰ। ਕੁਝ ਕੰਡੀਸ਼ਨਸ ਰੱਖੀਆਂ ਜਾਂਦੀਆਂ ਨੇ। ਐਨੀ ਗਵਰਨਮੈਂਟ ਸਰਵੈਂਟ ਸਪੈਸ਼ਲੀ ਲਾਇਸੈਂਸਡ ਅੰਡਰ ਦਿਸ ਸਬ ਰੂਲ ਮੇ ਰਿਸੀਵ ਵਿਦਾਊਟ ਦਾ ਪੇਮੈਂਟ ਆਫ ਰੈਡੀ ਮਨੀ। ਰੈਡੀ ਮਨੀ ਮਤਲਬ ਕਿ ਕੈਸ਼ ਪੈਸੇ ਦੇ ਕੇ ਸਟੈਂਪ ਲੈਂਦੇ ਆ, ਨਹੀਂ ਤਾਂ ਅਸੀਂ ਜਿਹੜੇ ਸਟੈਂਪ ਪੈਂਟਰ ਹੁੰਦੇ ਨੇ ਉਹ ਖਜ਼ਾਨੇ 'ਚ ਜਾਂਦੇ ਨੇ, ਪੇਮੈਂਟ ਦਿੰਦੇ ਆ, ਕਿੰਨੀ ਅਮਾਊਂਟ ਦੇ ਉਹਨੂੰ ਸਟੈਂਪ ਚਾਹੀਦੇ ਨੇ ਉਨੀ ਅਮਾਊਂਟ ਦੇ ਹੀ ਉਹਨੂੰ ਸਟੈਂਪ ਮਿਲਦੇ ਆ।
ਪਰ ਜੇ ਕੋਈ ਗਵਰਨਮੈਂਟ EMPLOYE ਹੈਗਾ ਇਹਦਾ ਜਿਹੜਾ ਆਪਾਂ ਪੜ੍ਹ ਰਹੇ ਇਸ ਕੇਸ ਦੇ ਵਿੱਚ ਵੀ ਉਹਨੂੰ ਕੈਸ਼ ਪੇਮੈਂਟ ਦੇਣ ਦੀ ਲੋੜ ਨਹੀਂ ਹੁੰਦੀ, ਉਹ ਇਦਾਂ ਹੀ ਜਿਹੜਾ ਹੈਗਾ ਉਹਦਾ ਕੋਈ ਅਕਾਊਂਟ ਬਣ ਜਾਂਦਾ ਹੈ ਵਿਦਆਊਟ ਪੇਮੈਂਟ ਆਫ ਦਾ ਰੈਡੀ ਮਨੀ ਐਂਡ ਐਡਵਾਂਸ ਆਫ ਸਟੈਂਪਸ ਆਫ ਦਾ ਕਲਾਸ ਵਿਚ ਇਜ਼ ਲਾਇਸੈਂਸ ਟੂ ਸੈਲ ਫॉर ਦਾ ਐਗਰੀਗੇਟ ਵੈਲਿਊ ਆਫ ₹50 ਦੀ ਗੱਲ ਕੀਤੀ ਹੈ, ਚੇਂਜ ਹੋ ਚੁੱਕਿਆ ਸਾਰਾ ਕੁਝ। ਨੈਕਸਟ ਆ ਗਿਆ ਕੰਡੀਸ਼ਨਸ ਆਫ ਦਾ ਲਾਇਸੈਂਸਸ। ਸੌਰੀ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਕਲੈਕਟਰ ਵੱਲੋਂ, every license granted under these rules shall specify the person name, ਕਿਸ ਵਿਅਕਤੀ ਨੂੰ ਜਾਰੀ ਕੀਤਾ ਗਿਆ, ਲਾਇਸੈਂਸੀ ਕਿਹੜਾ ਹੈਗਾ, ਵੈਂਡਰ ਕਿਹੜਾ ਹੈਗਾ, ਸਪੈਸ਼ਲ ਹੈ ਜਾਂ ਕਿਹੜਾ ਹੈਗਾ, ਠੀਕ ਹੈ, ਕਾਈਂਡ ਵੈਲਿਊ ਆਫ ਦਾ ਸਟੈਂਪਸ, ਕਿੰਨੀ ਅਮਾਊਂਟ ਤੱਕ ਦੀ ਜਿਹੜੀ ਵੈਲਿਊ ਹੈ ਸੇਲ ਕਰ ਸਕਦਾ ਹੈ, ਤੇ ਕਿੱਥੇ ਇਹ ਬੈਠੇਗਾ, ਕਿਹੜੀ ਤਹਿਸੀਲ ਦੇ ਵਿੱਚ ਜਿਹੜਾ ਹੈਗਾ ਬੈਠਣ ਦਾ ਇਹਨੂੰ ਅਧਿਕਾਰ ਦਿੱਤਾ ਗਿਆ ਸਟੈਂਪ ਵੇਚਣ ਦੇ ਲਈ। ਰੂਲ 28 ਚ ਕਿਹਾ ਗਿਆ ਐਵਰੀ ਲਾਇਸੈਂਸ ਗ੍ਰਾਂਟਡ ਅੰਡਰ ਥੀਸ ਰੂਲਸ ਸ਼ੈਲ ਬੀ ਸਬਜੈਕਟ ਟੂ ਦਾ ਫੋਲੋਇੰਗ ਕੰਡੀਸ਼ਨਸ। ਜਿਹੜੇ ਲਾਇਸੈਂਸੀ ਹੁੰਦੇ ਨੇ, ਠੀਕ ਹੈ, ਉਹਨਾਂ ਤੇ ਕੋਈ ਕੰਡੀਸ਼ਨਸ ਲੱਗਦੀਆਂ ਨੇ ਜਦੋਂ ਸਟੈਂਪ ਵੇਚਣੇ ਹੁੰਦੇ ਨੇ। The vendor shall obtain all the supplies of the stamps which he is authorized to sell only from the treasury or sub treasury। ਜਿਹੜੀ ਸਪਲਾਈ ਲੈਣੀ ਉਹਨਾਂ ਨੇ ਜਾਂ ਖਜ਼ਾਨਾ ਦਫ਼ਤਰ ਤੋਂ ਲੈਣੀ ਹੈ, ਹੈੱਡਕੁਆਟਰ ਤੋਂ, ਡਿਸਟ੍ਰਿਕਟ ਹੈੱਡਕੁਆਟਰ ਤੋਂ ਜਾਂ ਫਿਰ ਤਹਿਸੀਲ ਹੈੱਡਕੁਆਟਰ ਤੋਂ, ਫॉर which his license is granted, ਜਿੱਥੋਂ ਤੁਹਾਨੂੰ ਲਾਇਸੈਂਸ ਗ੍ਰਾਂਟ ਕੀਤਾ ਗਿਆ ਹੋਵੇ। ਤੇ ਫਿਰ ਉਹਦੇ ਕੋਲ ਇੱਕ ਸਟਾਕ ਰਜਿਸਟਰ ਲੱਗੇਗਾ। The vendor shall keep such stock of the stamps he is authorized to sell as may be prescribed by the collector of the district। ਜਿਹੜਾ ਵੈਂਡਰ ਹੈਗਾ ਇਹ ਕਿਸੇ ਹੋਰ ਤੋਂ ਕੋਈ ਇਦਾਂ ਦੇ ਵੈਂਡਰ ਪਰਚੇਜ ਸਟੈਂਪ ਪਰਚੇਜ ਨਹੀਂ ਕਰੇਗਾ। ਵੈਂਡਰ shall not obtain by purchase or exchange, ਨਾ ਕਿਸੇ ਨਾਲ ਤਬਾਦਲਾ ਕਰੇਗਾ, ਨਾ ਕਿਸੇ ਨਾਲ ਪਰਚੇਜ ਕਰੇਗਾ, ਕਿਸੇ ਹੋਰ ਬਾਹਰਲੇ ਬੰਦੇ ਤੋਂ ਪਰਚੇਜ ਨਹੀਂ ਕਰ ਸਕੇਗਾ, ਕਿਸੇ ਹੋਰ ਵੈਂਡਰ ਤੋਂ ਪਰਚੇਜ ਨਹੀਂ ਕਰ ਸਕੇਗਾ ਐਨੀ ਸਟੈਂਪ ਫਰੋਮ ਐਨੀ ਪਰਸਨ ਅਦਰ ਦੈਨ ਦਾ ਐਕਸ ਆਫੀਸ਼ੀਓ ਵੈਂਡਰ। ਸਿਰਫ ਐਕਸ ਆਫੀਸ਼ੀਓ ਵੈਂਡਰ ਜਿਹੜਾ ਤਹਿਸੀਲ ਦਾ ਜਿਹੜਾ ਖਜ਼ਾਨਾ ਅਫਸਰ ਹੈਗਾ, ਖਜ਼ਾਨਚੀ ਹੈਗਾ, ਉਹ ਤੋਂ ਹੀ ਪਰਚੇਜ ਕਰ ਸਕਦਾ ਹੈ। ਵੈਂਡਰ shall sell stamps which he is authorized to sell only at the place mentioned in the license। ਜਿੱਥੇ ਵੀ ਉਹਨੂੰ ਲਾਇਸੈਂਸ ਮਿਲਿਆ ਹੋਇਆ, ਕਿੱਥੇ ਕਿਹੜੀ ਤਹਿਸੀਲ 'ਚ ਉਹਨੇ ਬੈਠਣਾ ਹੈਗਾ, ਸਿਰਫ ਉੱਥੇ ਹੀ ਉਹ ਸੇਲ ਕਰ ਸਕਦਾ, ਏਦਾਂ ਨਹੀਂ ਜਿੱਥੇ ਮਰਜ਼ੀ ਜਾ ਕੇ ਉਹ ਸੇਲ ਕਰ ਦੇਵੇ। The vendor shall not allow any other person except his agent appoint। ਜੇਕਰ ਏਜੰਟ ਅਪਾਇੰਟ ਕਰਨ ਦੀ ਕੋਈ ਪਾਵਰ ਦਿੱਤੀ ਹੈ ਕਲੈਕਟਰ ਵੱਲੋਂ, ਤਾਂ ਜਿਹੜਾ ਉਹਦਾ ਏਜੰਟ ਹੈਗਾ ਉਸ ਟਾਈਮ ਸੇਲ ਕਰ ਸਕਦਾ, ਕੋਈ ਹੋਰ ਵਿਅਕਤੀ ਨੂੰ ਸੇਲ ਕਰਨ ਦੇ ਲਈ ਉਹ ਅਥੋਰਾਈਜ਼ ਨਹੀਂ ਕਰ ਸਕਦਾ। During short period of absence not exceeding 1 week at a time, ਇੱਕ ਹਫ਼ਤੇ ਦੇ ਲਈ ਕੋਈ ਐਬਸੈਂਟ ਹੋਵੇ, the vendor may appoint an agent for the sale of the stamps। ਏਜੰਟ ਨਿਯੁਕਤ ਕੀਤਾ ਜਾ ਸਕਦਾ ਹੈ ਸਟੈਂਪ ਸੇਲ ਕਰਨ ਦੀ ਖਾਤਰ। ਮੇਕਿੰਗ a note to this effect in the vendor register, ਜਿਹੜਾ ਰਜਿਸਟਰ ਲੱਗਿਆ ਹੋਇਆ ਹੁੰਦਾ ਹੈ, ਸਟੈਂਪ ਰਜਿਸਟਰ ਲੱਗਿਆ ਹੋਇਆ ਹੁੰਦਾ, ਉੱਥੇ ਨੋਟ ਦੇਗਾ। ਜਿੰਨੀ ਦੇਰ ਤੱਕ ਉਹਦੇ ਏਜੰਟ ਨੇ ਕੰਮ ਕੀਤਾ, ਉਸ ਤੋਂ ਬਾਅਦ ਜਦੋਂ ਉਹ ਆਪ ਆ ਗਿਆ ਤਾਂ ਫਿਰ ਉੱਥੇ ਨੋਟ ਦੇ ਦੇਗਾ ਵੀ ਹਾਂ ਇਹ ਤੋਂ ਬਾਅਦ ਮੈਂ ਸ਼ੁਰੂ ਕਰ ਰਿਹਾ ਸੇਲ ਕਰਨ ਦਾ ਕੰਮ। The vendor shall not sell stamps of any kind the use of which has been discontinued or prohibited by the competent authority। ठीक है, जिन्हें मतलब बंद कर देती हैं टिकट वगैरह, वो नहीं सेल करेगा। The vendor shall be bound to sell to any person upon immediate payment any stamps of a kind of the value permitted by his license। ਜਦੋਂ ਵੀ ਕੋਈ ਡਿਮਾਂਡ ਕਰਦਾ ਹੈ ਕਿੰਨੇ ਪੈਸੇ ਦੀ ਉਹਨੂੰ ਸਟੈਂਪ ਚਾਹੀਦੇ ਹੈਗੇ ਆ, the vendor shall not demand or accept for the stamp any, ਕੋਈ ਐਕਸਟਰਾ ਅਮਾਊਂਟ ਨਹੀਂ ਮੰਗੇਗਾ ਉਸ ਤੋਂ ਕਿਸੇ ਵੀ ਜਿਹੜਾ ਪਬਲਿਕ ਹੈਗਾ ਜਿਹਨੂੰ ਸਟੈਂਪ ਵੇਚੇਗਾ। The vendor shall accept payment for any stamp sold by him in any currency which would be accepted on behalf of the government। ਠੀਕ ਹੈ, ਜਿਹੜੀ ਕਰੰਸੀ ਸਰਕਾਰ ਵੱਲੋਂ ਯੂਜ਼ ਕੀਤੀ ਜਾਂਦੀ ਹੈ ਉਸੇ ਕਰੰਸੀ ਦੇ ਵਿੱਚ ਜਿਹੜੀ ਹੈਗੀ ਬੈਂਕ ਵਿੱਚ ਸਟੈਂਪ ਵੇਚੇ ਜਾਂਦੇ ਆ। The vendor shall not sell any stamp exceeding ₹100। ਇਹ ਚੇਂਜ ਹੋ ਚੁੱਕਿਆ ਸਾਰਾ ਸਿਸਟਮ। If application is made to vendor for the non-judicial stamp value, ਇਹ ਛੱਡ ਦੋ, ਬਦਲ ਗਿਆ ਸਾਰਾ ਸਿਸਟਮ ਹੈ, ਵੈਲਿਊ ਦੀ ਗੱਲ ਕੀਤੀ ਗਈ ਹੈ।
ਚਲੋਗੇ। ਦੇਖੋ ਮੇਨ ਗੱਲ ਕੀ ਹੈਗਾ, ਸਬ ਰੂਲ 13 ਦੇ ਵਿੱਚ ਕੀ ਹੈਗਾ, the vendor shall with his own hand write with in English ਔਰ ਉਰਦੂ ਲਿਖਿਆ ਹੈ, ਚਲੋ on the back of the every ਜਦੋਂ ਅਸੀਂ ਸਟਾਂਪ ਲੈਂਦੇ ਆ, ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ, ਜਦੋਂ ਅਸੀਂ ਸਟਾਂਪ ਲੈਂਦੇ ਆ ਤਾਂ ਸਟਾਂਪ ਦੇ ਪਿਛਲੇ ਪਾਸੇ ਜਿਹੜਾ ਰਜਿਸਟਰ ਦਾ ਜਿਹੜਾ ਨੰਬਰ ਹੈ, ਕਿੱਥੇ ਰਜਿਸਟਰ ਦਾ ਜਿਹੜਾ ਜਿੱਥੇ ਐਂਟਰੀ ਪੈਗੀ, ਜਿਹੜਾ ਸਟੈਂਪ ਪੈਡਰ ਹੈਗਾ ਉਹਦੇ ਕੋਲ ਇੱਕ ਰਜਿਸਟਰ ਲੱਗਿਆ ਹੋਇਆ ਹੁੰਦਾ, ਉਸ ਰਜਿਸਟਰ ਦੇ ਵਿੱਚ ਉਹ ਸਟਾਂਪ ਦਰਜ ਕਰਦਾ ਹੈ, ਠੀਕ ਹੈ। ਤੇ ਨਾਲ ਹੀ ਵੈਲਿਊ ਕਿੰਨੀ ਅਮਾਉਂਟ ਦੇ ਕਿੰਨੇ ਸਟਾਂਪ ਜਾਰੀ ਕੀਤੇ ਨੇ ਉਹ ਸਾਰੀ ਐਂਟਰੀ ਪਾਉਂਦਾ ਹੈਗਾ, ਤੇ ਉਹੀ ਐਂਟਰੀ ਦੀ ਜਿਹੜਾ ਵੇਰਵਾ ਹੈਗਾ ਹਰ ਸਟਾਂਪ ਦੇ ਜਿਹਦੀ ਬੈਕ ਤੇ ਲਿਖਿਆ ਜਾਂਦਾ, ਨੰਬਰ ਪਾਇਆ ਜਾਂਦਾ ਰਜਿਸਟਰ ਦਾ, ਤਾਂ ਕਿ ਸਟਾਂਪ ਦੇਖ ਕੇ ਪਤਾ ਲੱਗ ਸਕੇ ਵੀ ਕਿੰਨੇ ਰਜਿਸਟਰ ਨੰਬਰ ਤੇ ਕਿੰਨੇ ਸੀਰੀਅਲ ਨੰਬਰ ਤੇ ਇਹ ਸਟਾਂਪ ਜਾਰੀ ਕੀਤਾ ਗਿਆ, ਤੇ ਨਾਲ ਹੀ ਆਪਣੀ ਸਟੈਂਪ ਲਾ ਕੇ ਸਾਈਨ ਕਰਕੇ ਜਿਹੜਾ ਸਟੈਂਪ ਹੈ ਜਾਰੀ ਕੀਤਾ ਜਾਂਦਾ ਹੈ। ਸੀਰੀਅਲ ਨੰਬਰ, ਡੇਟ ਆਫ ਦਾ ਸੇਲ, ਦਾ ਨੇਮ ਐਂਡ ਰੈਜ਼ੀਡੈਂਟ ਆਫ ਦਾ ਪਰਚੇਜ਼ਰ, ਇਹਦਾ ਪਰਚੇਜ਼ਿੰਗ ਔਨ ਬਿਹਾਫ, ਜੇ ਕੋਈ ਵਿਅਕਤੀ ਕਿਸੇ ਹੋਰ ਦੇ ਬਿਹਾਫ ਤੇ ਪਰਚੇਜ਼ ਕਰ ਰਿਹਾ ਹੈ ਤਾਂ ਉਹਦਾ ਨਾਮ ਪਤਾ ਵਗੈਰਾ ਵੀ ਲਿਖਿਆ ਜਾਂਦਾ ਹੈ। ਤਾਂ ਵੈਲਿਊ ਆਫ ਦਾ ਸਟੈਂਪ, ਫੁੱਲ ਵਰਡਸ, ਕਿੰਨੀ ਅਮਾਉਂਟ ਦੇ ਵੈਲਿਊ ਦੇ ਜਿਹੜੇ ਸਟਾਂਪ ਵੇਚੇ ਗਏ ਆ, ਠੀਕ ਹੈ, ਤੇ ਨਾਲ ਹੀ ਆਪਦੇ ਸਾਈਨ ਕੀਤੇ ਜਾਂਦੇ ਨੇ ਵੈਂਡਰ ਵੱਲੋਂ। ਦਾ ਵੈਂਡਰ ਰਜਿਸਟਰ ਰੈਫਰਡ ਸ਼ੈਲ ਕੰਟੇਨ ਕਾਲਮਸ ਆਫ ਦਾ ਫੋਲੋਇੰਗ, ਕਿਹੜੇ ਕਿਹੜੇ ਕਾਲਮ ਇਸ ਰਜਿਸਟਰ ਦੇ ਹੁੰਦੇ ਨੇ, ਡੇਟ ਆਫ ਦਾ ਸੇਲ ਔਰ ਐਨੀ ਇੰਪ੍ਰੈਸ ਸ਼ੀਟ ਸੋਲਡ, ਤਰੀਕ ਲਿਖੀ ਜਾਂਦੀ ਹੈ, ਨੰਬਰ ਪਾਇਆ ਜਾਂਦਾ ਹੈ, ਠੀਕ ਹੈ ਜੀ। ਵੈਲਿਊ ਅਮਾਉਂਟ ਦੀ ਵੈਲਿਊ ਈਚ ਸਟੈਂਪ ਸੋਲਡ, ਟੋਟਲ ਵੈਲਿਊ, ਫੁੱਲ ਨੇਮ, ਫਾਦਰਸ ਨੇਮ, ਇਹ ਰਜਿਸਟਰ ਦੀ ਗੱਲ ਕੀਤੀ ਗਈ ਹੈ। ਜੇ ਪਰਚੇਜ ਕਿਸੇ ਬਿਹਾਫ ਤੇ ਕੀਤੇ ਨੇ ਤਾਂ ਉਹਦਾ ਨਾਮ ਲਿਖਿਆ ਜਾਂਦਾ ਹੈ। ਦਾ ਪਰਪਸ, ਕਿਸ ਕੰਮ ਲਈ ਖਰੀਦੇ ਗਏ ਨੇ ਸਟੈਂਪ, ਦਾ ਪਰਪਸ ਫਾਰ ਵਿਚ ਪਰਚੇਜ਼ਰ ਸਟੇਟਸ ਦੈਟ ਸਟੈਂਪ ਇਜ਼ ਪਰਚੇਜ਼, ਕੀ ਕਹਿੰਦਾ ਉਹ ਮੈਂ ਕਿੱਥੇ ਵਰਤਨੇ ਹੈਗੇ ਆ, ਠੀਕ ਹੈ, ਕਿਸ ਮਕਸਦ ਲਈ ਯੂਜ਼ ਕੀਤੇ ਜਾਂਦੇ ਨੇ, ਐਗਰੀਮੈਂਟ ਕਰਨਾ ਹੈ ਜਾਂ ਕਿਤੇ ਜਾਂ ਕੁਛ ਹੋਰ ਕਰਨਾ ਹੈਗਾ, ਉਹ ਵੇਰਵਾ ਜੋ ਵੀ ਪਰਚੇਜ਼ ਦੱਸਦਾ ਹੈਗਾ ਉੱਥੇ ਲਿਖ ਦਿੱਤਾ ਜਾਂਦਾ। ਸਿਗਨੇਚਰ ਆਫ ਥੰਬ ਇੰਪ੍ਰੈਸ਼ਨ, ਤਾਂ ਰਜਿਸਟਰ ਦੇ ਉੱਪਰ ਜਿਹੜੇ ਸਾਈਨ ਵੀ ਕਰਾ ਲਏ ਜਾਂਦੇ ਨੇ, ਜੇ ਉਹ ਖੁਦ ਆਇਆ ਤਾਂ ਉਹਦੇ ਸਾਈਨ ਹੁੰਦੇ ਨੇ, ਜੇ ਉਹਦੇ ਬਿਹਾਫ ਤੇ ਕੋਈ ਹੋਰ ਵਿਅਕਤੀ ਆਇਆ ਹੈਗਾ ਤਾਂ ਉਹਦੇ ਸਾਈਨ ਕੀਤੇ ਜਾਂਦੇ, ਨਾਲ ਦਾ ਨਾਮ ਪਤਾ ਲਿਖਿਆ ਜਾਂਦਾ ਹੈ। When any register becomes filled, ਜਦੋਂ ਰਜਿਸਟਰ ਫਿਲ ਹੋ ਜਾਂਦਾ ਹੈ ਤਾਂ vendor shall deliver the same to the collector, ਤਾਂ ਉੱਥੋਂ ਜਮ੍ਹਾਂ ਕਰਾਇਆ ਜਾਂਦਾ ਤੇ ਉੱਥੋਂ ਫਿਰ ਕੀ ਹੈਗਾ ਅਦਰ ਆਫੀਸਰ ਰਿਪੋਰਟਰ ਟੂ ਰਿਸੀਵ the same, ਕਲੈਕਟਰ ਦੇ ਦਫ਼ਤਰ ਦੇ ਵਿੱਚ ਜਿਹਨੂੰ ਕਿ HRC ਕੋਲ ਇਹ ਰਜਿਸਟਰ ਹੁੰਦੇ ਨੇ, ਉੱਥੇ ਜਮ੍ਹਾਂ ਕਰਾਉਂਦੇ ਨੇ ਤੇ ਫਿਰ ਨਵਾਂ ਰਜਿਸਟਰ ਲਗਾਇਆ ਜਾਂਦਾ। ਨਵਾਂ ਰਜਿਸਟਰ ਜਦੋਂ ਲਗਾਉਂਦੇ ਨੇ ਤਾਂ ਤੁਹਾਨੂੰ ਜਿਹੜਾ ਰੈਵਨਿਊ ਆਫੀਸਰ ਉੱਥੇ ਹੁੰਦਾ ਹੈਗਾ ਉਹਦੇ ਤੇ ਸਾਈਨ ਕਰਾ ਲਏ ਜਾਂਦੇ ਨੇ, ਸਟੈਂਪ ਉਹਦੇ ਅਸਤਾ ਉਹ ਲਗਾਇਆ ਜਾਂਦਾ, ਸਰਟੀਫਿਕੇਟ ਲਗਾਇਆ ਜਾਂਦਾ ਹੈ। The vendor shall not knowingly endorse on any impressed sheet sold the name of any other person, ਸਟਾਂਪ ਕਿਸੇ ਹੋਰ ਨੂੰ ਵੇਚਿਆ, ਨਾਮ ਕਿਸੇ ਹੋਰ ਦਾ ਲਿਖ ਦੇਣਾ, ਇਹ ਨਹੀਂ ਹੋ ਸਕਦਾ। ਜਿਸ ਨੂੰ ਸਟਾਂਪ ਵੇਚਿਆ ਗਿਆ ਉਹਦੇ ਨਾਮ ਤੇ, ਜਿਹਦੇ ਨਾਮ ਤੇ ਰਜਿਸਟਰ ਐਂਟਰੀ ਪਾਈ ਗਈ ਹੈ, ਤਾਂ ਸਟਾਂਪ ਦੇ ਉੱਪਰ ਵੀ ਉਹੀ ਨਾਮ ਲਿਖਣਾ ਹੁੰਦਾ ਹੈ, ਕੋਈ ਵੱਖਰਾ ਨਾਮ ਨਹੀਂ ਚੇਂਜ ਲਿਖਿਆ ਜਾ ਸਕਦਾ। The vendor shall 16 ਚ ਹੈਗਾ, the vendor shall upon the demand of the collector whenever required so to deliver up all the stamps in his custody, ਜਿੰਨੇ ਵੀ ਸਟਾਂਪ ਉਹਦੀ ਕਸਟਡੀ 'ਚ ਪਏ ਹੈਗੇ, ਜੇ ਕਿਤੇ ਲੋੜ ਪੈਂਦੀ ਹੈ, ਠੀਕ ਹੈ, ਜਾਂ ਕੋਈ ਰੀਜ਼ਨ ਹੈਗਾ ਤਾਂ ਕਲੈਕਟਰ ਵੱਲੋਂ ਮੰਗੇ ਜਾਂਦੇ ਤਾਂ ਵਾਪਸ ਕਰਨੇ ਪੈਣਗੇ ਉਸਨੂੰ ਇਮੀਡੀਏਟਲੀ। ਦਾ ਵੈਂਡਰ ਸ਼ੈਲ, ਨੈਕਸਟ ਹੈਗਾ 17 ਚ, ਦਾ ਵੈਂਡਰ ਸ਼ੈਲ ਐਟ ਆਲ ਦਾ ਟਾਈਮਸ ਹੈਵ ਪੋਸਟਡ ਇਨ ਏ ਕੰਸਪੀਕਸ ਪਲੇਸ ਆਊਟਸਾਈਡ ਦਾ ਪਲੇਸ ਆਫ, ਸਾਈਨ ਬੋਰਡ ਲਗਾਏਗਾ ਉਹ, ਕੀ ਸਾਈਨ ਬੋਰਡ ਲਗਾਏਗਾ, ਨੇਮ ਆਫ ਦਾ ਵੈਂਡਰ, ਕੀ ਹੈਗਾ ਨਾਮ, ਕੀ ਹੈਗਾ ਆਪਦਾ ਲਾਇਸੈਂਸ ਵੈਂਡਰ, the licensee is not allowed to charge more than face value of the stamps, ਕੀਮਤ ਤੋਂ ਵੱਧ ਦੀ ਜਿਹੜੀ ਵੈਲਿਊ ਚਾਰਜ ਨਹੀਂ ਕਰ ਸਕਦਾ। ਨੈਕਸਟ ਹੈਗਾ 18, the vendor shall not at any time offer any objections or resistance to the inspection of register, ਜੇ ਉਹਦੀ ਕੋਈ ਇੰਸਪੈਕਸ਼ਨ ਕਰਨ ਦੇ ਲਈ ਕੋਈ ਆਫੀਸਰ ਆਉਂਦਾ ਹੈਗਾ ਕਲੈਕਟਰ ਵੱਲੋਂ ਨਿਯੁਕਤ ਕੀਤਾ ਗਿਆ ਤਾਂ ਉਹ ਇੰਸਪੈਕਸ਼ਨ ਕਰਾਏਗਾ ਆਪਦੇ ਰਜਿਸਟਰ ਦੀ, ਯਾਨੀ ਕਿ ਤਹਿਸੀਲਦਾਰਾਂ ਨੂੰ, ਨਾਇਬ ਤਹਿਸੀਲਦਾਰਾਂ ਨੂੰ, ਜ਼ਿਲ੍ਹਾ ਮਾਲ ਅਫਸਰ ਨੂੰ, ਐਕਸਾਈਜ਼ ਇੰਸਪੈਕਟਰ ਨੂੰ ਜਿਹੜਾ ਹੈਗਾ ਇਹ ਸਟੈਂਪ ਵੈਂਡਰ ਦੇ ਰਜਿਸਟਰ ਕਰਨ ਦੀ ਜਿਹੜੀ ਗਵਰਨਮੈਂਟ ਵੱਲੋਂ ਪਾਵਰ ਦਿੱਤੀ ਗਈ ਹੈ, ਸਮੇਂ-ਸਮੇਂ ਤੇ ਚੈੱਕ ਕਰ ਸਕਦੇ ਨੇ।
The vendor shall submit to the excise inspector of the district. The remuneration to the vendor shall be in the form of the discount. ਜਿਹੜੀ ਦੀ ਕੀ ਹੈਗੀ ਹੈ ਇਹਦੀ ਇਨਕਮ ਕੀ ਹੁੰਦੀ ਹੈ ਵੈਂਡਰ ਦੀ, ਉਹ ਚੋਂ ਕਮਿਸ਼ਨ ਦਿੱਤਾ ਜਾਂਦਾ ਹੈ, ਇਹ ਸਮੇਂ-ਸਮੇਂ ਤੇ ਬਦਲਦਾ ਰਹਿੰਦਾ ਹੈ। ਰੂਲ ਨੰਬਰ 29 ਚ ਕੀ ਕਹੇਗਾ, ਦਾ ਇਨਫ੍ਰਿੰਜਮੈਂਟ ਆਫ ਐਨੀ ਆਫ ਥੀਸ ਰੂਲਸ, ਜੇ ਕੋਈ ਉਲੰਘਣਾ ਕੀਤੀ ਜਾਂਦੀ ਹੈ ਇਹਦੇ ਵੱਲੋਂ ਵੈਂਡਰ ਵੱਲੋਂ, ਤਾਂ ਜਿਹੜਾ ਉਹਦਾ ਲਾਇਸੈਂਸ ਹੈਗਾ ਉਹ ਕਲੈਕਟਰ ਵੱਲੋਂ ਰੱਦ ਕਰ ਦਿੱਤਾ ਜਾਂਦਾ ਹੈ। ਕੈਂਸਲੇਸ਼ਨ ਆਫ ਦਿਸ ਲਾਇਸੈਂਸ in addition to the penalties prescribed section 69 ਦੇ ਤਹਿਤ ਪੈਨਲਟੀ ਵੀ ਲਗਾਈ ਜਾ ਸਕਦੀ ਹੈ। ਰੂਲ 30 ਚ ਕੀ ਕਹੇਗਾ, ਰਜਿਸਟਰ ਆਫ ਲਾਇਸੈਂਸਸ ਟੂ ਬੀ ਮੇਨਟੇਨਡ ਫॉर the district. The collector shall cause a register of the licenses and special licenses granted under these rules to be maintained for the district. The register shall contain the following particulars as to the each license granted. ਡਿਸਟ੍ਰਿਕਟ ਲੈਵਲ ਤੇ ਜਦੋਂ ਜਿੱਥੇ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ, ਜਿਹੜੀ ਬ੍ਰਾਂਚ ਲਾਇਸੈਂਸ ਜਾਰੀ ਕਰਦੀ ਹੈ ਉੱਥੇ ਇੱਕ ਰਜਿਸਟਰ ਲੱਗਿਆ ਹੋਇਆ ਹੁੰਦਾ ਹੈ, ਉਹਦੇ ਆਹ ਕਾਲਮ ਹੁੰਦੇ ਨੇ। The register shall contain the following particulars as to each license granted, ਜਿਸ ਵਿਅਕਤੀ ਨੂੰ date of the granting of the license, serial number for the year, ਠੀਕ ਹੈ, name and father's name, place of the area, ਕਿੱਥੇ ਬੈਠੇਗਾ ਉਹ, ਕਿਸ ਕਾਇੰਡ ਦਾ ਉਹਨੂੰ ਲਾਇਸੈਂਸ ਜਾਰੀ ਕੀਤਾ ਗਿਆ, ਕਿੰਨੀ ਵੈਲਿਊ ਦੀ ਸਟੈਂਪਾਂ ਵੇਚ ਸਕਦਾ ਹੈਗਾ, ਪੀਰੀਅਡ ਫਾਰ ਵਿਚ ਦਾ ਲਾਇਸੈਂਸ ਇਜ਼ ਟੂ ਕੰਟੀਨਿਊ ਇਨ ਆਪਰੇਸ਼ਨ, ਕਿੰਨੇ ਸਮੇਂ ਲਈ ਦਿੱਤਾ ਗਿਆ, ਅਮਾਊਂਟ ਆਫ ਦਾ ਸਿਕਿਉਰਿਟੀ ਇਫ ਐਨੀ, ਜੇ ਕੋਈ ਉਹ ਤੋਂ ਸਿਕਿਉਰਿਟੀ ਭਰਾਈ ਗਈ ਹੋਵੇ ਤਾਂ ਕਿੰਨੀ ਲਈ ਗਈ ਹੈ, ਐਕਨੋਲਜਮੈਂਟ ਆਫ ਦਾ ਲਾਇਸੈਂਸੀ ਰਿਮਾਰਕਸ ਰਿਲੇਟਿੰਗ ਡੇਟ ਆਫ ਡਿਸਟ੍ਰਕਸ਼ਨ ਆਫ ਦਾ ਲਾਇਸੈਂਸ, ਜੇ ਕਿਸੇ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਤਾਂ ਉਹਦੀ ਡੇਟ ਪਾਈ ਜਾਂਦੀ ਹੈ। ਯਾਨੀ ਕਿ ਰਜਿਸਟਰ ਜਿਹੜਾ ਹੈਗਾ ਕਲੈਕਟਰ ਦੇ ਆਫਿਸ 'ਚ ਹੁੰਦਾ ਹੈ। रिवोकेशन ऑफ अ लाइसेंस, वापस ले लेना, एनी लाइसेंसी और स्पेशल लाइसेंसी और सब लाइसेंसी granted under these rules may at any time be revoked for the sufficient reasons by the collector the district in which, ਕਿਸੇ ਵੀ ਲਾਇਸੈਂਸ ਨੂੰ ਜਿਹਨੂੰ ਲਾਇਸੈਂਸ ਜਾਰੀ ਕੀਤਾ ਗਿਆ ਹੈਗਾ ਕਿਸੇ ਵੀ ਸਮੇਂ ਤੇ ਕਿਸੇ ਰੀਜ਼ਨ ਕਰਕੇ ਜਿਹੜਾ ਉਹਦਾ ਲਾਇਸੈਂਸ ਹੈ ਵਾਪਸ ਲਿਆ ਜਾ ਸਕਦਾ ਹੈ ਕਲੈਕਟਰ ਵੱਲੋਂ। ਰੂਲ 32 ਚ ਕੀ ਕਿਹਾ, ਸਪਲਾਈ ਆਫ ਦਾ ਬਲੈਂਕ ਵੈਂਟ, supply of blank vend registers by the collector. नेक्स्ट वीक कर दियो सर। ठीक है जी, एक मिनट। सर ये रूल 1934 डी दसे हुए ने जी, है ना जी, 1934 डी है जी, दिस स्टैंप रूल्स 1934 जी जी, मैं एक मिनट होर लवांगा बस थोड़ा। Supply of blank vend registers by the collector and disposal of the same after use, ਜਿਹੜੇ ਇਹ ਖਾਲੀ ਰਜਿਸਟਰ ਹੈਗੇ ਨੇ, ਠੀਕ ਹੈ, ਇਹ ਕਲੈਕਟਰ ਦੇ ਆਫਿਸ ਤੋਂ ਜਾਰੀ ਕੀਤੇ ਜਾਂਦੇ ਨੇ, ਜਿਨ੍ਹਾਂ ਨੇ ਸਟਾਂਪ ਵੇਚਣੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਆਫ ਬਲੈਂਕ ਵੈਂਡ ਰਜਿਸਟਰਸ ਬਾਈ ਦਾ ਕਲੈਕਟਰ ਐਂਡ ਡਿਸਪੋਜ਼ਲ ਆਫ ਦਾ ਸੇਮ ਆਫਟਰ ਯੂਜ਼, ਜਦੋਂ ਉਹ ਯੂਜ਼ ਹੋ ਜਾਂਦੇ ਨੇ ਤਾਂ ਉਹ ਵਾਪਸ ਆ ਕੇ ਭਰ ਕੇ ਰਜਿਸਟਰ, ਜਿਹੜੇ ਭਰੇ ਹੋਏ ਰਜਿਸਟਰ ਹੁੰਦੇ ਨੇ ਉਹ ਵੀ ਕਲੈਕਟਰ ਕੋਲ ਜਮ੍ਹਾਂ ਕਰਾਏ ਜਾਂਦੇ ਨੇ, ਤਾਂ ਉਹਨਾਂ ਦੀ ਸਮੇਂ-ਸਮੇਂ ਤੇ ਜਿਵੇਂ ਅੰਡਰ ਰੂਲਸ ਉਹਨਾਂ ਦੀ ਡਿਸਟਰੋਏ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ। 33 ਦੇ ਵਿੱਚ ਕੀ ਕਹੇਗਾ, ਡਿਊਟੀਜ਼ ਆਫ ਦਾ ਐਕਸ ਆਫੀਸ਼ੀਓ ਵੈਂਡਰਸ। ਐਕਸ ਆਫੀਸ਼ੀਓ ਵੈਂਡਰ ਜਿਹੜਾ ਤਹਿਸੀਲ ਦੇ ਵਿੱਚ ਜਾਂ ਖਜ਼ਾਨਾ ਦਫ਼ਤਰ ਦੇ ਵਿੱਚ ਬੈਠਦਾ ਹੈ, ਖਜ਼ਾਨਾ ਦਫ਼ਤਰ ਹੋਵੇ ਜ਼ਿਲ੍ਹਾ ਹੈੱਡਕੁਆਟਰ ਦਾ ਜਾਂ ਤਹਿਸੀਲ ਹੈੱਡਕੁਆਟਰ ਹੋਵੇ, ਉੱਥੇ ਐਕਸ ਆਫੀਸ਼ੀਓ ਵੈਂਡਰ ਬੈਠਦਾ, ਉਹਦੀ ਕੀ ਡਿਊਟੀਜ਼ ਹੈਗੀਆਂ ਨੇ। ਨੋ ਐਕਸ ਆਫੀਸ਼ੀਓ ਵੈਂਡਰ ਸ਼ੈਲ ਐਜ਼ ਸੱਚ ਸੈਲ ਸਟੈਂਪਸ ਅਦਰਵਾਈਜ਼ ਦੈਨ ਇਨ ਅਕੋਰਡੈਂਸ ਵਿਦ ਦਾ ਫੋਲੋਇੰਗ ਡਾਇਰੈਕਸ਼ਨਸ। ਇਹ ਕੁਝ ਡਾਇਰੈਕਸ਼ਨਾਂ ਹੈਗੀਆਂ ਨੇ, ਹੀ ਸ਼ੈਲ ਸੈਲ ਟੂ ਦਾ ਲਾਇਸੈਂਸ, ਇਹ ਡਾਇਰੈਕਸ਼ਨਾਂ ਵੀ ਹੁਣ ਸਾਰੀਆਂ ਬਦਲ ਚੁੱਕੀਆਂ ਨੇ, ਅਮੈਂਡਮੈਂਟ ਹੋ ਚੁੱਕੀ ਹੈ। ਹੀ ਸ਼ੈਲ ਨਾਟ ਸੈਲ ਐਨੀ ਸਟੈਂਪਸ ਐਕਸੈਪਟ ਅਪੋਨ ਦਾ ਇਮੀਡੀਏਟ ਪੇਮੈਂਟ, ਮਤਲਬ ਪੇਮੈਂਟ ਲੈ ਕੇ ਹੀ ਸਟੈਂਪ ਦੇਗਾ, ਹੈ ਜੀ। ਪ੍ਰਿੰਸੀਪਲ ਸਾਰੇ ਓਬਜ਼ਰਵ ਕਰੇਗਾ, ਠੀਕ ਹੈ, ਇਹਦੇ 'ਚ ਕੋਈ ਐਸਾ ਨਹੀਂ ਹੈਗਾ। ਅੱਗੇ ਹੈਗਾ ਰਿਮੂਨਰੇਸ਼ਨ ਆਫ ਦਾ ਵੈਂਡਰਸ, 34 'ਚ ਕੀ ਕਿਹਾ ਗਿਆ। ਰਿਮੂਨਰੇਸ਼ਨ ਦੇ ਵਿੱਚ ਸਿੰਪਲੀ ਗੱਲ ਆ ਜਾਂਦੀ ਹੈ ਵੀ ਜਿਹੜਾ ਹੈਗਾ ਇਹ ਜਿਹੜਾ ਐਕਸ ਆਫੀਸ਼ੀਓ ਵੈਂਡਰ ਹੁੰਦਾ ਹੈ ਇਹਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਜਾਂਦਾ ਗਵਰਨਮੈਂਟ ਵੱਲੋਂ, ਕਿਉਂਕਿ ਇਹ ਗਵਰਨਮੈਂਟ ਇੰਪਲਾਈ ਹੁੰਦਾ ਹੈ। ਇਹਨੂੰ ਵਿਦ ਦਾ ਪਾਵਰਸ ਆਪਦੀ ਪੋਸਟ ਦੇ ਨਾਲ ਹੀ ਇਹਨੂੰ ਪਾਵਰ ਮਿਲੀ ਹੁੰਦੀ ਹੈ ਸਟੈਂਪ ਵੇਚਣ ਦੀ, ਠੀਕ ਹੈ। ਜਿਹੜੇ ਵੈਂਡਰਸ ਹੁੰਦੇ ਨੇ, ਵੈਂਡਰਸ ਨੂੰ ਜਿਹੜੀ ਹੈਗਾ ਸਰਕਾਰ ਵੱਲੋਂ ਜਿਹੜਾ ਸਮੇਂ-ਸਮੇਂ ਤੇ ਚੇਂਜਸ ਹੁੰਦੀਆਂ ਰਹਿੰਦੀਆਂ ਨੇ, ਸਮੇਂ-ਸਮੇਂ ਤੇ ਜਿਹੜਾ ਹੈਗਾ ਉਸਨੂੰ ਜਿਹੜਾ ਕਮਿਸ਼ਨ ਹੈ ਸਟਾਮਾਂ ਦੇ ਵਿੱਚ ਦਿੱਤਾ ਜਾਂਦਾ ਹੈ। ਇੰਸਪੈਕਸ਼ਨ ਐਂਡ ਕੰਟਰੋਲ। ਇੰਸਪੈਕਸ਼ਨ ਕੀ ਹੈ? ਇੰਸਪੈਕਸ਼ਨ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਐਕਸਾਈਜ਼ ਆਫੀਸਰ, ਐਕਸਾਈਜ਼ ਇੰਸਪੈਕਟਰ, ਸਬ ਇੰਸਪੈਕਟਰ ਜਿਹੜੇ ਹੈਗੇ ਨੇ, ਇਹ ਜਿਹੜੇ ਸਟਾਂਪ ਫਰੋਸ਼ ਹੁੰਦੇ ਨੇ ਇਹਨਾਂ ਦੇ ਜਿਹੜੇ ਰਜਿਸਟਰ ਹੁੰਦੇ ਨੇ
ਠੀਕ ਹੈ, ਉਹਨਾਂ ਦੀ ਸਮੇਂ-ਸਮੇਂ ਤੇ ਇੰਸਪੈਕਸ਼ਨ ਕਰਦੇ ਨੇ। ਤੇ ਇਵੇਂ ਹੀ ਜਿਵੇਂ ਤੁਸੀਂ ਰੈਵਨਿਊ ਆਫੀਸਰ ਦੇ ਤੌਰ ਤੇ ਤੁਸੀਂ ਡਿਊਟੀ ਕਰੋਗੇ, ਤੁਹਾਡੇ ਕੋਲੇ ਜਿਹੜੇ ਸਟਾਫ ਫਲੋਸ਼ ਹੁੰਦੇ ਨੇ, ਜੋ ਹੀ ਮਹੀਨਾ ਖਤਮ ਹੁੰਦਾ ਉਹਨਾਂ ਦਾ, ਠੀਕ ਹੈ, ਉਹ ਮਹੀਨੇ ਦੇ ਐਂਡ ਤੇ ਉਹਨਾਂ ਨੇ ਇੱਕ ਗੋਸ਼ਵਾਰਾ ਬਣਾਉਂਦੇ ਆ ਵੀ ਸਾਡੇ ਕੋਲ ਇੰਨੇ ਆਇਆ ਸੀ ਸਮਾਨ, ਇੰਨਾ ਵਿਕ ਚੁੱਕਾ, ਇੰਨਾ ਸਾਡੇ ਕੋਲ ਬਾਕੀ ਰਹਿ ਗਿਆ, ਤੇ ਉਹ ਸਟੈਂਪ ਲਾ ਕੇ ਫਿਰ ਤੁਹਾਡੇ ਤੋਂ ਹੀ ਉਹ ਵੈਰੀਫਾਈ ਕਰਵਾ ਕੇ ਲੈ ਕੇ ਜਾਂਦੇ ਆ। ਮਤਲਬ ਕਿ ਇਹ ਜਿਹੜੀ ਅਥਾਰਟੀ ਸਾਡੇ ਕੋਲੇ ਹੈਗੀ ਰੈਵਨਿਊ ਆਫੀਸਰਸ ਕੋਲੇ, ਠੀਕ ਹੈ, ਤੇ ਸਮੇਂ-ਸਮੇਂ ਤੇ ਇਹਦੀ ਜਿਹੜੀ ਇੰਸਪੈਕਸ਼ਨ ਕਰਨੀ ਹੁੰਦੀ ਹੈ। ਜੇ ਕਿਸੇ ਦੇ ਕੋਈ ਮਤਲਬ ਕਿ ਇਲੀਗਲਿਟੀਜ਼ ਜਾਂ ਇਰੈਗੂਲਰਿਟੀਜ਼ ਵਰਤਦਾ ਹੈਗਾ ਤਾਂ ਤੁਸੀਂ ਉਹ ਕਲੈਕਟਰ ਨੂੰ ਲਿਖ ਕੇ ਭੇਜ ਸਕਦੇ ਹੈਗੇ। ਇਹਦੇ ਨਾਲ ਹੀ ਇਹ ਜਿਹੜੇ ਰੂਲ ਨੇ ਇਹ ਖਤਮ ਹੋ ਜਾਂਦੇ ਨੇ। ਨੈਕਸਟ ਸਲਾਈਡ ਦੱਸੀ, ਅੱਗੇ ਜਾ ਕੇ ਦੇਖਾਂ ਕੀ ਪੜ੍ਹਨਾ ਹੈਗਾ। ਅੱਜ ਦਾ ਲੈਕਚਰ ਅਸੀਂ ਖਤਮ ਕਰਦੇ ਹਾਂ ਜੀ। ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਜੀ। गुड मॉर्निंग सर। गुड मॉर्निंग दविंदर जी। देवेंद्र जड़गत जी। हाँ दविंदर जी बोलो सर। रिगार्डिंग स्टैंप एक्ट का नहीं है मेरा क्वेश्चन, मेरा है तकसीम के रिगार्डिंग है क्वेश्चन। मैं वैसे पर्सनली पूछना। हाँ कोई नहीं पूछो। ਤੇ ਕੀ ਕੋਈ ਮੁਸ਼ਤਰੀ ਜਿਹੜਾ ਖਾਨਾ ਕਾਸਟ ਦੇ ਵਿੱਚ ਜਿਹਨੇ ਜ਼ਮੀਨ ਪੈ ਰਹੀ ਹੈ, ਕੀ ਉਹ ਰਜਿਸਟਰਡ ਤਕਸੀਮ ਕਰਵਾ ਸਕਦਾ ਕੋਰਟ ਦੇ ਵਿੱਚ? ਕਰਵਾ ਸਕਦਾ ਹੈ ਜੀ। ਦੇਖੋ ਇਹਦੀ ਕੋਈ ਚਿੱਠੀ ਵਗੈਰਾ ਆਈ ਹੈ ਜੀ? ਦੇਖੋ ਗੱਲ ਸੁਣੋ। ਦੇਖੋ ਹਾਂਜੀ स्पेसिफिक परचेजर, स्पेसिफिक पर्टिकुलर नंबर जो कोई खरीदा है, हाँ जी, ठीक है, ही इज presumed to be the shareholder of the keyword ਜੀ। ਇਹ ਬਹੁਤ ਸਾਰੀਆਂ ਜਜਮੈਂਟਸ ਹੈਗੀਆਂ ਨੇ। ਮੇਰੀ ਬੁੱਕ ਦੇ ਵਿੱਚ ਵੀ ਇੱਕ ਜਜਮੈਂਟ ਲੱਗੀ ਹੋਈ ਹੈ, ਭਰਥੂਰਾਮ ਦੀ ਜਜਮੈਂਟ ਲੱਗੀ ਹੋਈ ਹੈ, ਠੀਕ ਹੈ। ਭਰਥੂਰਾਮ ਦੀ, ਠੀਕ ਹੈ ਜੀ, ਭਰਥੂਰਾਮ ਦੀ ਜਜਮੈਂਟ ਲੱਗੀ ਹੋਈ ਹੈ ਮੇਰੀ ਬੁੱਕ ਦੇ ਵਿੱਚ, ਤੁਸੀਂ ਉਹ ਪੜ੍ਹ ਸਕਦੇ ਹੋ। ਕੋਈ ਵੀ ਵਿਅਕਤੀ ਚਾਹੇ ਖੇਵਟ, ਚਾਹੇ ਉਹ 40 ਕਿੱਲੇ ਦੀ ਖੇਵਟ ਹੈ, 40 ਕਿੱਲੇ, ਚਾਹੇ ਉਹ ਪਾਰਟੀਕੂਲਰ ਇੱਕ ਕਿੱਲਾ ਵੀ ਖਰੀਦ ਲੈਂਦਾ ਹੈ, ਉਹਨੂੰ ਪਾਰਟੀਕੂਲਰ ਇੱਕ ਕਿੱਲੇ ਦਾ ਮਾਲਕ ਨਹੀਂ ਕਿਹਾ ਜਾ ਸਕਦਾ, ਠੀਕ ਹੈ। ਹੀ ਦਾ ਸ਼ੇਅਰ ਹੋਲਡਰ, ਟੋਟਲ ਖੇਵਟ ਦੇ ਵਿੱਚ ਉਹਨੂੰ ਸ਼ੇਅਰ ਹੋਲਡਰ ਮੰਨਿਆ ਜਾਂਦਾ ਹੈ। ਜਿਹਨੂੰ ਟੋਟਲ ਸ਼ੇਅਰ ਖੇਵਟ ਦੇ ਜੋ ਅਸੀਂ ਸ਼ੇਅਰ ਹੋਲਡਰ ਮੰਨਦੇ ਹਾਂ, ਤਾਂ ਉਹ ਸਾਰੀ ਖੇਵਟ ਦੀ ਪਾਰਟੀਸ਼ਨ ਕਰਵਾ ਸਕਦਾ ਹੈ। ਭਾਵੇਂ ਉਹ ਖਾਨਾ ਕਾਸਟ ਦੇ ਵਿੱਚ ਹੈ, ਬੇਸ਼ੱਕ ਉਹ ਖਾਨਾ ਕਾਸਟ ਵਿੱਚ ਮਾਲਕ ਹੋਵੇ। ਅਸੀਂ ਖਾਨਾ ਕਾਸਟ ਵਿੱਚ ਵੀ ਇੱਕ ਮਾਲਕ ਹੈਗਾ, ਪਰ ਜਿਵੇਂ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ, ਹੁਣ ਸਰਕਾਰ ਦੇ ਵਿੱਚ ਅਸੀਂ ਕੋਈ ਅਥੋਰਾਈਜ਼ ਨਹੀਂ ਹੈਗੇ ਵੀ ਅਸੀਂ ਖਾਨਾ ਕਾਸਟ ਦੇ ਵਿੱਚ ਕਿਸੇ ਬੰਦੇ ਨੂੰ ਮਾਲਕ ਦੀ ਰਜਿਸਟਰੀ ਕਰ ਦਈਏ। ਪਾਰਟੀਕੂਲਰ ਨੰਬਰ ਦੀਆਂ ਰਜਿਸਟਰੀਆਂ ਬੰਦ ਹੈਗੀਆਂ ਨੇ, ਪਰ ਜੇ ਕੋਈ ਹੋ ਵੀ ਗਈਆਂ ਨੇ ਰਜਿਸਟਰੀਆਂ, ਤਦ ਵੀ ਜਦੋਂ ਤੁਸੀਂ ਪਾਰਟੀਸ਼ਨ ਕਰਦੇ ਹੋ, ਤਕਸੀਮ ਕਰਦੇ ਹੋ, ਠੀਕ ਹੈ, ਜੋ ਉਹ ਪਾਰਟੀਕੂਲਰ ਨੰਬਰ ਕਿਤੇ ਵਿੱਚ ਵਿਚਕਾਰ ਆ ਗਿਆ, ਤੁਹਾਡੇ ਕੋਲ ਅਥਾਰਟੀ ਹੈਗੀ, ਤੁਸੀਂ ਉਸ ਨੰਬਰ ਨੂੰ ਬਦਲ ਸਕਦੇ ਹੋ। ਜੀ ਸਰ, ਠੀਕ ਹੈ। ਜੇ ਉਸ ਨੰਬਰ ਨੂੰ ਬਦਲ ਸਕਦੇ ਹਾਂ ਅਸੀਂ, ਤਾਂ ਇਟ ਮੀਨਸ ਅਸੀਂ ਇਹ ਪ੍ਰਜ਼ੂਮ ਕਰਾਂਗੇ ਵੀ ਹੀ ਇਜ਼ ਦਾ ਸ਼ੇਅਰ ਹੋਲਡਰ ਇਨ ਦਾ ਕੇਵਟ। ਜੇ ਕੋਈ ਕੇਵਟ ਦੀ ਸ਼ੇਅਰ ਹੋਲਡਰ ਹੈਗਾ ਤਾਂ ਉਹ ਪਾਰਟੀਸ਼ਨ ਕਰਵਾ ਸਕਦਾ। ਜੀ ਸਰ, ਥੈਂਕ ਯੂ ਸਰ। ਓਕੇ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।